तू ही 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 ਵਾਹਿਗੁਰੂ ਵਾਹਿਗੁਰੂ। ਸੰਗਤ ਟੀਵੀ ਦੇ ਸਟੂਡੀਓ ਪੈਰਿਸ ਸ਼ੇਰੇ ਪੰਜਾਬ ਕੰਪਲੈਕਸ ਵਿੱਚ ਅੱਜ ਅਸੀਂ ਮਾਸਟਰ ਕੁਲਵਿੰਦਰ ਸਿੰਘ ਜੀ ਜੋ ਸਾਡੇ ਪਾਸ ਇੰਗਲੈਂਡ ਤੋਂ ਆਏ ਹਨ ਉਹਨਾਂ ਨੂੰ ਲੈ ਕੇ ਅਸੀਂ ਆਪ ਜੀ ਦੇ ਰੂਬਰੂ ਹੋਏ ਹਾਂ ਤੂੰ ਹੀ ਤੂੰ ਦੇ ਪ੍ਰੋਗਰਾਮ ਵਿੱਚ, ਕਿਉਂਕਿ ਮਾਸਟਰ ਜੀ ਦਾ ਬਹੁਤ ਜ਼ਿਆਦਾ ਤਜਰਬਾ ਹੈ ਗੁਰਮਤ ਦੇ ਵਿਹਾਰ 'ਤੇ, ਕਿਉਂਕਿ ਅਸੀਂ ਹਰ ਵਾਰੀ ਸੰਗਤ ਟੈਲੀਵਿਜ਼ਨ ਉੱਤੇ ਅਤੇ ਦੂਸਰੇ ਟੈਲੀਵਿਜ਼ਨਾਂ 'ਤੇ ਵੀ ਇਹਨਾਂ ਦੇ ਪ੍ਰੋਗਰਾਮ ਜੋ ਗੁਰਮਤ ਵਿੱਚ ਪੰਥ ਵਿੱਚ ਬਹੁਤ ਸਾਰੀਆਂ ਉਲਝਣਾਂ ਆ, ਬਹੁਤ ਸਾਰੇ ਐਸੇ ਸਵਾਲ ਆ ਜਿਨ੍ਹਾਂ ਦੇ ਸਾਨੂੰ ਜਵਾਬ ਨਹੀਂ ਮਿਲਦੇ। ਗਿਆਨੀ ਜੀ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਗੁਰਮਤ ਦੇ ਦਾਇਰੇ ਵਿੱਚ ਰਹਿ ਕੇ ਗੁਰਮਤ ਦੇ ਅਨੁਕੂਲ ਜਿਹੜੇ ਆ ਉਹਨਾਂ ਸਵਾਲਾਂ ਦੇ ਜਵਾਬ ਦਿੰਦੇ ਹਨ। ਸਾਨੂੰ ਬਹੁਤ ਖੁਸ਼ੀ ਹੈ ਔਰ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਅੱਜ ਇਸ ਸਟੂਡੀਓ ਦੇ ਵਿੱਚ ਆਏ ਹਨ। ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਫਤਿਹ ਬੁਲਾਉਂਦੇ ਹਾਂ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ 1-2 ਮਿੰਟ ਵਾਸਤੇ ਆਪਾਂ ਜਾਣਨਾ ਚਾਹਾਂਗੇ ਕਿ ਕਿੱਥੋਂ ਆਏ ਅਤੇ ਕਦੋਂ ਆਏ ਅਤੇ ਕੀ ਸੇਵਾ ਕਰ ਰਹੇ ਉੱਥੇ। ਭਾਈ ਸਾਹਿਬ ਜੀ ਤੁਸੀਂ ਬਰੀਫ ਦੇ ਵਿੱਚ ਆਪਣੇ ਬਾਰੇ ਥੋੜ੍ਹਾ ਜਿਹਾ ਸੰਗਤਾਂ ਨੂੰ ਦੱਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਹੈ, ਮੇਰੇ ਪਾਤਸ਼ਾਹ ਦਾ, ਕਿ ਮੈਂ ਹੈਰਾਨ ਹਾਂ ਕਈ ਵਾਰੀ ਜਿੱਦਾਂ ਹੁਣ ਆਪਾਂ ਬੈਠੇ ਹਾਂ। ਮੈਂ ਆਪਣੇ ਆਪ ਨੂੰ ਸੋਚਦਾ ਹੁੰਦਾ ਕਈ ਵਾਰੀ ਕਿ ਜਿਹੜੀ ਚੀਜ਼ ਹੈ ਵੀ ਨਹੀਂ ਹੈ ਤੁਸੀਂ ਗੱਲ ਕਰ ਦਿੱਤੀ ਹੈ। ਦਰਅਸਲ ਇੱਕ ਡਿਊਟੀ ਦੇਣ ਦਾ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਅੱਜ ਤੁਹਾਡੇ ਨਾਲ ਬੈਠਣ ਦਾ ਸੁਭਾਗ ਸਮਾਂ ਹੋਇਆ। ਵੈਸੇ ਵੀ ਗੁਰਸਿੱਖਾਂ ਦੀ ਚਲੋ ਸੰਗਤ ਕਰਦੇ ਹਾਂ ਆਪਾਂ। ਅਤੇ ਜੇ ਤੁਸੀਂ ਗੱਲ ਕਰਦੇ ਸੀਗੇ ਕਿ ਕੋਈ ਸੁਲਝੇ ਹੋਏ ਜਾਂ ਜਵਾਬ ਦੇਣ ਵਾਲੀ ਇਹੋ ਜਿਹੀ ਕੋਈ ਗੱਲ ਨਹੀਂ ਹੈ। ਦਰਅਸਲ ਉਹ ਡਿਊਟੀ ਕਰਨ ਦਾ ਕਰਕੇ ਇੱਕ ਲੱਗੀ ਹੋਈ ਆ। ਬਹੁਤ ਸਾਰੇ ਵਿਦਵਾਨ ਪੰਥ ਦੇ ਵਿੱਚ, ਬਹੁਤ ਸਾਰੇ ਗੁਰਸਿੱਖ ਤੁਹਾਡੇ ਵਰਗੀਆਂ ਹੋਰ ਰੂਹਾਂ ਜਿਹੜੀਆਂ ਆ, ਪਾਤਸ਼ਾਹ ਕਹਿੰਦੇ 3 ਕਉ ਕਿਆ ਉਪਦੇਸ਼ਿਆ ਜਿਨ ਗੁਰੂ ਨਾਨਕ ਦੇ, ਉਹ ਸਿਰਫ ਇੱਕ ਡਿਊਟੀ ਲੱਗੀ ਹੋਣ ਦਾ ਕਰਕੇ ਆਪਾਂ ਸੰਗਤ ਕਰਦੇ ਹਾਂ। ਦਾਸ ਇੰਡੀਆ ਦੇ ਵਿੱਚ ਬਤੌਰ ਟੀਚਰ, ਸਾਇੰਸ ਮੈਥ ਟੀਚਰ ਪੜ੍ਹਾਉਂਦਾ ਰਿਹਾ ਮੈਂ। 15 ਕੁ ਸਾਲ ਪੜ੍ਹਾਇਆ ਮੈਂ 91 ਤੋਂ ਲੈ ਕੇ 2004 ਤੱਕ। ਅਤੇ ਉਸ ਤੋਂ ਬਾਅਦ ਦੇ ਵਿੱਚ ਜਰਮਨੀ ਆਇਆ। ਜਰਮਨੀ ਤੋਂ ਫਿਰ ਮੈਂ ਇੰਗਲੈਂਡ ਚਲਾ ਗਿਆ। 2004 ਦੇ ਵਿੱਚ ਜਰਮਨੀ ਆਇਆ ਸੀ। ਅਤੇ ਉੱਥੇ ਹੁਣ ਇੰਗਲੈਂਡ ਦੇ ਵਿੱਚ ਸਤਿਗੁਰੂ ਜੀ ਸਿੰਘ ਸਭਾ ਗੁਰਦੁਆਰਾ ਡਰਬੀ ਦੇ ਵਿੱਚ ਬਤੌਰ ਹੈੱਡ ਗ੍ਰੰਥੀ ਜਿਹੜੀ ਸੇਵਾ ਲੈ ਰਹੇ ਹਨ। ਸੋ ਮੇਰਾ ਇਹ ਪ੍ਰੋਫੈਸ਼ਨ ਨਹੀਂ ਸੀਗਾ, ਲੇਕਿਨ ਇੱਕ ਰੁਚੀ ਸੀਗੀ ਗੁਰਸਿੱਖ ਹੋਣ ਦੇ ਨਾਤੇ। ਅਤੇ ਪ੍ਰੋਫੈਸ਼ਨ ਜਿਹੜਾ ਮੇਰਾ ਉਹ ਟੀਚਿੰਗ ਦਾ ਸੀਗਾ ਅਤੇ ਉਹ ਇੱਧਰ ਆਉਣ ਦਾ ਕਰਕੇ ਪਰ ਮੈਂ ਮਾਣ ਮਹਿਸੂਸ ਕੀਤਾ। ਕਈ ਵਾਰੀ ਸਾਡੇ ਟਰੈਂਡ ਬਣਿਆ ਹੋਇਆ ਵੀ ਗ੍ਰੰਥੀ ਦੀ ਜਾਂ ਗ੍ਰੰਥੀ ਦੀ ਪੋਸਟ ਨੂੰ ਜਾਂ ਗ੍ਰੰਥੀ ਸਾਹਿਬ ਅਸੀਂ ਕਰਦੇ ਤਾਂ ਬੇਸ਼ੱਕ ਕਹਿੰਦੇ ਤਾਂ ਹੈਗੇ ਸਤਿਕਾਰ ਕਰਦੇ ਹਾਂ, ਪਰ ਸਾਡਾ ਜਿਹੜਾ ਵਰਤਾਓ ਹੁੰਦਾ ਆ ਆਮ ਸੰਗਤ ਦਾ ਉਹ ਇੱਕ ਵੱਖਰੀ ਨਜ਼ਰੀਏ ਦੇ ਨਾਲ ਹੁੰਦਾ ਆ। ਅਤੇ ਉਸ ਗੱਲੋਂ ਮੈਨੂੰ ਸਾਰੀਆਂ ਸੰਗਤਾਂ ਵੱਲੋਂ ਸਾਰਿਆਂ ਵੱਲੋਂ ਮਾਣ ਮਹਿਸੂਸ ਹੋਇਆ ਆ। ਅਤੇ ਇਸ ਕਰਕੇ ਮੈਂ ਮਾਣ ਮਹਿਸੂਸ ਕਰਦਾ ਕਿ ਮੈਂ ਇਹ ਸਤਿਗੁਰੂ ਜੀ ਨੇ ਮੈਨੂੰ ਇਹ ਸੇਵਾ ਜਿਹੜੀ ਆ ਦਿੱਤੀ ਸੀ। ਸੋ ਭਾਈ ਸਾਹਿਬ ਜੀ ਆਪ ਜੀ ਦਾ ਧੰਨਵਾਦ। ਜਿੱਦਾਂ ਆਪ ਜੀ ਨੇ ਕਿਹਾ ਕਿ ਅਸੀਂ ਤੁਸੀਂ ਟੀਚਰ ਆ ਇੱਕ ਸਾਇੰਸ ਦੇ ਅਤੇ ਇੱਕ ਮੈਥਮੈਟਿਕਸ ਦੇ। ਜੇ ਆਪਾਂ ਵਿੱਦਿਆ ਦੇ ਤੌਰ 'ਤੇ ਦੇਖੀਏ ਤਾਂ ਦੋਨੇ ਵਿਸ਼ੇ ਜਿਹੜੇ ਆ ਬਹੁਤ ਜ਼ਿਆਦਾ ਮਹਾਨਤਾ ਰੱਖਦੇ ਬੰਦੇ ਦੀ ਨੌਲੇਜ ਵਿੱਚ। ਦੋਨੇ ਵਿਸ਼ੇ ਜਿਹੜੇ ਆ ਅਤੇ ਦੋਨੇ ਵਿਸ਼ੇ ਜਿਹੜੇ ਆ ਕੁਦਰਤ ਦਾ ਜਿਹੜਾ ਸਿਸਟਮ ਆ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਮਹਾਨਤਾ ਰੱਖਦੇ
ਇਹ ਦੋਨੇ ਵਿਸ਼ੇ ਜਿਹੜੇ ਆ, ਬਿਲਕੁਲ। ਵੈਸੇ ਪੜ੍ਹਾਈਆਂ ਤਾਂ ਹੋਰ ਵੀ ਬਹੁਤ ਤਰ੍ਹਾਂ ਹਾਂਜੀ, ਚਾਹੀਆਂ, ਹਾਂਜੀ। ਪਰ ਦੋਨੇ ਵਿਸ਼ੇ ਜਿਹੜੇ ਆ ਬਹੁਤ ਜ਼ਿਆਦਾ ਮਾਨਤਾ ਰੱਖਦੇ ਆ। ਅਤੇ ਉਹ ਗੁਰੂ ਮਹਾਰਾਜ ਨੇ ਤੁਹਾਡੇ ਕੋਲ ਸੇਵਾ ਲੈਣੀ ਸੀ ਅਤੇ ਤੁਹਾਨੂੰ ਇੰਗਲੈਂਡ ਦੇ ਵਿੱਚ ਲੈ ਆਂਦਾ, ਅਤੇ ਤੁਸੀਂ ਜਿੱਦਾਂ ਮੈਂ ਪਹਿਲੋਂ ਗੱਲ ਕੀਤੀ ਆ ਕਿ ਜਿਹੜੇ ਤੁਹਾਡੇ ਜਵਾਬ ਹੁੰਦੇ ਆ ਜਾਂ ਸਵਾਲਾਂ ਦੇ ਜਵਾਬ ਤੁਸੀਂ ਦਿੰਦੇ ਹੋ ਬਹੁਤ ਸੁਲਝੇ ਹੁੰਦੇ ਆ। ਠੀਕ ਆ, ਤੁਸੀਂ ਆਪਣੇ ਤੌਰ 'ਤੇ ਕਹਿ ਰਹੇ ਕਿ ਤੁਹਾਨੂੰ ਮਹਿਸੂਸ ਨਹੀਂ ਹੋ ਰਿਹਾ, ਪਰ ਜਿਹੜੇ ਸਰੋਤੇ ਆ, ਜੋ ਸੁਣਨ ਵਾਲੇ ਆ, ਉਹ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਉਹਨਾਂ ਸਵਾਲਾਂ ਨੂੰ ਸੁਣਦੇ ਆ, ਕਿਉਂਕਿ ਬਹੁਤ ਸਾਰੀਆਂ ਉਲਝਣਾਂ ਪੰਥ ਵਿੱਚ, ਕੌਮ ਵਿੱਚ ਪਈਆਂ ਆ, ਉਹੀ ਜਿਹੜੀਆਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਵਿੱਚ ਪਈਆਂ ਸੀਗੀਆਂ ਕਿ ਸਮੇਂ ਦਾ ਜਿਹੜਾ ਬ੍ਰਾਹਮਣ ਸੀਗਾ, ਜਿਹੜਾ ਵਿੱਦਿਆ ਪ੍ਰਾਪਤ ਕਰਦਾ ਸੀ, ਜਿਹੜਾ ਗਿਆਨ ਪ੍ਰਾਪਤ ਕਰਦਾ ਸੀ, ਜਦੋਂ ਉਹ ਵੰਡਦਾ ਸੀਗਾ ਫਿਰ ਉਹ ਆਪਣੇ ਢਿੱਡ ਭਰਨ ਲਈ, ਆਪਣਾ ਪਰਿਵਾਰ ਪਾਲਣ ਲਈ ਕਰਦਾ, ਅਤੇ ਦੂਸਰਿਆਂ ਨੂੰ ਬੜੇ ਵਹਿਮਾਂ ਦੇ ਵਿੱਚ, ਚੱਕਰਾਂ ਦੇ ਵਿੱਚ ਪਾ ਕੇ ਅਤੇ ਉਲਝਾਇਆ ਹੋਇਆ ਸੀਗਾ। ਅਤੇ ਇਹ ਕੰਮ ਜਿਹੜੇ ਮੌਲਵੀ ਕਰਦੇ ਪਏ ਸੀਗੇ। ਬਿਲਕੁਲ। ਅਤੇ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਆ ਕੇ ਇੱਕ ਸਿੱਖ ਧਰਮ ਨੂੰ, ਨਿਵੇਕਲਾ ਜਿਹੜਾ ਧਰਮ ਆ, ਬਹੁਤ ਸਰਲ ਅਤੇ ਸਿੱਧਾ ਜਿਹੜਾ ਉਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ। ਅਤੇ ਸਾਨੂੰ ਖੁਸ਼ੀ ਹੋਈ ਕਿ ਤੁਸੀਂ ਇੱਥੇ ਆਏ, ਅਤੇ ਮੈਂ ਆਪ ਜੀ ਨੂੰ ਤੂੰ ਹੀ ਤੂੰ ਦੇ ਇਸ ਪ੍ਰੋਗਰਾਮ ਦੇ ਵਿੱਚ ਥੋੜ੍ਹਾ ਜਿਹਾ ਪੁੱਛਣਾ ਚਾਹਾਂਗਾ ਕਿ ਤੁਸੀਂ, ਜੇ ਆਪਾਂ ਸਾਇੰਸ ਦੇ ਤਰੀਕੇ ਨਾਲ ਲਈਏ, ਜਿਹੜਾ ਤੁਸੀਂ ਬਹੁਤ ਸਾਰਾ ਸਟੱਡੀ ਕੀਤੀ ਹੈ, ਅਤੇ ਉਹਨੂੰ ਅਸੀਂ ਜੋ ਅਕਾਲ ਪੁਰਖ ਵਾਹਿਗੁਰੂ ਦਾ ਇਹ ਸਾਰਾ ਦਾ ਸਾਰਾ ਸ੍ਰਿਸ਼ਟੀ ਬਣਾਈ ਆ, ਉਹਦੀ ਸ੍ਰਿਸ਼ਟੀ ਵਿੱਚ ਉਹੀ ਆਪ ਹੀ ਵਿਚਰਦਾ ਹਰ ਪਾਸੇ, ਜਿੱਧਰ ਮਰਜ਼ੀ ਦੇਖ ਲਈਏ। ਤੁਸੀਂ ਸਾਇੰਸ ਦੇ ਤਰੀਕੇ ਨਾਲ ਉਹਨੂੰ ਕਿਹੜੇ ਤਰੀਕੇ ਨਾਲ ਕੰਪੈਰੀਜ਼ਨ ਕਰਦੇ ਜਾਂ ਕਿਹੜੇ ਤਰੀਕੇ ਨਾਲ ਸਾਡੇ ਜਿਹੜੇ ਸਰੋਤੇ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰੋ? ਮੈਂ ਇਸ ਚੀਜ਼ ਦੇ ਹੱਕ ਦੇ ਵਿੱਚ ਨਹੀਂ ਹੈ ਕਿ ਕਿਸੇ ਚੀਜ਼ ਦਾ ਜਿੱਦਾਂ ਗੁਰਬਾਣੀ ਦਾ ਕੰਪੈਰੀਜ਼ਨ ਕੀਤਾ ਜਾਵੇ ਸਾਇੰਸ ਦੇ ਨਾਲ, ਕਿਉਂਕਿ ਸਾਇੰਸ ਜਿਹੜੀ ਆ, ਸਾਇੰਸ ਦੀ ਖੋਜ ਅਧੂਰੀ ਆ ਅਤੇ ਗੁਰਬਾਣੀ ਪੂਰੀ ਆ। ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪੂਰੇ ਗੁਰੂ ਹਨ। ਅਤੇ ਜੇ ਇਸ ਤਰ੍ਹਾਂ ਇਨਸਾਫ ਜਿਹਾ ਨਹੀਂ ਹੋਊਗਾ, ਪਰ ਇੱਕ ਗੱਲ ਹੈ ਕਿ ਸਾਇੰਸ ਦੀਆਂ ਬਹੁਤ ਸਾਰੀਆਂ ਮੱਦਾਂ, ਬਹੁਤ ਸਾਰੇ ਆਰਟੀਕਲ ਜਿਹੜੇ ਆ, ਸਾਇੰਸ ਦੇ ਬਹੁਤ ਸਾਰੇ ਸਬਜੈਕਟ ਜਿਹੜੇ ਵਿਸ਼ੇ ਜਿਹੜੇ ਆ, ਉਹ ਗੁਰਬਾਣੀ ਦੇ ਅਕਾਰਡਿੰਗਲੀ ਹੈਗੇ ਆ। ਜਿਸ ਤਰ੍ਹਾਂ ਐਟਮ ਦੀ ਗੱਲ ਕਰਦੇ ਆ, ਅਤੇ ਸਾਇੰਸ ਨੇ ਵੀ ਇਸ ਗੱਲ ਨੂੰ ਮੰਨਿਆ ਕਿ ਹਰ ਇੱਕ ਚੀਜ਼ ਦੇ ਵਿੱਚ ਕੋਈ ਨਾ ਕੋਈ ਹਰਕਤ ਹੋ ਰਹੀ ਹੈਗੀ ਆ, ਕਿ ਐਟਮ ਦੇ ਆਲੇ ਦੁਆਲੇ ਜਿਹੜਾ ਨਿਊਟਰਨ ਅਤੇ ਆਪਣੇ ਇਲੈਕਟ੍ਰੋਨ ਜਿਹੜਾ ਕਰ ਰਿਹਾ, ਨਿਊਟਰਨ ਪ੍ਰੋਟੋਨ ਦੇ ਵਿੱਚ ਵੱਜਿਆ ਹੋਇਆ ਉਹ, ਤਾਂ ਕਹਿਣ ਤੋਂ ਭਾਵ ਆ ਕਿ ਸਾਇੰਸ ਇੱਕ ਚੀਜ਼ ਨੂੰ ਮੰਨਦੀ ਹੈ ਕੋਈ ਹਰਕਤ ਹੋ ਰਹੀ ਹੈਗੀ ਆ। ਅਤੇ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਬਾਣੀ ਦੇ ਵਿੱਚ ਇਸ ਗੱਲ ਨੂੰ ਸਪਸ਼ਟ ਕੀਤਾ ਹੋਇਆ ਹੈ ਕਿ ਉਸ ਤੋਂ ਬਿਨਾਂ ਕੁਛ ਹੈ ਹੀ ਨਹੀਂ ਹੈ। ਪਰਮੇਸ਼ਰ ਤੋਂ ਬਿਨਾਂ ਤਾਂ ਕੋਈ ਚੀਜ਼ ਹੋ ਹੀ ਨਹੀਂ ਸਕਦੀ ਹੈਗੀ ਆ। ਪਾਤਸ਼ਾਹ ਕਹਿੰਦੇ ਤੁਝ ਮੈਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਫਿਰ ਪਵਿੱਤਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਸੋ ਇਸੇ ਤਰ੍ਹਾਂ ਹੀ ਸਭੈ ਘਟ ਰਾਮ ਬੋਲੇ, ਰਾਮ ਬੋਲੇ ਰਾਮ ਬਿਨਾ ਕੋ ਬੋਲੇ ਰੇ। ਉਹ ਤੋਂ ਬਿਨਾਂ ਕੋਈ ਚੀਜ਼ ਹੈ ਹੀ ਨਹੀਂ। ਸਾਇੰਸ ਵੀ ਇਸ ਚੀਜ਼ ਨੂੰ ਮੰਨਦੀ ਹੈ ਕਿ ਇੱਕ ਹਰਕਤ ਜਿਹੜੀ ਹੋ ਰਹੀ ਹੈ। ਇਆਂ ਥਾਵਾਂ 'ਤੇ ਆਪਾਂ ਵਿਚਾਰ ਕਰਦੇ ਹੁੰਦੇ ਹਾਂ ਕਿ ਵਿਗਿਆਨਕ ਤੌਰ 'ਤੇ ਜੇ ਲਿਆ ਜਾਵੇ ਤਾਂ ਗੁਰਬਾਣੀ ਜਿਹੜੀ ਵਿਗਿਆਨ ਆ ਉਹ ਗੁਰਬਾਣੀ ਦੇ ਪਿੱਛੇ ਪਿੱਛੇ ਜਾ ਰਹੀ ਹੈ। ਜਿਹੜੀ ਖੋਜ ਹੋ ਰਹੀ ਹੈ ਨਾ ਉਹਦੇ ਆਧਾਰ 'ਤੇ ਹੋ ਰਹੀ ਹੈਗੀ। ਪਰ ਬਦਕਿਸਮਤੀ ਹੈ ਸਾਡੀ ਕਿ ਜਿਹੜੇ ਸਾਇੰਸ ਵਾਲੇ ਜਾਂ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਲੋਕ ਆ, ਹਾਂਜੀ, ਉਹ ਆਪਣੇ ਆਪ ਨੂੰ ਗੁਰਬਾਣੀ ਤੋਂ ਜ਼ਿਆਦਾ ਸੁਪੀਰੀਅਰ ਦੱਸਦੇ ਆ। ਦੇਖੋ ਇਹ ਇੱਕ ਰਹਿਣਾ ਹੀ ਆ, ਜਿਹੜੀ ਜਿਸ ਕਰਕੇ ਮੈਂ ਆਪ ਜੀ ਨੂੰ ਸਵਾਲ ਕੀਤਾ। ਜਿਹੜੀ ਮੇਨ ਚੀਜ਼ ਆ ਨਾ, ਸਾਡਾ ਵੀ ਜਿਹੜਾ ਵਿਛੋੜਾ ਆ ਵਾਹਿਗੁਰੂ ਜੀ ਦੇ ਨਾਲੋਂ, ਸਾਡਾ ਵੀ ਵਿਛੋੜਾ ਇਸੇ ਕਰਕੇ ਹੀ ਆ। ਸਾਡਾ ਵੀ ਵਿਛੋੜਾ ਇਹ ਆ ਕਿ ਆਪਣੀ ਹਉਮੈ, ਆਪਣੀ ਹੋਂਦ ਨੂੰ ਪ੍ਰਗਟਾਉਣਾ, ਇਹ ਸਾਡਾ ਇੱਕ ਵਿਛੋੜਾ ਆ। ਜਿਹੜਾ ਅਸੀਂ ਵਾਹਿਗੁਰੂ ਜੀ ਦੇ ਨਾਲੋਂ ਟੁੱਟੇ ਹਾਂ, ਇਹਦਾ ਕਾਰਨ ਵੀ ਇਹੀ ਆ। ਉਹਦਾ ਕਾਰਨ ਇਹ ਆ ਕਿ ਇਹ ਦੋ ਚੀਜ਼ਾਂ ਜਿਹੜੀਆਂ ਇਹ ਚੱਲੀ ਜਾਣੀਆਂ ਹੈਗੀਆਂ। ਪਰ ਕਿਤੇ ਵੀ ਸਾਇੰਸ ਗੁਰੂ ਗ੍ਰੰਥ ਸਾਹਿਬ ਜੀ, ਹਾਂ ਦੂਸਰੇ ਧਾਰਮਿਕ ਗ੍ਰੰਥ ਸਾਰਿਆਂ ਦਾ ਸਤਿਕਾਰ ਆ, ਉਹਨਾਂ ਵਿੱਚ ਕਿਤੇ ਸਾਇੰਸ ਚੈਲੰਜ ਕਰ ਸਕਦੀ ਹੈ। ਅਜੇ ਤੱਕ ਸਾਇੰਸ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੈਲੰਜ ਨਹੀਂ ਕੀਤਾ ਕਿਤੇ। ਕੋਈ ਵੀ ਵਿਗਿਆਨੀ ਨੇ, ਕਿਸੇ ਵੀ ਵਿਗਿਆਨੀ ਇਹ ਗੱਲ ਨਹੀਂ ਕਹੀ ਹੈ ਕਿ ਆਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆ ਨਹੀਂ ਹੈ। ਪਰ ਇਸ ਤੋਂ ਪਹਿਲਾਂ ਹੋ ਚੁੱਕੀਆਂ ਹੈਗੀਆਂ ਆ, ਕਿਉਂਕਿ ਸਤਿਗੁਰੂ ਜੀ ਨੇ ਤਾਂ ਪਹਿਲਾਂ ਹੀ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ, ਕਿੰਨੇ ਯੂਨੀਵਰਸਸ ਨੂੰ ਪਹਿਲਾਂ ਹੀ ਦੱਸ ਦਿੱਤਾ ਹੈਗਾ ਵੀ ਕਿੱਥੋਂ ਤੱਕ ਹੈਗਾ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੂਰਜ ਨੂੰ ਮੁੱਖ ਲਿਆ ਗਿਆ, ਜਿੰਨੀ ਵੀ ਬ੍ਰਹਿਮੰਡ ਆ ਉਹਦੇ ਵਿੱਚੋਂ। ਇਸੇ ਤਰ੍ਹਾਂ ਹੀ ਸਾਇੰਸ ਆ, ਸਾਇੰਸ ਵੀ ਸੂਰਜ ਨੂੰ ਮੁੱਖ ਮੰਨ ਰਹੀ ਹੈਗੀ ਆ। ਸੋ ਕਹਿਣ ਤੋਂ ਭਾਵ ਆ ਕਿ ਹੁਣ ਤਾਂ ਇਹ ਵੀ ਪਤਾ ਲੱਗਿਆ, ਮੈਂ ਇਸ ਦੇ ਬਾਰੇ ਯਕੀਨੀ ਤੌਰ 'ਤੇ ਨਹੀਂ ਕਹਿ ਸਕਦਾ,
ਪਰ ਇਹਦੇ ਬਾਰੇ ਮੈਨੂੰ ਇਹ ਪਤਾ ਲੱਗਿਆ ਆ, ਮੈਂ ਕੁਝ ਆਰਟੀਕਲ ਪੜ੍ਹੇ ਆ, ਖੋਜ ਦੀ ਲੋੜ ਹੈ ਕਿ ਵਿਗਿਆਨੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੀ ਟਰਾਂਸਲੇਸ਼ਨ ਕੀਤੀ ਹੋਈ ਇੰਗਲਿਸ਼ ਦੇ ਵਿੱਚ, ਉਹ ਵੀ ਵਿਗਿਆਨੀਆਂ ਨੇ ਜਿੱਥੇ ਉਹਨਾਂ ਦਾ ਰਿਸਰਚ ਸੈਂਟਰ ਆ ਅਮਰੀਕਾ ਦਾ, ਉਹਦੇ ਵਿੱਚ ਉਹਨਾਂ ਨੇ ਉਹ ਰੱਖਿਆ ਹੋਇਆ ਆ ਤੇ ਉਹਦੇ ਤੋਂ ਸੇਧ ਲੈਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਜੇ ਮੈਂ ਸਿਰਫ ਆਰਟੀਕਲ ਪੜ੍ਹੇ ਆ ਜਿਨ੍ਹਾਂ ਦੇ ਸੰਬੰਧ ਦੇ ਵਿੱਚ ਮੈਨੂੰ ਮਿਲਿਆ ਹੈਗਾ। ਦੂਸਰੀ ਰਹੀ ਗੱਲ, ਪਰਮੇਸ਼ਰ ਦੇ ਸਤਿਗੁਰੂ ਨੇ ਸੱਚੇ ਪਾਤਸ਼ਾਹ ਨੇ ਆਣ ਕੇ ਸਿੱਖ ਧਰਮ ਦੇ ਵਿੱਚ ਜਿਹੜਾ ਕਨਸੈਪਟ ਆਫ ਗੋਡ ਆ, ਵਾਹਿਗੁਰੂ ਜੀ ਦੇ ਸੰਬੰਧ ਦੇ ਵਿੱਚ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਪਸ਼ਟ ਕੀਤਾ ਆ ਐਨ ਸਪਸ਼ਟਤਾ ਦੇ ਨਾਲ ਕਿ ਇੱਕ ਓਂਕਾਰ ਪਰਮੇਸ਼ਰ ਇੱਕੋ ਹੀ ਹੈ ਤੇ ਸਾਰੇ ਥਾਵਾਂ 'ਚ ਰਮਿਆ ਹੋਇਆ ਆ। ਹੋ ਸਕਦਾ ਆ ਕਿਸੇ ਹੋਰ ਸਤਿਕਾਰਯੋਗ ਧਰਮ ਦੇ ਵਿੱਚ ਇਹ ਗੱਲ ਕਹੀ ਹੋਵੇ ਕਿ ਨਹੀਂ ਪਰਮੇਸ਼ਰ ਦੀ ਜਿਹੜੀ ਹੋਂਦ ਆ ਸਾਡੇ ਵਿੱਚ ਨਹੀਂ ਆ ਸਕਦੀ, ਜਾਂ ਪਰਮੇਸ਼ਰ ਦੀ ਹੋਂਦ ਜਿਹੜੀ ਆ ਨੌਨ ਲਿਵਿੰਗ 'ਚ ਨਹੀਂ ਆ ਸਕਦੀ, ਪਰ ਗੁਰਬਾਣੀ ਦੇ ਅਨੁਸਾਰ ਵਾਹਿਗੁਰੂ ਹਰ ਇੱਕ ਜਗ੍ਹਾ ਤੇ ਹੈ, ਉਹ ਤੋਂ ਬਿਨਾਂ ਕੁਝ ਹੋ ਹੀ ਨਹੀਂ ਸਕਦਾ ਹੈਗਾ। ਜਾ ਕੈ ਵਸ ਖਾਲ ਸੁਲਤਾਨ, ਜਾ ਕੈ ਵਸ ਹੈ ਸਗਲ ਜਹਾਨ, ਜਾ ਕਾ ਕੀਆ ਸਭ ਕੁਛ ਵਿੱਚ ਤਿਸ ਤੇ ਬਾਹਰ ਨਹੀਂ ਕੋਈ, ਉਹ ਤੋਂ ਬਿਨਾਂ ਕੋਈ ਚੀਜ਼ ਹੈ ਹੀ ਨਹੀਂ ਹੈ, ਉਹ ਤੋਂ ਬਿਨਾਂ ਕੁਛ ਚੀਜ਼ ਹੋ ਹੀ ਨਹੀਂ ਸਕਦੀ। ਤੇ ਸਾਇੰਸ ਵੀ ਇੱਕ ਚੀਜ਼ ਮੰਨ ਰਹੀ ਹੈ ਕਿ ਕੁਛ ਨਾ ਕੁਛ ਹਰਕਤ ਜਿਹੜੀ ਆ ਉਹ ਹੋ ਰਹੀ ਹੈਗੀ ਆ। ਸੋ ਇਹ ਹੈਗੀ ਆ ਸਿਰਫ ਕਿਸੇ ਚੀਜ਼ ਨੂੰ ਦਰਸਾਉਣ ਦੇ ਲਈ। ਹੁਣੇ ਹੀ ਆਪਾਂ ਪੜ੍ਹ ਕੇ ਹਟੇ ਆ ਪਾਵਨ ਤੁਕ ਸੂਤ ਏਕ ਮਨ ਸਤ ਸਹੰਸ ਜੈਸੇ ਓਤ ਬੋਤ ਪ੍ਰਭ ਸੋਈ। ਤੇ ਮੈਂ ਇੱਕ ਵਾਰੀ ਕਿਸੇ ਗੁਰਮੁਖ ਪਿਆਰਿਆਂ ਤੋਂ ਸੁਣਿਆ ਤੇ ਉਹਨਾਂ ਨੇ ਦੱਸਿਆ ਕਿ ਇੱਕ ਸਾਧੂ ਜਿਹੜਾ ਸੀ ਉਹ ਬੱਸ ਦੇ ਵਿੱਚ ਬੈਠ ਕੇ ਜਾ ਰਿਹਾ ਸੀ। ਉਸੇ ਬੱਸ ਦੇ ਵਿੱਚ ਨੌਜਵਾਨ ਬੱਚੇ ਜਿਹੜੇ ਯੂਨੀਵਰਸਿਟੀ ਵਾਲੇ ਆ ਉਹ ਚੱਲੇ ਸੀਗੇ ਕਿਤੇ ਬਾਹਰ। ਉਹਨਾਂ ਨੇ ਦੇਖਿਆ ਵੀ ਸਾਧੂ ਦੇ ਕੱਪੜੇ ਪਾਏ ਹੋਏ ਆ, ਕਿਉਂਕਿ ਨੌਜਵਾਨ ਬੱਚਿਆਂ ਦਾ ਸਾਇੰਸ ਵਾਲਾ ਹਿਸਾਬ ਕਿਤਾਬ ਆ। ਉਹਨਾਂ ਨੇ ਜਾ ਕੇ ਸਾਧੂ ਨੂੰ ਮਜ਼ਾਕ ਕੀਤਾ ਵੀ ਤੁਸੀਂ ਇਸ ਤਰ੍ਹਾਂ ਦੇ ਕੱਪੜੇ ਪਾਏ, ਮਜ਼ਾਕ ਜਿਹੜਾ ਸਤਿਕਾਰ ਵਾਲਾ ਸੀ, ਵੀ ਤੁਸੀਂ ਕਿਹਾ ਸਾਧੂ ਜੀ ਤੁਸੀਂ ਕੱਪੜੇ ਤਾਂ ਪਾਏ ਹੋਏ ਆ ਸਾਧੂਆਂ ਵਾਲੇ, ਪਰ ਤੁਸੀਂ ਰੱਬ ਨੂੰ ਮੰਨਦੇ ਹੋ? ਉਹ ਕਹਿੰਦੇ ਆ ਤੁਸੀਂ ਰੱਬ ਨੂੰ ਦਿਖਾ ਸਕਦੇ ਹੋ? ਤੇ ਉਹ ਕਹਿੰਦੇ ਬੇਟੇ ਤੁਸੀਂ ਜਿਹੜਾ ਕੰਮ ਕਰ ਰਹੇ ਆ ਕਰੀ ਚੱਲੋ। ਨਹੀਂ, ਕਹਿੰਦੇ ਅਸੀਂ ਤੁਹਾਡੇ ਤੋਂ ਦੇਖਣਾ ਚਾਹੁੰਦੇ ਹਾਂ ਵੀ ਸਾਨੂੰ ਤੁਸੀਂ ਰੱਬ ਨੂੰ ਦਿਖਾਓ। ਤੇ ਉਹ ਫਿਰ ਕਹਿੰਦੇ ਆ ਵੀ ਠੀਕ ਆ, ਮੈਂ ਇਸ ਤਰ੍ਹਾਂ ਕਰਦਾ ਆ ਵੀ ਤੁਸੀਂ ਜਦੋਂ ਰੁਕੀ ਬੱਸ ਆਪਾਂ ਉਦੋਂ ਗੱਲਬਾਤ ਕਰਾਂਗੇ। ਉੱਥੇ ਬੱਸ ਰੁਕੀ ਤੇ ਉਹ ਆ ਕੇ ਉਹਨਾਂ ਸਾਰੇ ਬੁਲਾ ਲੈਣ ਲੱਗ ਗਏ। ਸਾਧੂ ਨੇ ਆਪਣੀ ਜੇਬ ਦੇ ਵਿੱਚੋਂ ਜਿਹੜੀ ਮਾਲਾ ਸੀ ਉਹ ਕੱਢੀ, ਮਾਲਾ ਕੱਢ ਕੇ ਤੇ ਸਾਧੂ ਉਹਨਾਂ ਬੱਚਿਆਂ ਨੂੰ ਕਹਿ ਰਿਹਾ ਵੀ ਦੇਖੋ ਇੱਧਰ ਵੀ ਆਹ ਕੀ ਹੈਗਾ ਆ। ਕਹਿੰਦੇ ਜੀ ਮਾਲਾ ਆ। ਕਹਿੰਦੇ ਠੀਕ ਆ ਮਾਲਾ। ਕਹਿੰਦੇ ਦੁਬਾਰਾ ਮੈਨੂੰ ਦੱਸੋ ਵੀ ਸਾਰੇ ਜਾਣੇ ਕੱਲੇ ਕੱਲੇ ਨੂੰ ਪੁੱਛ ਲਿਆ ਜਿੰਨੇ ਸੀਗੇ। ਬਾਅਦ ਚੋਂ ਸਾਧੂ ਨੇ ਉਹ ਜਿਹੜਾ ਮਾਲਾ ਦਾ ਧਾਗਾ ਸੀ ਉਹ ਤੋੜ ਦਿੱਤਾ, ਤੋੜ ਕੇ ਧਾਗੇ ਨੂੰ ਇੱਕ ਸਿਰੇ ਤੋਂ ਫੜ ਲਿਆ, ਦੂਜੇ ਜਿਹੜੇ ਸਾਰੇ ਮਣਕੇ ਸੀਗੇ ਉਹ ਖਿਲਰ ਗਏ, ਡਿੱਗ ਪਏ। ਸਾਧੂ ਪੁੱਛਦਾ ਕਹਿੰਦਾ ਆਹ ਕੀ ਆ? ਉਹ ਕਹਿੰਦੇ ਇਹ ਧਾਗਾ ਆ। ਕਹਿੰਦੇ ਤੁਸੀਂ ਪਹਿਲਾਂ ਤਾਂ ਦੱਸਿਆ ਨਹੀਂ ਹੈ, ਤੁਸੀਂ ਤਾਂ ਕਹਿੰਦੇ ਰਹੇ ਮਾਲਾ ਆ। ਕਹਿੰਦੇ ਜੀ ਮਾਲਾ ਹੀ ਸੀਗੀ, ਪਰ ਹੁਣ ਧਾਗੇ ਕਹਿੰਦੇ ਕਿੱਦਾਂ ਹੋ ਸਕਦੀ ਹੈ, ਮਾਲਾ ਦੀ ਹੋਂਦ ਕਿੱਦਾਂ ਹੋਈ? ਕਹਿੰਦੇ ਧਾਗੇ ਨਾਲ। ਫਿਰ ਕਹਿੰਦੇ ਧਾਗਾ ਕਿਉਂ ਨਹੀਂ ਦੱਸਿਆ? ਧਾਗਾ ਕਿਉਂ ਨਹੀਂ ਦੱਸਿਆ? ਤੁਸੀਂ ਮਾਲਾ ਦੱਸ ਰਹੇ, ਧਾਗਾ ਕਿਉਂ ਨਹੀਂ ਦੱਸਿਆ? ਮੇਨ ਚੀਜ਼ ਤਾਂ ਧਾਗਾ ਆ, ਹੋਂਦ ਤਾਂ ਧਾਗੇ ਦੇ ਨਾਲ ਹੋਈ ਹੈ। ਇਸੇ ਤਰ੍ਹਾਂ ਹੀ ਫਿਰ ਉਹਨੇ ਸਮਝਾਇਆ ਕਿ ਪਰਮੇਸ਼ਰ ਜਿਹੜਾ ਆ, ਮੈਂ ਪਾਵਨ ਤੁਕਾਂ ਤੋਂ ਸਭ ਨਾ ਸਪਸ਼ਟ ਹੁੰਦਾ ਸੀ ਵੀ ਇਹ ਜਿਹੜਾ ਪਰਮੇਸ਼ਰ ਦੀ ਜਿਹੜੀ ਹੋਂਦ ਆ ਇਹ ਇਸ ਚੀਜ਼ ਦੇ ਨਾਲ ਬੱਝੀ ਹੋਈ ਆ, ਓਤ ਪੋਤ ਧਾਗੇ ਦੇ ਨਾਲ ਬੱਝੀ ਹੋਈ ਆ, ਸਾਰਿਆਂ ਦੇ ਵਿੱਚ ਉਹ ਰਮਿਆ ਹੋਇਆ ਆ, ਸਾਰਿਆਂ ਦੇ ਵਿੱਚ ਰਮਿਆ ਹੋਇਆ ਪਰਮੇਸ਼ਰ। ਹੁਣ ਇਸੇ ਤਰ੍ਹਾਂ ਹੀ ਮੇਰਾ ਇੱਕ ਦੋਸਤ ਸੀ, ਉਹ ਥੋੜ੍ਹਾ ਚਿਰ ਦੇ ਲਈ, ਹੁਣ ਤਾਂ ਬਹੁਤ ਸ਼ਰਧਾ ਰੱਖਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਹਾਲੇ ਅੰਮ੍ਰਿਤ ਤਾਂ ਨਹੀਂ ਛਕਿਆ। ਮੇਰਾ ਦੋਸਤ ਸੀ ਤੇ ਉਹਨੇ ਸਵਾਲ ਕਰ ਦਿੱਤਾ, ਕਹਿੰਦਾ ਵੀ ਤੁਸੀਂ ਰੱਬ ਨੂੰ ਦਿਖਾਓ, ਕਿਉਂਕਿ ਸਾਇੰਸ ਇਸ ਗੱਲ ਨੂੰ ਕਹਿੰਦੀ ਨਾ। ਅੱਜ ਕੱਲ੍ਹ ਦਾ ਸਿਸਟਮ ਇਹ ਹੋ ਗਿਆ, ਵੈਸੇ ਤਾਂ ਸ਼ੁਰੂ ਤੋਂ ਹੀ ਆ, ਹਰ ਬੰਦਾ ਚਾਹੁੰਦਾ ਵੀ ਰੱਬ ਨੂੰ ਵੀ ਘੜੀ ਵਾਂਗੂ ਜਾਂ ਚਮਚੇ ਵਾਂਗੂ ਜਾਂ ਗਲਾਸ ਵਾਂਗੂ ਉਹਦੇ ਸਾਹਮਣੇ ਲਿਆ ਕੇ ਰੱਖ ਸਾਨੂੰ ਦਿਖਾਇਆ ਜਾਵੇ। ਨਹੀਂ, ਸਾਇੰਸ ਇਸ ਗੱਲ ਨੂੰ ਮੰਨਦੀ ਆ। ਸਾਇੰਸ ਕਹਿੰਦੀ ਆ ਕਿ ਲੌਜਿਕ ਚਾਹੀਦਾ, ਸਾਇੰਸ ਕਹਿੰਦੀ ਸਾਨੂੰ ਪ੍ਰੂਫ ਚਾਹੀਦਾ, ਹੈ ਨਾ। ਤੇ ਉਹਨੇ ਮੇਰੇ ਕੋਲ ਸਵਾਲ ਕਰ ਦਿੱਤਾ, ਕਹਿੰਦਾ ਵੀ ਤੂੰ ਕਿਸ ਪਾਸੇ ਚਲੇ ਗਿਆ? ਮੈਂ ਕਿਹਾ ਕੀ ਗੱਲ ਹੋਈ? ਕਹਿੰਦਾ ਵੀ ਰੱਬ ਤਾਂ ਕਿਸੇ ਨੇ ਦੇਖਿਆ ਹੀ ਨਹੀਂ ਹੈ, ਰੱਬ ਤਾਂ ਹੈ ਹੀ ਨਹੀਂ ਹੈ। ਤਾਂ ਮੈਨੂੰ ਯਾਦ ਆ, ਮੈਂ ਉਹਨੂੰ ਫਿਰ ਗੱਲ ਕਹੀ, ਮੈਂ ਕਿਹਾ ਵੀ ਮੈਨੂੰ ਪਾਵਨ ਤੁਕਾਂ ਯਾਦ ਆ ਵੀ ਗੁਰਬਾਣੀ ਵੀ ਇਹ ਗੱਲ ਕਹਿੰਦੀ ਆ। ਕਹਿੰਦਾ ਕੀ ਕਹਿੰਦੀ ਆ? ਮੈਂ ਕਿਹਾ ਪਾਤਸ਼ਾਹ ਕਹਿੰਦੇ ਆ ਸੋ ਹਰ ਪੁਰਖਿਆ ਗਮ ਹੈ ਕੋ ਕਿਤਬਿਤ ਪਾਈ ਹੈ, ਤਿਸ ਰੂਪ ਨਾ ਰੇਖ ਅਦ੍ਰਿਸ਼ਟ ਕਹੋ ਜਨ ਕਿਉਂ ਤੇ ਆਈ ਹੈ, ਵੀ ਉਹਦਾ ਕੋਈ ਰੂਪ ਨਹੀਂ ਹੈ। ਮੈਂ ਕਿਹਾ 10ਵੇਂ ਪਾਤਸ਼ਾਹ ਕਹਿ ਰਿਹਾ ਚੱਕਰ ਚੇਨ ਹਰ ਬਰਨ ਜਾਤ ਅਰਬਾਤ ਨੈਂਜ, ਹੈ ਨਾ। ਤੇ ਮੈਂ ਕਿਹਾ ਵੀ ਫੇਰ ਕਹਿੰਦਾ ਵੀ ਜਾਂ ਹੈ ਨਹੀਂ ਫਿਰ ਤੁਸੀਂ ਮੰਨਦੇ ਕਿਉਂ ਆ, ਜਾਂ ਕਹਿੰਦੇ ਦਿਖਾਓ। ਤੇ ਉਹਨੇ ਉਦਾਹਰਨ ਦੇ ਕੇ ਤਰਕਸ਼ੀਲ ਵਾਲੇ ਕਹਿੰਦੇ ਉਦੋਂ 1 ਲੱਖ ਰੁਪਈਆ ਸੀ, ਕਹਿੰਦੇ ਤਰਕਸ਼ੀਲ ਸੁਸਾਇਟੀ ਵਾਲੇ ਕਹਿ ਰਹੇ ਆ ਕਿ 1 ਲੱਖ ਰੁਪਈਆ ਅਸੀਂ ਦੇਵਾਂਗੇ ਜੇ ਤੁਸੀਂ ਰੱਬ ਨੂੰ ਦਿਖਾ ਦਿਓ। ਮੈਂ ਕਿਹਾ ਵੀ ਚਲੋ ਮੈਨੂੰ 1 ਲੱਖ ਦਾ ਤਾਂ ਇੰਨੀ ਨਹੀਂ ਹੈ,
ਪਰ ਮੈਂ ਕਿਹਾ ਹੁਣ ਆਪਾਂ ਵਿਚਾਰ ਕਰਦੇ ਹਾਂ, ਤਾਂ ਮੈਂ ਵਿਚਾਰ ਆਪਾਂ ਕਿਉਂਕਿ ਸਾਇੰਸ ਪੜ੍ਹਾਉਂਦਾ ਸੀ ਮੈਂ, ਤੇ ਮੈਂ ਕਿਹਾ ਵੀ ਤੂੰ ਵੀ ਥੋੜਾ ਚਿਰ ਪੜ੍ਹਿਆ ਮੇਰੇ ਨਾਲ, ਇਕੱਠੇ ਪੜ੍ਹੇ ਹਾਂ, ਤੇ ਆਪਾਂ ਵਿਚਾਰ ਹੀ ਇਸੇ ਆਧਾਰ ਤੇ ਕਰਦੇ ਹਾਂ। ਬਿਲਕੁਲ ਬਿਲਕੁਲ, ਬਹੁਤ ਵੱਡਾ ਵਿਸ਼ਾ। ਹਾਂਜੀ, ਸਾਡਾ ਇੱਕ ਟੀਚਰ ਹੁੰਦਾ ਸੀ, ਉਹਨਾਂ ਦਾ ਨਾਮ ਸੀ ਸਰਦਾਰ ਦਲਜੀਤ ਸਿੰਘ। ਅੱਛਾ। ਅਸੀਂ ਜਦੋਂ 7ਵੀਂ ਜਾਂ 8ਵੀਂ ਕਲਾਸ ਦੇ ਵਿੱਚ, ਮੈਨੂੰ ਪੂਰਾ ਯਾਦ ਨਹੀਂ ਹੈ, ਤੇ ਉਹਨਾਂ ਨੇ ਸਾਨੂੰ ਜਿਹੜੀ ਗੈਸ ਬਣਾਉਣੀ ਦੱਸੀ ਵੀ ਆਕਸੀਜਨ ਕਿਵੇਂ ਬਣਨੀ ਹੈ, ਤੇ ਹਾਈਡਰੋਜਨ ਕਿਵੇਂ ਬਣਨੀ ਹੈ, ਕਾਰਬਨ ਡਾਈਆਕਸਾਈਡ ਕਿਵੇਂ ਬਣਨੀ ਹੈ। ਜਿਵੇਂ ਆਕਸੀਜਨ ਬਣਦੀ ਆ ਪੋਟਾਸ਼ੀਅਮ ਪਰਮੈਂਗਨੇਟ ਨੂੰ, ਜਿਹਨੂੰ ਲਾਲ ਦਵਾਈ ਕਹਿੰਦੇ ਆ, ਉਹਨੂੰ ਗਰਮ ਕਰਕੇ ਪਾਣੀ ਦੇ ਵਿਸਥਾਪਨ ਹੇਠ ਇਕੱਠਾ ਕਰਕੇ ਤੇ ਉਹ ਸਿਲੰਡਰ ਦੇ ਵਿੱਚ ਪਾਣੀ ਦੇ ਥਰੂ ਨਿਕਾਲ ਕੇ ਸਿਲੰਡਰ ਦੇ ਵਿੱਚ ਭਰੀ ਜਾਂਦੀ ਹੈ। ਇਸੇ ਤਰ੍ਹਾਂ ਹੀ ਕਾਰਬਨ ਡਾਈਆਕਸਾਈਡ ਤੇ ਹਾਈਡਰੋਜਨ ਦਾ ਸੀਗਾ, ਉਹ ਹਾਈਡਰੋਕਲੋਰਿਕ ਐਸਿਡ ਜਾਂ ਸਲਫਿਊਰਿਕ ਐਸਿਡ ਨੂੰ ਮਾਰਬਲ ਤੇ ਪਾ ਕੇ ਨਾ ਉਹ ਗੈਸ ਤਿਆਰ ਕੀਤੀ। ਉਹਨਾਂ ਨੇ ਕਰਕੇ ਸਾਨੂੰ 3 ਸਿਲੰਡਰ ਜਿਹੜੇ ਸੀਗੇ ਨਾ, ਜਿਹਨਾਂ 3 ਸਿਲੰਡਰ ਭਰ ਕੇ ਰੱਖ ਦਿੱਤੇ, ਤੇ ਸਾਰੀ ਕਲਾਸ ਨੂੰ ਕਹਿ ਰਿਹਾ ਵੀ ਦੱਸੋ ਆਕਸੀਜਨ ਕਿਹਦੇ ਵਿੱਚ ਹੈ, ਹਾਈਡਰੋਜਨ ਕਿਹਦੇ ਵਿੱਚ ਹੈ, ਤੇ ਕਾਰਬਨ ਡਾਈਆਕਸਾਈਡ ਕਿਹਦੇ ਵਿੱਚ ਹੈ। ਤੇ ਮੈਂ ਉਹਨੂੰ ਪੁੱਛਿਆ ਆਪਣੇ ਸਾਥੀ ਨੂੰ, ਮੈਂ ਕਿਹਾ ਤੁਹਾਨੂੰ ਯਾਦ ਆ? ਕਹਿੰਦਾ ਯਾਦ ਆ। ਮੈਂ ਕਿਹਾ ਫਿਰ ਆਪਾਂ ਕੀ ਕੀਤਾ ਸੀ? ਕਹਿੰਦਾ ਆਪਾਂ ਨੂੰ ਪਤਾ ਨਹੀਂ ਸੀ ਲੱਗਿਆ। ਕਹਿੰਦਾ ਫਿਰ ਆਪਾਂ ਕੀ? ਮੈਂ ਕਹਿੰਦਾ ਆਪਾਂ ਅਗਰਬੱਤੀ ਜਗਾਈ ਸੀ। ਫਿਰ ਕਹਿੰਦਾ ਅਗਰਬੱਤੀ ਲੈ ਕੇ ਕਹਿੰਦਾ ਆਪਾਂ ਗਏ ਸੀ, ਤੇ ਇੱਕ ਦੇ ਵਿੱਚ ਬਹੁਤ ਜ਼ਿਆਦਾ ਜਲਦੀ ਬਲ ਗਈ, ਇੱਕ ਦੇ ਵਿੱਚ ਉੱਦਾਂ ਅੱਗ ਲੱਗ ਗਈ, ਇੱਕ ਦੇ ਵਿੱਚ ਧਮਾਕੇ ਨਾਲ ਅੱਗ ਲੱਗ ਗਈ, ਇੱਕ ਦੇ ਵਿੱਚ ਜਾ ਕੇ ਬੁਝ ਗਈ ਉਹ। ਮੈਂ ਕਿਹਾ ਇਹੀ ਚੀਜ਼ ਆ। ਕਹਿੰਦਾ ਮੈਨੂੰ ਨਹੀਂ ਸਮਝ ਪਈ। ਮੈਂ ਕਿਹਾ ਦੇਖ, 3 ਇਨਵਿਜ਼ੀਬਲ ਆ, ਦਿਸਦੇ ਤਾਂ ਹੈ ਨਹੀਂ ਉਹ। ਹੁਣ 3 ਇਨਵਿਜ਼ੀਬਲ ਸੀਗੇ, ਤੇ ਉਹ ਗੈਸਾਂ ਉਹਦੇ ਵਿੱਚ ਸਾਨੂੰ ਪਤਾ ਨਹੀਂ ਵੀ ਕਿਹੜੇ 'ਚ ਹਾਈਡਰੋਜਨ ਆ, ਕਿਹੜੇ 'ਚ ਆਕਸੀਜਨ ਆ, ਕਿਹੜੇ 'ਚ ਕਾਰਬਨ ਡਾਈਆਕਸਾਈਡ ਆ। ਜਿਹੜੀ ਆਕਸੀਜਨ ਵਾਲਾ ਸੀ, ਜਦੋਂ ਉਹਦੇ 'ਚ ਲੈ ਕੇ ਗਏ ਆ ਤੇ ਉਹ ਅਗਰਬੱਤੀ ਬਲ ਗਈ। ਜਦੋਂ ਕਾਰਬਨ ਡਾਈਆਕਸਾਈਡ ਵਾਲੇ 'ਚ ਲੈ ਕੇ ਗਏ ਆ ਤੇ ਉਹ ਬੁਝ ਗਈ। ਜਦੋਂ ਹਾਈਡਰੋਜਨ ਵਾਲੇ 'ਚ ਲੈ ਕੇ ਗਏ ਉਹ ਧਮਾਕੇ ਨਾਲ ਬਲ ਗਈ। ਤੇ ਉਹਨੇ ਫਿਰ ਦੱਸਿਆ ਵੀ ਇਹ ਤਰੀਕਾ ਆ ਲੱਭਣ ਦਾ। ਫਿਰ ਮੈਂ ਕਿਹਾ ਉਹਨੂੰ ਹੋਰ ਵੀ ਐਕਸਪੈਰੀਮੈਂਟ ਦੱਸੇ, ਜਿਹਦਾ ਲਾਈਮ ਵਾਟਰ ਦੇ ਵਿੱਚੋਂ ਦੀ ਦੁਧੀਆ ਹੋ ਜਾਣਾ ਜਾਂ। ਮੈਂ ਕਹਿੰਦਾ ਹਾਂ, ਪਰ ਕਹਿੰਦਾ ਇਹਦੇ ਨਾਲ ਰੱਬ ਦਾ ਕੀ ਸੰਬੰਧ? ਮੈਂ ਕਿਹਾ ਇਹਦੇ ਨਾਲ ਤਾਂ ਸੰਬੰਧ ਆ। ਮੈਂ ਕਿਹਾ ਦੇਖ, ਆਕਸੀਜਨ ਬਣਾਉਣ ਲਈ, ਕਾਰਬਨ ਡਾਈਆਕਸਾਈਡ ਬਣਾਉਣ ਲਈ ਸਾਨੂੰ ਲੈਬੋਰਟਰੀ ਚਾਹੀਦੀ ਆ, ਸਾਨੂੰ ਆਪਰੇਟਰਸ ਚਾਹੀਦਾ ਆ, ਸਾਨੂੰ ਸਮਾਨ ਚਾਹੀਦਾ ਆ, ਫਿਰ ਹੀ ਅਸੀਂ ਦਰਸਾ ਸਕਾਂਗੇ ਕਿ ਪਰਮੇਸ਼ਰ ਦੀ ਹੋਂਦ। ਤੂੰ ਮੈਨੂੰ ਦੇ ਇਹ ਸਮਾਨ। ਕਹਿੰਦਾ ਲੈ ਲਾ ਜਿਹੜੇ ਚੀਜ਼ ਚਾਹੀਦਾ। ਮੈਂ ਕਿਹਾ ਦੇਖ, ਹੁਣ ਮੈਂ ਤੈਨੂੰ ਇੱਕ ਸਾਖੀ ਸੁਣਾਉਣਾ ਆ। ਉਹ ਸਾਖੀ ਸੀਗੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਦਸਤਗੀਰ ਦੇ ਕੋਲ ਗਏ ਆ। ਸੱਚੇ ਪਾਤਸ਼ਾਹ ਜਿੱਥੇ ਵੀ ਗਏ ਆ ਨਾ, ਦਲੀਲ ਗੱਲ ਕੀਤੀ ਇਹਨਾਂ ਨੇ। ਮੈਂ ਕਹਿੰਦਾ ਐਦਾਂ ਦਾ ਰਹਿਬਰ, ਜੇ ਅੱਜ ਸਾਰੇ ਧਾਰਮਿਕ ਜਿਹੜੇ ਸਕੋਲਰ ਆ ਨਾ, ਜੇ ਅੱਜ ਮਤਲਬ ਧਰਮ ਤੋਂ ਥੋੜਾ ਜਿਹਾ ਉੱਪਰ ਉੱਠ ਕੇ ਇਹ ਨਿਰਣਾ ਕਰਨ ਵੀ ਕਿਸ ਧਰਮ ਦੇ ਵਿੱਚ ਜ਼ਿਆਦੀ ਸਰਲਤਾ ਸਪਸ਼ਟਤਾ ਹੈ, ਤਾਂ ਮੇਰਾ ਦਾਅਵਾ ਇਸ ਚੀਜ਼ ਦਾ ਕਿ ਸਾਰੇ ਕਹਿਣਗੇ ਕਿ ਸਿੱਖ ਧਰਮ ਦੇ ਵਿੱਚ ਸਰਲਤਾ। ਮੈਂ ਨਹੀਂ ਕਹਿੰਦਾ ਵੀ ਸੁਪਰੀਮ ਹੈ, ਸੁਪਰੀਮ। ਪਰ ਮੈਂ ਇੱਥੇ ਆਪ ਜੀ ਨੂੰ ਰੋਕਦਾ, ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਅਮਰੀਕਾ ਦੀ ਜਿੱਥੇ ਸਾਇੰਸ ਦੀ ਰਿਸਰਚ ਹੁੰਦੀ ਆ, ਉੱਥੇ ਦੁਨੀਆ ਦੇ ਸਾਰੇ ਧਰਮ ਗ੍ਰੰਥ ਉੱਤੇ ਪਏ ਆ ਜੀ। ਔਰ ਆਪਣੇ ਸਿੰਘ ਉੱਥੇ ਜਾ ਕੇ ਦੇਖਿਆ ਉਹਨਾਂ ਨੇ। ਠੀਕ ਹੈ ਜੀ। ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਸ ਲੈਬੋਰਟਰੀ ਸਭ ਤੋਂ ਉਤਲੀ ਮੰਜ਼ਿਲ ਤੇ ਰੱਖਿਆ, ਤੇ ਉਹ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਕੇ ਰੱਖਿਆ, ਉਹਦੀ ਬਾਰੇ 'ਚ ਨਹੀਂ ਰੱਖਿਆ। ਤੇ ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਇੱਥੇ ਬਾਕੀ ਧਰਮਾਂ ਦੇ ਗ੍ਰੰਥ ਵੀ ਤੁਸੀਂ ਰੱਖਿਆ, ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਥੇ ਸਪੀਰੀਅਸ ਕਿਉਂ ਰੱਖਿਆ? ਉਹ ਕਹਿੰਦੇ ਸਾਨੂੰ ਇਹਦੇ ਵਿੱਚੋਂ ਬਹੁਤ ਗਿਆਨ ਲੱਭ ਰਿਹਾ, ਜਿਹਦੀ ਅਸੀਂ ਖੋਜ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਸਾਡੇ ਮਨ ਵਿੱਚ ਵੀ ਜਿਹਦੇ ਤੋਂ ਅਸੀਂ ਖੋਜ ਕਰਦੇ ਹਾਂ ਉਹਦੇ ਪ੍ਰਤੀ, ਭਾਵੇਂ ਅਸੀਂ ਗੁਰੂ ਕਰਕੇ ਨਹੀਂ ਕਰ ਰਹੇ, ਪਰ ਉਹਦੇ ਪ੍ਰਤੀ ਫਿਰ ਵੀ ਸਤਿਕਾਰ ਹੈ, ਕਿਉਂਕਿ ਉੱਥੋਂ ਅਸੀਂ ਕੁਛ ਸਾਨੂੰ ਗਿਆਨ ਪ੍ਰਾਪਤ ਹੋ ਰਿਹਾ। ਬਿਲਕੁਲ ਸਹੀ ਗੱਲ ਆ। ਤੇ ਉਹ ਜੀ ਹੁਣ ਆਪਾਂ ਕਰੀ ਸਾਇੰਸ ਦੇ ਕੋਲ ਵੀ ਲੌਜਿਕ ਆ, ਹਾਂ, ਸਿੱਖ ਧਰਮ ਦੇ ਕੋਲ ਵੀ ਲੌਜਿਕ ਆ। ਬਿਨਾਂ ਦਲੀਲ ਤੋਂ ਆਪਾਂ ਗੱਲ ਕਿਤੇ ਨਹੀਂ ਕੀਤੀ। ਗੁਰੂ ਨਾਨਕ ਗੁਰੂ ਸਾਹਿਬਾਂ ਨੇ ਦਲੀਲ ਤੋਂ ਬਿਨਾਂ ਕਿਤੇ ਗੱਲ ਨਹੀਂ ਹੋਈ। ਪੀਰ ਦਸਤਗੀਰ ਜੀ ਨੇ ਪੁੱਛਿਆ, ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਪਾਤਾਲ ਲੱਖ ਆਗਾਸ਼ ਦੀ ਗੱਲ ਕੀਤੀ ਹੈ, ਉਹ ਕਹਿੰਦੇ ਵੀ ਇਹ ਸਾਨੂੰ ਇਤਰਾਜ਼ ਆ, ਤੁਸੀਂ ਸਾਡੇ ਰਹਿਬਰ, ਸਾਨੂੰ ਤੁਹਾਡੇ 'ਤੇ ਮਾਣ ਵੀ ਆ, ਆਓ ਆਪਾਂ ਵਿਚਾਰ ਕਰਨੀ ਚਾਹੁੰਦੇ ਹਾਂ। ਗੁਰੂ ਸਾਹਿਬ ਉਹਦੇ ਦਰਬਾਰ ਦੇ ਵਿੱਚ ਗਏ। ਦਸਤਗੀਰ ਪੀਰ ਜਿਹੜਾ ਸੀ, ਉਹਦਾ ਰਾਜਿਆਂ ਵਾਲਾ ਠਾਠ-ਬਾਠ ਸੀ, ਉਹ ਰਾਜਿਆਂ ਵਾਲੀ ਕੁਰਸੀ 'ਤੇ ਬੈਠਾ ਆ। ਗੁਰੂ ਸਾਹਿਬ ਜੀ ਫਕੀਰਾਂ ਵਾਲਾ ਲਿਬਾਸ ਸੀ। ਸਤਿਗੁਰੂ ਜੀ ਬਿਲਕੁਲ ਉਹਦੇ ਸਾਹਮਣੇ ਬੈਠ ਗਏ। ਵਿਚਾਰ ਚਰਚਾ ਕਹਿੰਦੇ ਕਰ ਵੀ ਦਸਤਗੀਰ ਕੀ ਪੁੱਛਣਾ ਚਾਹੁੰਦਾ? ਦਸਤਗੀਰ ਕਹਿੰਦਾ ਜੀ ਮੇਰੇ 3 ਸਵਾਲ ਆ। 3 ਸਵਾਲ ਆ। ਪਹਿਲੀ ਇਹ ਗੱਲ ਕਿ ਪਰਮਾਤਮਾ ਤੋਂ ਪਹਿਲਾਂ ਕੀ ਸੀ। ਦੂਸਰਾ ਮੇਰਾ ਸਵਾਲ ਹੈ ਕਿ ਪਰਮਾਤਮਾ ਕਿਵੇਂ ਮਿਲਦਾ ਹੈ। ਤੀਸਰਾ ਮੇਰਾ ਸਵਾਲ ਹੈ ਕਿ ਰੱਬ ਕੀ ਕੁਝ ਕਰ ਸਕਦਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਠੀਕ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗਿਣਤੀ ਲਈ ਮੋਹਰਾਂ ਲੈ ਕੇ ਆ। ਉਹਨੇ ਮੋਹਰਾਂ ਲਿਆਂਦੀਆਂ ਤੇ ਕਹਿੰਦੇ ਪੀਰ ਜੀ ਇਹਨੂੰ ਗਿਣਨਾ ਸ਼ੁਰੂ ਕਰੋ। ਜਦੋਂ ਪੀਰ ਨੇ ਗਿਣਨੀਆਂ ਸ਼ੁਰੂ ਕੀਤੀਆਂ, ਉਹਨੇ ਆਪਣੀ ਗਿਣਤੀ ਦੇ ਵਿੱਚ, ਚਲੋ ਆਪਾਂ ਨੂੰ ਪਤਾ ਨਹੀਂ, ਗੁਰੂ ਨਾਨਕ ਪਾਤਸ਼ਾਹ ਨੇ ਤਾਂ ਉਸੇ ਭਾਸ਼ਾ 'ਚ ਗੱਲ ਕੀਤੀ ਹੋਣੀ ਹੈ। ਇਹ ਉਹ ਕਿਹਾ 1 2 3, ਜਦੋਂ ਕੀਤਾ ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ, ਤੁਸੀਂ ਦੁਬਾਰਾ ਸ਼ੁਰੂ ਕਰੋ।
ਉਹਨੇ ਫਿਰ ਦੁਬਾਰਾ ਸ਼ੁਰੂ ਕੀਤੀ, ਕਹਿੰਦੇ ਨਹੀਂ। ਜਦੋਂ ਇੱਕ ਕਿਹਾ ਨਾ ਉਹਨੇ, ਪਹਿਲਾ ਬੋਲਿਆ ਅੰਕ, ਤੇ ਗੁਰੂ ਪਾਤਸ਼ਾਹ ਕਹਿੰਦੇ ਰੁਕ ਜਾ, ਕਹਿੰਦੇ ਇੱਥੋਂ ਨਹੀਂ, ਇਸ ਤੋਂ ਪਹਿਲਾਂ ਸ਼ੁਰੂ ਕਰ। ਕਹਿੰਦੇ ਜਿਸ ਤੋਂ ਪਹਿਲਾਂ ਕਿਵੇਂ ਸ਼ੁਰੂ ਹੋ ਸਕਦੀ ਹੈ, ਗਿਣਤੀ ਤਾਂ ਇੱਕ ਤੋਂ ਹੀ ਸ਼ੁਰੂ ਹੋਣੀ ਹੈ। ਤੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਉਸ ਵਾਹਿਗੁਰੂ ਜੀ ਦੇ ਸੰਬੰਧ ਦੇ ਵਿੱਚ ਜਦੋਂ ਤੋਂ ਹੋਂਦ ਬਣੀ ਹੈ ਉਦੋਂ ਤੋਂ ਹੀ ਦੱਸਿਆ ਜਾ ਸਕਦਾ, ਉਸ ਤੋਂ ਪਹਿਲਾਂ ਕੋਈ ਗੱਲ ਨਹੀਂ। ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ, ਫਿਰ ਤਾਂ ਉਹੀ ਜਾਣਦਾ ਹੈ। ਚਲੋ ਕਹਿੰਦੇ ਤੁਸੀਂ ਦੂਸਰੇ ਸਵਾਲ ਦਾ ਜਵਾਬ ਦਿਓ ਮੇਰੇ ਦਾ, ਪਰਮਾਤਮਾ ਮਿਲਦਾ ਕਿਵੇਂ ਹੈ? ਉਹ ਕਹਿੰਦੇ ਦੁੱਧ ਲੈ ਕੇ ਆ। ਦੁੱਧ ਲਿਆਂਦਾ ਕਟੋਰੇ ਦੇ ਵਿੱਚ ਪਾ ਕੇ, ਕਹਿੰਦੇ ਪੀਰ ਜੀ ਦੇਖੋ ਦੁੱਧ ਦੇ ਵਿੱਚ ਕੀ ਹੈ? ਕਹਿੰਦੇ ਜੀ ਕੁਛ ਨਹੀਂ। ਉਹਨੇ ਪੀਰ ਨੇ ਕਹਿੰਦੇ ਦੇਖ ਲਓ, ਹੱਥ ਪਾ ਕੇ ਦੇਖ ਲਓ, ਉਂਗਲ ਪਾ ਕੇ ਦੇਖਿਆ, ਸਾਰਾ ਦੇਖਿਆ, ਦੁੱਧ ਵਿੱਚ ਹੈ ਨਹੀਂ ਕੁਛ ਵੀ। ਕਹਿੰਦੇ ਨਹੀਂ, ਦੁੱਧ ਦੇ ਵਿੱਚ ਹੈਗਾ ਪੀਰ ਜੀ। ਕਹਿੰਦੇ ਕੀ ਹੈ? ਕਹਿੰਦੇ ਦੁੱਧ ਦੇ ਵਿੱਚ ਬਟਰ ਆ, ਦੁੱਧ ਦੇ ਵਿੱਚ ਘਿਓ ਆ, ਮੱਖਣ ਆ, ਘਿਓ ਆ। ਕਹਿੰਦਾ ਜੀ ਇਹ ਤਾਂ ਸਾਰਿਆਂ ਨੂੰ ਹੀ ਪਤਾ ਆ, ਪਰ ਕਹਿੰਦੇ ਵੀ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਨਾ। ਕਹਿੰਦੇ ਫਿਰ ਕੀ ਹੋ ਸਕਦਾ? ਕਹਿੰਦੇ ਦੁੱਧ ਆ, ਦੁੱਧ ਦਾ ਪਹਿਲਾਂ ਦਹੀਂ ਬਣਾਵਾਂਗੇ, ਖਾਸ ਟੈਂਪਰੇਚਰ 'ਤੇ ਦਹੀਂ ਬਣਾਇਆ ਜਾਂਦਾ, ਫਿਰ ਉਹਨੂੰ ਰਿੜਕਿਆ ਜਾਂਦਾ, ਉਹਦਾ ਮੱਥਨ ਕੀਤਾ ਜਾਂਦਾ ਆ, ਫਿਰ ਉਹਦੇ ਵਿੱਚੋਂ ਮੱਖਣ ਕੱਢ ਕੇ ਗਰਮ ਕਰਕੇ ਘਿਓ ਕੀਤਾ ਜਾਂਦਾ ਆ। ਕਹਿੰਦੇ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ? ਕਹਿੰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਲਈ ਵੀ ਇਹੀ ਕੰਮ ਕਰਨਾ ਪੈਣਾ ਹੈ, ਆਰਾਧਨਾ ਕਰਨੀ ਪੈਣੀ, ਉਹਦੇ ਲਈ ਵੀ ਜਾਗ ਲਾਉਣਾ ਪੈਣਾ, ਉਹਦੇ ਲਈ ਵੀ ਰਿੜਕਣਾ ਪੈਣਾ ਆ, ਫਿਰ ਜਾ ਕੇ ਮੱਖਣ ਨਿਕਲਣਾ ਆ, ਮੱਖਣ ਨੂੰ ਗਰਮ ਕਰਾਂਗੇ ਫਿਰ ਘਿਓ ਮਿਲਣਾ ਹੈ। ਸੋ ਕਹਿਣ ਤੋਂ ਭਾਵ ਇੱਕ ਉਦਾਹਰਨ ਦਿੱਤੀ ਹੈ। ਸੇਮ ਮੈਂ ਆਪਣੇ ਨੌਜਵਾਨ ਸਾਥੀ ਨੂੰ ਕਿਹਾ ਵੀ ਇਹ ਉਦਾਹਰਨ ਉਹਦੇ ਨਾਲ ਮਿਲਦੀ ਹੈ ਨਾ, ਉੱਥੇ ਵੀ ਚੀਜ਼ ਚਾਹੀਦੀ ਹੈ। ਜੇ ਇਹ ਚੀਜ਼ ਮੱਖਣ ਬਣਾਉਣ ਦੇ ਲਈ, ਘਿਓ ਬਣਾਉਣ ਦੇ ਲਈ ਸਾਨੂੰ ਕਿੰਨਾ ਕੁਛ ਚਾਹੀਦਾ ਆ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ, ਦੂਧ ਕਰਮ ਫੁਨ ਸੁਰਤ ਸਮਾਨ ਹੋਏ ਨਰਾਸੇ ਜਮਾ, ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ, ਹੈ ਨਾ। ਇਹ ਮਨ ਈਟੀ ਹੱਥ ਰੋਫਨ ਪਿਉਨੋ ਨੇਤਰੋ ਨੀਂਦ ਨਾ, ਹੈ ਨਾ। ਰਸਨਾ ਨਾਮ ਜਪੈ ਤਬ ਮਥੀਐ ਇਨ ਵਿਦ ਅੰਮ੍ਰਿਤ ਪਾਵੋ। ਇਸ ਤਰ੍ਹਾਂ ਪ੍ਰਾਪਤੀ ਹੋਣੀ ਹੈ। ਜਿੰਨਾ ਚਿਰ ਅਸੀਂ ਇਹ ਚਾਹੁੰਦੇ ਹਾਂ ਕਿ ਸਾਨੂੰ ਕੋਈ ਰੈਡੀਮੇਡ ਚੀਜ਼ ਮਿਲ ਜਾਵੇ, ਬਿਲਕੁਲ, ਹੈ ਨਾ, ਤੇ ਉਹ ਇਹ ਚੀਜ਼ ਨਹੀਂ ਹੈ, ਕਰਨਾ ਕੁਛ ਨਾ ਪਵੇ। ਤੀਸਰਾ ਉਹਨੇ ਕਿਹਾ ਜੀ ਮੇਰੀ ਤਸੱਲੀ ਹੋਈ। ਕਹਿੰਦਾ ਤੀਸਰਾ ਸਵਾਲ ਦਾ ਵੀ ਜਵਾਬ ਦੇ ਦਿਓ ਤੁਸੀਂ ਵੀ ਰੱਬ ਕੀ ਕਰ ਸਕਦਾ ਹੈ? ਕਹਿੰਦੇ ਪੀਰ ਜੀ ਤੁਸੀਂ ਬਹੁਤ ਸਿਆਣੇ ਹੋ, ਸੁਲਝੇ ਹੋਏ ਹੋ, ਅਗਵਾਈ ਕਰ ਰਹੇ ਹੋ, ਤੁਹਾਨੂੰ ਇਸ ਤਰ੍ਹਾਂ ਨਹੀਂ ਮਹਿਸੂਸ ਹੁੰਦਾ ਕਿ ਮੈਂ ਤੁਹਾਡੇ ਜਵਾਬ ਦੇ ਰਿਹਾ ਉਸ ਰੱਬ ਦੇ ਨਾਂ 'ਤੇ ਮੈਂ ਥੱਲੇ ਬੈਠਾ ਹਾਂ, ਤੁਸੀਂ ਉੱਪਰ ਬੈਠ ਕੇ ਸੁਣ ਰਹੇ ਹੋ। ਸੁਣਨ ਵਾਲਾ ਜਿਹੜਾ ਉਹ ਥੱਲਾ ਸਤਿਕਾਰ ਤੇ ਬਣਦਾ ਆ ਵੀ ਸੁਣਨ ਵਾਲਾ ਨੀਵੇਂ ਥਾਂ 'ਤੇ ਬੈਠੇ। ਵੀ ਜੇ ਤੁਸੀਂ ਇਤਰਾਜ਼ ਨਹੀਂ ਤੁਹਾਨੂੰ ਤਾਂ ਮੈਂ ਤੁਹਾਡੀ ਵਾਲੀ ਜਗ੍ਹਾ 'ਤੇ ਬਹਿ ਜਾਣਾ, ਤੁਸੀਂ ਮੇਰੀ ਵਾਲੀ ਜਗ੍ਹਾ 'ਤੇ ਬੈਠੋ ਤਾਂ ਮੈਂ ਇਸ ਸਵਾਲ ਦਾ ਜਵਾਬ ਦੇ ਦਿੰਦਾ। ਕਹਿੰਦੇ ਜੀ ਨਹੀਂ, ਮੈਨੂੰ ਕੋਈ ਇਤਰਾਜ਼ ਨਹੀਂ। ਉਹ ਗੁਰੂ ਨਾਨਕ ਪਾਤਸ਼ਾਹ ਦੀ ਜਗ੍ਹਾ 'ਤੇ ਬੈਠ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਉਹਦੇ ਤਖਤ 'ਤੇ ਬੈਠ ਗਿਆ। ਗੁਰੂ ਨਾਨਕ ਪਾਤਸ਼ਾਹ ਨੇ ਬੈਠਦਿਆਂ ਸਾਰ ਅੱਖਾਂ ਮੀਟ ਲਈਆਂ। ਪੀਰ ਕਹਿੰਦੇ ਜੀ ਤੁਸੀਂ ਜਵਾਬ ਦੇਣਾ ਸੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੈਨੂੰ ਮਿਲਿਆ ਨਹੀਂ ਜਵਾਬ? ਕਹਿੰਦੇ ਜੀ ਨਹੀਂ। ਕਹਿੰਦੇ ਇਹੀ ਤਾਂ ਕਰਦਾ ਆ, ਫਕੀਰ ਨੂੰ ਪਾਤਸ਼ਾਹ ਬਣਾ ਦਿੰਦਾ ਆ ਤੇ ਪਾਤਸ਼ਾਹ ਨੂੰ ਫਕੀਰ ਬਣਾ ਦਿੰਦਾ। ਪਰਮੇਸ਼ਰ ਹੀ ਕੁਛ ਕਰਦਾ ਹੈ। ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮਿਹਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਵਾਹਿਗੁਰੂ ਜੀ ਦੀ, ਗੁਰੂ ਦੀ ਸਮਰੱਥਾ ਸੰਬੰਧੀ ਕੋਈ ਕਿੰਤੂ ਪਰੰਤੂ ਨਹੀਂ। ਉਹ ਸਭ ਕੁਛ ਕਰ ਸਕਦਾ ਹੈ, ਉਹਦੇ ਕੋਲ ਵੱਡੀ ਤਾਕਤ ਹੈ। ਸੋ ਇਹ ਕਹਿਣ ਤੋਂ ਭਾਵ ਸੀ ਕਿ ਜਿਹੜਾ ਸਾਡਾ ਭਟਕਿਆ ਹੋਇਆ ਮਨ ਆ, ਜਿਹੜੀ ਸਾਡੀ ਸਿਆਣਪ ਆ ਨਾ, ਹੁਣ ਪਾਤਸ਼ਾਹ ਸੱਜਣ ਠਾਕੁਰ ਨੂੰ ਵੀ ਤਾਂ ਇਹੀ ਗੱਲ ਕਹੇ। ਗੁਰਦੇਵ ਜੀ ਕਹਿੰਦੇ ਚਾਤਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੇ ਜਿੱਤ। ਪਾਤਸ਼ਾਹ ਕਹਿੰਦੇ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਣੀ ਪਾਓ। ਸੋ ਕਹਿਣ ਤੋਂ ਭਾਵ ਜਿਹੜੀ ਸਾਡੀ ਚਤਰਾਈ, ਜਿਹੜੀ ਸਾਡੀ ਸਿਆਣਪ ਆ ਨਾ, ਇਹ ਵਿੱਚ ਰੋੜਾ ਬਣਿਆ ਹੋਇਆ, ਇਹ ਸਾਨੂੰ ਦੂਰ ਲੈ ਕੇ ਜਾ ਰਹੀ ਆ। ਇਹਦੇ ਦੂਰੀ ਬਣ ਕੋਸ਼ਿਸ਼ ਕਰਦੇ ਹਾਂ ਲੱਭਣ ਦੀ, ਪਰ ਜਾਣੇ ਅਸੀਂ ਦੂਰ। ਜਿਹੜਾ ਸਿੱਖੀ ਸਿਧਾਂਤ ਆ ਉਹ ਇਹੀ ਗੱਲ ਕਹਿ ਰਿਹਾ ਕਿ ਆਪਣੇ ਅੰਦਰ ਨਿਮਰਤਾ ਲਿਆ, ਆਪਣੇ ਅੰਦਰ ਗਰੀਬੀ ਲਿਆ, ਆਪਣੀ ਹਉਮੈ ਨੂੰ ਤਿਆਗ ਦੇ। ਜੇ ਹਉਮੈ ਨੂੰ ਨਾ ਛੱਡਿਆ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਥਾਂ। ਦੋਨਾਂ ਨੇ ਇੱਕ ਥਾਂ 'ਤੇ ਨਹੀਂ ਬਸਣਾ ਹੈਗਾ। ਜਿਹੜੀ ਚੀਜ਼ ਕਰਨੀ ਹੈ ਉਸ ਨੂੰ ਰੱਖਣ ਦੇ ਲਈ ਦੂਸਰੀ ਚੀਜ਼ ਨੂੰ ਕੱਢਣਾ ਪੈਣਾ। ਫਰਜ਼ ਕੀਤਾ ਹੁਣ ਇੱਥੇ ਆਪਾਂ ਕੋਈ ਹੋਰ ਚੀਜ਼ ਰੱਖਣੀ ਚਾਹੁੰਦੇ ਹਾਂ ਤੇ ਸਾਨੂੰ ਇਹ ਟੇਬਲ ਪਾਸੇ ਕਰਨਾ ਪਊਗਾ, ਫਿਰ ਹੀ ਅਸੀਂ ਰੱਖ ਸਕਦੇ ਹਾਂ। ਗੁਰਦੇਵ ਜੀ ਇਹੀ ਗੱਲ ਸਾਨੂੰ ਬਾਰ-ਬਾਰ ਸਮਝਾ ਰਹੇ ਹਨ ਕਿ ਭਾਈ ਆਪਣੇ ਆਪ ਨੂੰ ਦੇਖੋ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇ ਜਦੋਂ ਪਛਾਣ ਲਿਆ ਫਿਰ ਉਹ ਗੱਲ ਕਹਿੰਦਾ ਇੱਕ ਹੈ ਇੱਕ ਹੈ ਏਕ ਤੂੰ ਹੀ, ਇੱਕ ਹੈ ਇੱਕ ਹੈ ਤੂੰ ਰਾਇਆ। ਉਹ ਤੋਂ ਬਿਨਾਂ ਕੁਛ ਹੈ ਹੀ ਨਹੀਂ ਹੈ। ਤੇ ਉਹ ਜਿਹਨੂੰ ਇਹ ਸਮਝ ਪੈ ਗਈ ਆ, ਜਿਹਨੂੰ ਇੱਕ ਦੀ ਸਮਝ ਪੈ ਗਈ ਨਾ, ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਏ, ਏਕਸ ਕੇ ਗੁਣ ਗਾਓ ਅਨੰਤ ਮਨ ਤਨ ਜਾਪ, ਏਕ ਭਗਵੰਤ। ਜਿਹਨੂੰ ਇਸ ਗੱਲ ਦੀ ਸਮਝ ਪੈ ਗਈ ਨਾ, ਉਹਦੇ ਅੰਦਰ ਟਿਕਾਊ ਬਣ ਜਾਣਾ, ਉਹਦੇ ਅੰਦਰ ਸਥਿਰਤਾ ਬਣ ਜਾਣੀ। ਅੱਜ ਜਿਹੜਾ ਸੁੱਖ ਲੱਭਦੇ ਅਸੀਂ, ਸੁੱਖ ਜਿਹੜਾ ਆ ਪੈਸੇ ਨਾਲ ਨਹੀਂ ਹੈ। ਮੈਂ ਗੱਲ ਕਰਦਾ ਹਾਂ, ਦਵਾਈ ਖਰੀਦੀ ਜਾ ਸਕਦੀ ਪਰ ਆਰਾਮ ਨਹੀਂ। ਮੈਂ ਗੱਲ ਕਰਦਾ ਹਾਂ ਬਈ
ਨਾਨਾ ਵੀ ਪ੍ਰਧਾਨ ਮੰਤਰੀ, ਹੂੰ ਮਾਂ ਵੀ ਪ੍ਰਧਾਨ ਮੰਤਰੀ, ਹੂੰ ਆਪ ਵੀ ਪ੍ਰਧਾਨ ਮੰਤਰੀ, ਲੇਕਿਨ ਬਫੋਰਸ ਮਾਮਲੇ ਦੇ ਵਿੱਚ ਫਿਰ ਰਾਜੀਵ ਗਾਂਧੀ ਫਸੇ ਹੋਏ ਆ, ਹੂੰ ਫਿਰ ਘਪਲੇ ਦੇ ਵਿੱਚ ਫਸੇ ਹੋਏ ਆ। ਹੂੰ ਮਤਲਬ ਕਿ ਮਨ ਨੂੰ ਤਸੱਲੀ ਹੀ ਨਹੀਂ ਆ ਰਹੀ ਹੈ। ਹੂੰ ਜਿੰਨਾ ਸੁਖ ਨਾਹੀਂ ਬਹੁਤਾ ਧਨ ਖੱਟ ਹੈ, ਸੁਖ ਨਾਹੀਂ ਪੇਖੈ ਨਿਤ ਨਟ, ਸੁਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਜਿਹਨੂੰ ਇਹ ਗੱਲ ਸਮਝ ਪੈ ਗਈ, ਸੁਖ ਉਹਨੂੰ ਮਿਲਣਾ। ਮੈਂ ਪਿਛਲੇ ਵੀਕ ਦੇ ਵਿੱਚ ਇੱਕ ਪ੍ਰੋਗਰਾਮ ਕੀਤਾ ਐਸੇ ਤੂੰ ਹੀ ਤੂੰ ਦੇ ਉੱਤੇ, ਅਤੇ ਉਹਦੇ ਵਿੱਚ ਆਹ ਹੀ ਮੈਂ ਕੁਛ ਉਦਾਹਰਨਾਂ ਦਿੱਤੀਆਂ ਕਿ ਅੱਜ ਦੇ ਸਮੇਂ ਦੇ ਵਿੱਚ ਆਪਾਂ ਪਿਛਲੇ ਇਤਿਹਾਸ ਨੂੰ ਜਾਣਦੇ ਹੀ ਹਾਂ। ਹਾਂਜੀ, ਅੱਜ ਦੇ ਸਮੇਂ ਦੇ ਵਿੱਚ ਅਸੀਂ ਆਪਣੀ ਅੱਖਾਂ ਦੇ ਨਾਲ ਦੇਖਿਆ ਸਦਾਮ ਹੁਸੈਨ ਜਿਹੜਾ ਇੱਕ ਮੁਲਕ ਦਾ ਪੂਰਾ ਡਿਕਟੇਟਰ ਰਾਜਾ, ਔਰ ਜਿਹਦੇ ਰਾਜ ਦੇ ਵਿੱਚ ਜੋ ਚਾਹਵੇ ਜਿਹਨੂੰ ਚਾਹਵੇ ਚਰਾਹੇ 'ਚ ਖੜ੍ਹ ਕੇ ਗੋਲੀ ਮਾਰ ਦਿੰਦਾ ਸੀ, ਬਿਲਕੁਲ ਸਜਾ ਦਿੰਦੇ ਸੀ, ਜਿਹਦੇ ਮਰਜ਼ੀ ਧੀ ਭੈਣ ਨੂੰ ਆਪਣੇ ਘਰ ਲਿਜਾ ਕੇ ਰੱਖ ਲੈਂਦਾ ਸੀ, ਮਤਲਬ ਜੋ ਵੀ ਚਾਹਵੇ ਉਹ ਕਰ ਲੈਂਦਾ ਸੀ। ਇੰਨੀ ਦੌਲਤ ਸੀ ਉਹਦੇ ਕੋਲ ਜਿਹਦਾ ਕੋਈ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ। ਪਰ ਅਸੀਂ ਆਪਣੀ ਅੱਖਾਂ ਦੇ ਨਾਲ ਦੇਖਿਆ ਉਹਦੇ ਘਰ ਦੇ ਵਿੱਚ, ਉਹਦੇ ਮਹਿਲਾਂ ਦੇ ਵਿੱਚ, ਉਹਦੇ ਐਸ਼ੋ ਆਰਾਮ ਦੇ ਵਿੱਚ ਕਿਹੜੀ ਬੁਰੀ ਹਾਲਤ ਦੇ ਨਾਲ ਉਹਨੂੰ ਮੌਤ ਆਈ, ਅਤੇ ਉਹਦੀ ਲਾਸ਼ ਵੀ ਚੱਕਣ ਕੋਈ ਨਹੀਂ ਆਇਆ। ਬਿਲਕੁਲ ਅਤੇ ਬਿਲਕੁਲ ਇਹ ਸਾਰਾ ਕੁਛ ਜੋ ਕੁਛ ਵੀ ਅਸੀਂ ਦੇਖਦੇ ਹਾਂ, ਜੇ ਉਹ ਸੁੱਖ ਜਿਹੜਾ ਸਦੀਵੀ ਸੁੱਖ ਆ ਉਹ ਇਹ ਮਾਇਆ ਨਾਲ ਮਿਲਦਾ ਹੁੰਦਾ ਤਾਂ ਉਹ ਇਸ ਤਰੀਕੇ ਨਾਲ ਨਹੀਂ ਸੀ ਮਰਦਾ। ਨਹੀਂ ਮਿਲਣਾ ਸੁੱਖ, ਜਿਹੜਾ ਨਾ ਸੁੱਖ ਤੇ ਟਿਕਾਊ ਨਾ ਮਿਲਣਾ। ਹਾਂ ਟਿਕਾਊ ਤੋਂ ਬਿਨਾਂ ਸੁੱਖ ਨਹੀਂ ਹੈ। ਤੇ ਜਿਹੜਾ ਟਿਕਾਊ ਆ ਉਹ ਨਾਮ ਸਿਮਰਨ ਬਾਣੀ ਤੋਂ ਬਿਨਾਂ ਆਉਣਾ ਨਹੀਂ ਹੈ। ਉਹਦੇ ਲਈ ਮਸ਼ੱਕਤ ਕਰਨੀ ਪੈਂਦੀ। ਗੁਰੂ ਤੋਂ ਬਿਨਾਂ ਜਾ ਕੇ, ਕਿਉਂਕਿ ਗਿਆਨ ਨਾਲ ਟਿਕਾਊ ਹੋਣਾ। ਹਾਂ। ਜਿਸ ਚੀਜ਼ ਦਾ ਤੁਹਾਨੂੰ ਗਿਆਨ ਹੈ ਨਾ, ਟਿਕਾਊ ਉਹਦੇ ਨਾਲ ਬਣਦਾ ਆ। ਜੇ ਰੁਚੀ ਤੁਹਾਡੀ ਉਹਦੇ ਨਾਲ ਬਣਦੀ ਹੈ। ਟਿਕਾਊ ਤੇ ਰੁਚੀ ਦਾ ਬੜਾ ਸੰਬੰਧ ਹੈ। ਟਿਕਾਊ ਤਾਂ ਬਣੂਗਾ ਜੇ ਰੁਚੀ ਹੈਗੀ ਹੈ ਜਾਂ ਸਵਾਦ ਆਉਂਦਾ ਆ। ਜੇ ਰੁਚੀ ਜਾਂ ਸਵਾਦ ਆਉਣੀ ਹੈ, ਟਿਕਾਊ ਤਾਂ ਬਣਨਾ ਆ ਜੇ ਤੁਹਾਡੇ ਕੋਲ ਗਿਆਨ ਆ। ਤੇ ਪਰ ਅੱਜ ਇੱਥੇ ਸਵਾਦ ਵਾਲੀ ਗੱਲ ਤੁਸੀਂ ਕੀਤੀ ਆ। ਹਾਂਜੀ, ਜੇ ਆਪਾਂ ਦੇਖੀਏ ਵੀ ਚੀਜ਼ਾਂ ਸਾਡੇ ਕੋਲ 1000 ਚੀਜ਼ ਪਈ ਆ ਸਵਾਦ, ਵੱਧ ਸਵਾਦ ਵਾਲੀ, ਹੈ ਨਾ। ਪਰ ਜੇ ਸਾਨੂੰ ਭੁੱਖ ਹੀ ਨਹੀਂ ਲੱਗੀ ਤਾਂ ਉਹ ਸਵਾਦ ਵਾਲੀਆਂ ਚੀਜ਼ਾਂ ਵੀ ਸਾਨੂੰ ਸਵਾਦ ਨਹੀਂ ਦੇਣਗੀਆਂ। ਦੇਖੋ ਇਹ ਸਿਰਫ ਖਾਣ ਵਾਲੇ ਨਾਲ ਸੰਬੰਧਿਤ ਆ। ਭੁੱਖ ਲੱਗਣੀ ਨਹੀਂ, ਇਹ ਸਿਰਫ ਖਾਣ ਵਾਲੀ ਚੀਜ਼ ਨਾਲ ਸੰਬੰਧ ਰੱਖ ਰਹੇ ਤੁਸੀਂ। ਹਾਂ ਲੇਕਿਨ ਕਈ ਚੀਜ਼ਾਂ ਖਾਂਦੇ ਨਹੀਂ ਆ। ਹਾਂ ਅੱਖਾਂ ਨਾਲ ਸਵਾਦ ਲੈ ਰਹੇ ਆ, ਕੰਨਾਂ ਨਾਲ ਸਵਾਦ ਲੈ ਰਹੇ ਆ, ਸੁਗੰਧੀ ਦਾ ਸਵਾਦ ਲੈ ਰਹੇ ਆ। ਕਈ ਸਵਾਦ ਇਦਾਂ ਦੇ ਹੈਗੇ ਆ ਜਿਹੜੇ ਸਾਡੇ ਪੰਜ ਗਿਆਨ ਇੰਦਰੀ ਲੈ ਰਹੇ ਆ। ਹਾਂ ਸਪਰਸ਼ ਦਾ ਸਵਾਦ ਲੈ ਰਹੇ ਆ। ਦੇਖੋ ਪੰਜ ਗਿਆਨ ਇੰਦਰੀਆਂ ਦਾ ਜਿਹੜਾ ਦੋਖ ਆ ਉਹ ਹੈਗਾ ਸ਼ਬਦ, ਸਪਰਸ਼, ਰਸ, ਰੂਪ, ਗੰਧ। ਇਹ ਪੰਜ ਆ। ਹੁਣ ਇਹਨਾਂ ਰਾਹੀਂ ਅਸੀਂ ਸਵਾਦ ਹੀ ਲੈ ਰਹੇ ਹਾਂ। ਇਸੇ ਸਵਾਦ ਦੇ ਵਿੱਚ ਫਸੇ ਹੋਏ ਟੁੱਟ ਰਹੇ ਆ। ਇਹਨਾਂ ਦੀ ਸਹੀ ਢੰਗ ਨਾਲ ਵਰਤੋਂ ਕਰਨੀ ਨਾ, ਸਹੀ ਢੰਗ ਨਾਲ। ਜ਼ੁਬਾਨ ਦਾ ਦੋ ਤਰ੍ਹਾਂ ਦਾ ਸਵਾਦ ਹੈ, ਇੱਕ ਖਾਣ ਦਾ, ਇੱਕ ਬੋਲਣ ਦਾ। ਆਪਾਂ ਥੋੜ੍ਹੀ ਦੇਰ ਬਾਅਦ ਇਸੇ ਗੱਲ ਦੇ ਉੱਤੇ ਜੀ ਦੁਬਾਰਾ ਫਿਰ ਪੂਰਾ ਵਿਚਾਰ ਕਰਦੇ ਹਾਂ। ਅਤੇ ਗਿਆਨੀ ਜੀ ਨੇ ਬਹੁਤ ਹੀ ਸੋਹਣੀਆਂ ਵਿਚਾਰਾਂ ਤੂੰ ਦੇ ਪ੍ਰੋਗਰਾਮ ਦੇ ਵਿੱਚ ਦੱਸਿਆ ਕਿ ਕਿੱਦਾਂ ਜਿਹੜੀ ਪਹਿਲੀ ਗੱਲ ਇਹਨਾਂ ਨੇ ਕੀਤੀ ਕਿੰਨੀ ਸਰਲ ਸੀਗੀ। ਉਹ ਸਾਧੂ ਜੀ ਗੱਡੀ ਦੇ ਵਿੱਚ ਬੈਠੇ ਆ ਬੱਸ ਦੇ ਵਿੱਚ, ਨੌਜਵਾਨਾਂ ਨੇ ਸਵਾਲ ਪੁੱਛਿਆ, ਗੱਲ ਕੁਛ ਨਹੀਂ ਗੀ, ਇੱਕ ਮਾਲਾ ਆ, ਧਾਗਾ ਆ, ਪਰ ਧਾਗੇ ਦੇ ਨਾਲ ਹੀ ਉਹ ਮਾਲਾ ਬਣੀ ਆ। ਜੇ ਧਾਗਾ ਨਾ ਹੁੰਦਾ ਤਾਂ ਮਾਲਾ ਨਹੀਂ ਸੀ ਬਣਦੀ। ਅਤੇ ਉਹ ਜਿਹੜੀ ਸਾਨੂੰ ਦੇਖਣ ਨੂੰ ਉਹ ਮਾਲਾ ਲੱਗਦੀ ਆ, ਪਰ ਜਦੋਂ ਇੱਕ ਪਾਸੇ ਉਹ ਟੁੱਟ ਗਈ ਅਤੇ ਧਾਗਾ ਹੱਥ ਰਹਿ ਗਿਆ, ਮਾਲਾ ਸਾਰੀ ਵਿਖਰ ਗਈ। ਅਤੇ ਜੇ ਅਸੀਂ ਸਾਰੀ ਸ੍ਰਿਸ਼ਟੀ ਦੇ ਵਿੱਚ ਜੋ ਕੁਛ ਵੀ ਵਿਚਰਿਆ, ਚਾਹੇ ਉਹ ਤਾਰੇ ਆ, ਸੂਰਜ ਆ, ਚੰਦ ਆ, ਧਰਤੀ ਆ, ਆਕਾਸ਼, ਜੋ ਕੁਛ ਵੀ ਅਸੀਂ ਦੇਖਦੇ ਹਾਂ, ਹਰ ਚੀਜ਼ ਜਿਹੜੀ ਆ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਬੱਝੀ ਆ। ਅਤੇ ਜਿਹੜੇ ਉਹ ਹੁਕਮ 'ਚ ਬੱਝੀ ਆ, ਉਸ ਹੁਕਮ ਨੂੰ ਦੇਖਣ ਲਈ, ਉਸ ਅਕਾਲ ਪੁਰਖ ਨੂੰ ਦੇਖਣ ਲਈ ਸਾਨੂੰ ਮੇਰੇ ਖਿਆਲ ਦੇ ਵਿੱਚ ਆਪਣੇ ਆਪ ਉਸ ਮਾਲਾ ਦੇ ਮਣਕੇ ਬਣਨਾ ਪਊਗਾ। ਉਸ ਮਾਲਾ ਦੇ ਮਣਕੇ ਬਣਿਆ ਤੋਂ ਬਗੈਰ ਸਾਨੂੰ ਉਹ ਧਾਗੇ ਦੀ ਪੂਰੀ ਹੋਣ ਦਾ ਪਤਾ ਨਹੀਂ ਲੱਗ ਸਕਦਾ ਵੀ ਉਹ ਵਾਕਿਆ ਹੀ ਸ੍ਰਿਸ਼ਟੀ ਦਾ ਮਾਲਕ ਜਿਹੜਾ ਸਾਰਾ ਕੁਝ ਕਰ ਸਕਦਾ। ਅਤੇ ਨਿੱਕੀ ਜਿਹੀ ਗੱਲ, ਮਤਲਬ ਜੇ ਗਿਆਨ ਦੀ ਗੱਲ ਕਰੀਏ ਤਾਂ ਉਹ ਗਿਆਨ ਸਾਨੂੰ ਦੇ ਸਕਦੀ ਆ। ਜੋ ਕੁਛ ਅਸੀਂ ਦੇਖਦੇ ਹਾਂ, ਸਾਰੀ ਚੀਜ਼ਾਂ ਗੋਲ ਆ। ਧਰਤੀ ਗੋਲ ਆ, ਚੰਦਰਮਾ ਗੋਲ ਆ, ਤਾਰੇ ਗੋਲ ਆ, ਸੂਰਜ ਗੋਲ ਆ, ਪਰ ਉਹ ਘੁੰਮ ਵੀ ਰਹੇ ਆਪ ਆਪਣੀ ਸਪੀਡ ਦੇ ਨਾਲ, ਪਰ ਫਿਰ ਵੀ ਆਪਣੀ ਕਿਸੇ ਨਾ ਕਿਸੇ ਮਾਲਾ ਦੇ ਵਿੱਚ ਇੱਦਾਂ ਪਰੋਏ ਆ ਕਿ ਉਹ ਆਪਣੀ ਜਗ੍ਹਾ ਤੋਂ ਇੱਧਰ ਉੱਧਰ ਹਿੱਲ ਨਹੀਂ ਸਕਦੇ। ਅਤੇ ਇਹ ਸਾਰੀ ਦੀ ਸਾਰੀ ਜਿਹੜੀ ਹੋਂਦ ਆ ਅਕਾਲ ਪੁਰਖ ਵਾਹਿਗੁਰੂ ਦੀ ਆ। ਪਰ ਇਸ ਅਕਾਲ ਪੁਰਖ ਵਾਹਿਗੁਰੂ ਦੀ ਇਸ ਹੋਂਦ ਨੂੰ ਜਾਣਨ ਲਈ ਸਾਨੂੰ ਉਸ ਮਾਲਾ ਦੇ ਮਣਕੇ ਬਣਨਾ ਪਊਗਾ। ਉਹਦੇ ਲਈ ਸਾਨੂੰ ਕੁਛ ਨਾ ਕੋਈ ਉਪਰਾਲੇ ਕਰਨੇ ਪੈਣਗੇ। ਇਹ ਤੂੰ ਦੇ ਪ੍ਰੋਗਰਾਮ ਦੇ ਵਿੱਚ ਇੱਕ ਮਿੰਟ ਥੋੜ੍ਹਾ ਜਿਹਾ ਮੈਂ ਮੈਂਬਰ ਕਰਨੀ ਚਾਹੁੰਦਾ। ਉਹਦੇ ਜਾਣਨ ਦੇ ਲਈ ਮੈਨੂੰ ਤੁਕ ਆਈ। ਪਾਤਸ਼ਾਹ ਕਹਿੰਦੇ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ।
ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗੁਰ ਬਿਨ ਗਿਆਨ ਨਾ ਹੋਏ। ਬਿਨ ਸਤਗੁਰ ਕਿਨੇ ਨਾ ਪਾਇਓ, ਬਿਨ ਸਤਗੁਰ ਕਿਨੇ ਨਾ ਪਾਇਆ। ਇਹ ਸੀਗਾ ਸਿਰਫ ਸੁਨੇਹਾ ਦੇਣਾ ਕਿ ਉਹ ਤੋਂ ਬਿਨਾ, ਗੁਰੂ ਨਾਲ ਜੁੜੇ ਤੋਂ ਬਿਨਾ, ਸ਼ਬਦ ਨਾਲ ਜੁੜੇ ਤੋਂ ਬਿਨਾ ਪ੍ਰਾਪਤੀ ਹੈ ਨਹੀਂ। ਤੇ 1 ਸਕਿੰਟ ਵਾਸਤੇ ਆਪਾਂ ਸਿਮਰਨ ਕਰਦੇ ਹਾਂ। ਵਾਹਿਗੁਰੂ 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 ਵਾਹਿਗੁਰੂ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ। ਕੋਈ ਚੰਗੀ ਗੱਲ ਲੱਗੇ ਤਾਂ ਜ਼ਰੂਰ ਆਪ ਜੀ ਨੇ ਰੱਖ ਲੈਣੀ, ਕੋਈ ਚੰਗੀ ਨਾ ਲੱਗੇ ਤੇ ਦਾਸ ਦੀ ਝੋਲੀ ਵਿੱਚ ਪਾ ਦੇਣੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੀਵੀ ਦੇ ਸਟੂਡੀਓ ਪੈਰਿਸ ਸ਼ੇਰੇ ਕੰਪਲੈਕਸ, ਸ਼ੇਰੇ ਪੰਜਾਬ ਕੰਪਲੈਕਸ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਤੇ ਅਸੀਂ ਆਪ ਜੀ ਵਾਸਤੇ ਤੂੰ ਹੀ ਤੂੰ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਤੋ ਭਾਈ ਸਾਹਿਬ ਜੀ, ਤੂੰ ਹੀ ਤੂੰ ਦੇ ਪ੍ਰੋਗਰਾਮ ਦੇ ਵਿੱਚ ਜੋ ਆਪ ਜੀ ਦਾ ਬਹੁਤ ਸਾਰਾ ਗਿਆਨ ਹੈ, ਬਹੁਤ ਸਾਰੀ ਸਟੱਡੀ ਹੈ ਇਸ ਵਿਸ਼ੇ 'ਤੇ ਤੁਸੀਂ ਪ੍ਰੋਫੈਸਰ ਦੇ ਤੌਰ 'ਤੇ, ਟੀਚਰ ਦੇ ਤੌਰ 'ਤੇ ਪੜ੍ਹਾਉਂਦੇ ਵੀ ਰਹੇ ਹੋ। ਤੁਸੀਂ ਗਿਆਨ ਇੰਦਰੀਆਂ ਦੇ ਬਾਰੇ, ਜਿਹੜੀਆਂ ਸਾਡੀਆਂ ਮੁੱਖ 5 ਗਿਆਨ ਇੰਦਰੀਆਂ ਹੈਗੀਆਂ, ਜਿਹੜੇ ਸਾਡੇ ਸਰੀਰ ਦਾ ਇੱਕ ਅਨਮੋਲ ਹਿੱਸਾ ਆ, ਜੇ ਆਪਾਂ ਦੂਏ ਤਰੀਕੇ ਨਾਲ ਕਹੀਏ, ਜੇ 5 ਗਿਆਨ ਇੰਦਰੀਆਂ ਨੂੰ ਅਸੀਂ ਆਪਣੇ ਕੰਟਰੋਲ ਦੇ ਵਿੱਚ ਲਿਆ ਕੇ ਚੱਲੀਏ ਤਾਂ ਅਸੀਂ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹਾਂ। ਤੇ ਜੇ ਇਹਨਾਂ ਵਿੱਚੋਂ ਇੱਕ ਵੀ ਇੰਦਰੀ ਜਿਹੜੀ ਆ ਇੱਧਰ ਉੱਧਰ ਆਪਣੀ ਚਲੇ ਜਾਵੇ ਤੇ ਸਾਡਾ ਜਿਹੜੀ ਮੰਜ਼ਿਲ ਆ, ਭਈ ਪ੍ਰਾਪਤ ਮਨੁੱਖ ਦੇ ਹਰੀਆ ਗੋਬਿੰਦ ਮਿਲਨ ਕੀ ਇਹ ਤਰਵੀਰੀਆ, ਉਹ ਮੰਜ਼ਿਲ ਤੋਂ ਅਸੀਂ ਭਟਕ ਸਕਦੇ ਹਾਂ। ਤੁਸੀਂ ਕਿਹੜੇ ਤਰੀਕੇ ਨਾਲ ਸਾਡੇ ਸਰੋਤਿਆਂ ਨੂੰ ਇਸ ਤੂੰ ਹੀ ਤੂੰ ਦੇ ਪ੍ਰੋਗਰਾਮ ਵਿੱਚ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਵਿਸਥਾਰ ਦੇ ਨਾਲ, ਤਾਂ ਕਿ ਆਪਾਂ ਵਿਚਾਰ ਕਰ ਸਕੀਏ ਆਪਣੇ ਗਿਆਨ ਮੁਤਾਬਕ? ਤੁਸੀਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਆਪ ਜੀ ਨੇ ਵਿਚਾਰ ਰੱਖੀ ਆ, ਇਹ ਸਿੱਖੀ ਸਿਧਾਂਤ ਹੈ ਹੀ ਇਹ ਆ। ਪਾਤਸ਼ਾਹ ਨੇ ਇਹੀ ਦੱਸਿਆ ਕਿ ਜਿਹੜਾ ਪਿਛਲਾ ਸਮਾਂ ਆ ਉਹਦੇ ਵਿੱਚ ਅਸੀਂ ਪਤਾ ਨਹੀਂ ਕਿੰਨੇ ਪਾਪ ਕੀਤੇ ਆ, ਕਿਸ ਤਰ੍ਹਾਂ ਦੇ ਕਰਮ ਕੀਤੇ ਆ। ਉਹ ਕਰਮ ਕਰਕੇ ਜਿਹੜਾ ਆ ਸਾਡਾ ਅਗਲਾ ਕਰਮ ਬਣ ਗਿਆ, ਜਿਹਦੇ ਅਨੁਸਾਰ ਅਸੀਂ ਦੁੱਖ ਸੁੱਖ ਦੇ ਭਾਗੀ ਬਣਦੇ ਹਾਂ। ਆਉਣ ਵਾਲੇ ਸਮੇਂ ਦਾ, ਕੱਲ੍ਹ ਦਾ ਸਾਨੂੰ ਪਤਾ ਨਹੀਂ ਕੀ ਹੋਊਗਾ। ਸਾਡੇ ਕੋਲ ਹੁਣ ਦਾ ਸਮਾਂ ਜਿਹੜਾ ਆ, ਉਹ ਹੁਣ ਦਾ ਪ੍ਰੈਜ਼ੈਂਟ ਟਾਈਮ ਜਿਹੜਾ ਹੁਣ ਆ, ਇਹ ਆ। ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਦੇ ਅਨੁਸਾਰ ਜੇ ਅਸੀਂ ਇਸ ਜਿਹੜਾ ਹੁਣ ਦਾ ਸਮਾਂ ਸਾਡੇ ਕੋਲ, ਇਹਨੂੰ ਸਹੀ ਢੰਗ ਨਾਲ ਇਹਦੀ ਵਰਤੋਂ ਕਰ ਲਈਏ, ਤੇ ਜਦੋਂ ਸਹੀ ਢੰਗ ਨਾਲ ਇਹਦੀ ਵਰਤੋਂ ਹੋ ਜੂਗੀ ਤੇ ਆਉਣ ਵਾਲਾ ਜਿਹੜਾ ਸਮਾਂ ਆ ਉਹ ਸਾਡਾ ਸੁਖਮਈ ਹੋਊਗਾ। ਮਤਲਬ ਜੇ ਹੁਣ ਪਹਿਲਾ ਕਦਮ ਸਹੀ ਰੱਖਿਆ ਜਾਵੇ, ਅਗਲਾ ਕਦਮ ਸਹੀ ਹੋ ਸਕਦਾ। ਬਿਲਕੁਲ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੁੱਖ ਭੋਗਾਂਗੇ। ਕਰਮ ਖੜਾ ਆ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਹੁਣ ਗੁਰਦੇਵ ਜੀ ਸੱਚੇ ਪਾਤਸ਼ਾਹ ਨੇ ਸਾਨੂੰ ਇਸ ਚੀਜ਼ ਨੂੰ ਵਰਤਣ ਦੇ ਢੰਗ ਦੱਸੇ ਹੋਏ ਆ। 5 ਸਾਡੇ ਕੋਲ ਗਿਆਨ ਇੰਦਰੀ ਆ, 5 ਸਾਡੇ ਕੋਲ ਕਰਮ ਇੰਦਰੀ ਆ। ਗਿਆਨ ਇੰਦਰੀ ਸਾਡੇ ਜਿਹੜੇ ਆ ਉਹ ਹੈਗੇ ਆ, ਜਿਹੜੀਆਂ ਸਾਡੇ ਆ ਅੱਖਾਂ ਆ, ਕੰਨ ਆ, ਨੱਕ ਆ, ਸਾਡੀ ਜ਼ੁਬਾਨ ਆ ਤੇ ਸਪਰਸ਼ ਸਰੀਰ ਦਾ, ਇਹ ਹੈਗੇ ਸਾਡੇ ਗਿਆਨ ਇੰਦਰੀ। ਜਿਹੜੇ 5 ਸਾਡੇ ਕਰਮ ਇੰਦਰੀ ਆ, ਉਹਦੇ ਵਿੱਚ 2 ਪੈਰਾਂ ਨੂੰ, 2 ਹੱਥਾਂ ਨੂੰ ਤੇ 5ਵਾਂ ਮੂੰਹ ਨੂੰ ਲਿਆ ਹੋਇਆ। ਇਹ 5 ਕਰਮ ਇੰਦਰੀ ਲਿਆਏ ਹੋਏ ਆ। 10 ਇੰਦਰੀਆਂ ਦੀ ਵੀ ਗੱਲ ਆਉਂਦੀ ਗੁਰਬਾਣੀ 'ਚ। ਜਿਹੜੇ ਗਿਆਨ ਇੰਦਰੀ ਆ, ਇਹਨਾਂ ਦਾ ਦੋਸ਼ ਆ, ਜਿਵੇਂ ਆਪਾਂ ਪਿਛਲੇ ਪ੍ਰੋਗਰਾਮ 'ਚ ਗੱਲ ਕਰਦੇ ਸੀ, ਇਹਨਾਂ ਦਾ ਇੱਕ ਦੋਸ਼ ਆ। ਦੋਸ਼ ਇਹਨਾਂ ਦਾ ਜਿਹੜਾ ਉਹ ਹੈਗਾ ਸ਼ਬਦ, ਸਪਰਸ਼, ਰਸ, ਰੂਪ ਤੇ ਗੰਧ। ਹੁਣ ਭਗਤ ਰਵਿਦਾਸ ਜੀ ਪਵਿੱਤਰ ਬਾਣੀ ਆਸਾ ਰਾਗ ਦੇ ਵਿੱਚ ਭਗਤ ਜੀ ਦਾ ਪਾਵਨ ਸ਼ਬਦ ਆ, ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਪੰਚ ਦੁਖ ਅਸਾਧ ਜਾਮੈ, ਪੰਚ ਦੁਖ ਅਸਾਧ ਜਾਮੈ ਤਾਕੀ ਕੀ ਤਕਾਸ। ਕਿਤੇ ਮਿਰਗ ਦੇ ਵਿੱਚ, ਮੱਛੀ ਦੇ ਵਿੱਚ, ਭੌਰੇ ਦੇ ਵਿੱਚ, ਪਤੰਗੇ ਦੇ ਵਿੱਚ, ਹਾਥੀ ਦੇ ਵਿੱਚ ਇੱਕ ਦੋਸ਼ ਹੈ। ਇੱਕ ਦੋਸ਼ ਆ। ਉਹਨਾਂ ਦਾ ਕਰਕੇ ਉਹਨਾਂ ਦਾ ਵਿਨਾਸ਼ ਹੋ ਜਾਂਦਾ, ਉਹਨਾਂ ਦਾ ਖਾਤਮਾ ਹੋ ਜਾਂਦਾ। ਸਾਡੇ ਵਿੱਚ ਤਾਂ ਭਗਤ ਜੀ ਕਹਿ ਰਹੇ ਨੇ ਕਿ 5 ਹੀ ਹਨ। ਉਹ ਸੰਖੇਪ ਦੇ ਵਿੱਚ ਉਹ ਦੋਸ਼ ਮੈਂ ਦੱਸਣ ਲੱਗਿਆ, ਸਾਡੇ ਵਿੱਚ ਤਾਂ 5 ਹੀ ਹਨ ਜਿਹੜੇ ਸਾਧੇ ਨਹੀਂ ਜਾ ਸਕਦੇ, ਤੇ ਸਾਡੀ ਕਿੱਥੋਂ ਆਸ ਹੋ ਗਈ ਬਚਣ ਦੀ? ਹਾਂਜੀ, ਇਸ ਕਰਕੇ ਸਾਨੂੰ ਲੋੜ ਆ ਇਸ ਤੋਂ ਬਚਾਅ ਦੀ। ਉਹ ਜਿਹੜਾ ਮਿਰਗ ਦਾ, ਜਿਹੜਾ ਹਿਰਨ ਆ, ਹਿਰਨ ਦਾ ਦੋਸ਼ ਹੈਗਾ ਆ,
ਉਹਨੂੰ ਕੰਡੇਹੜੇ ਦੀ ਆਵਾਜ਼ ਜਿਹੜੀ ਆ ਬੜੀ, ਉਹਨੂੰ ਮਿਊਜ਼ਿਕ ਜਿਹੜਾ ਆ ਉਹਨੂੰ ਬਹੁਤ ਪਸੰਦ ਆ ਹਰਨ ਨੂੰ, ਇੱਕ ਖਾਸ ਇੰਸਟਰੂਮੈਂਟ ਦਾ। ਔਰ ਉਹ ਜਦੋਂ ਵਜਾਉਂਦੇ ਆ ਤੇ ਹਿਰਨ ਭੱਜਿਆ ਉੱਧਰ ਨੂੰ ਆ ਜਾਂਦਾ, ਮਸਤ ਹੋ ਜਾਂਦਾ, ਤੇ ਉਹਨੂੰ ਫੜ ਲੈਂਦੇ ਆ, ਸ਼ਿਕਾਰੀ ਉਹਨੂੰ ਫੜ ਲੈਂਦਾ, ਉਹਦਾ ਖਾਤਮਾ ਹੋ ਗਿਆ। ਦੂਸਰਾ ਹੈ ਮ੍ਰਿਗ ਮੀਨ। ਮੀਨ ਮੱਛੀ ਹੈ। ਮੱਛੀ ਨੂੰ ਦੋਸ਼ ਹੈਗਾ ਆ ਖਾਣ ਦਾ, ਉਹਨੂੰ ਦੋਸ਼ ਹੈਗਾ ਆ ਵੀ ਮੈਨੂੰ ਰਸ ਮਿਲੇ, ਸਵਾਦ ਮਿਲੇ। ਪਹਿਲਾ ਹੋ ਗਿਆ ਸ਼ਬਦ ਦਾ, ਇਹ ਹੋ ਗਿਆ ਰਸ ਦਾ। ਮੱਖੀ ਦੇ ਲਈ ਫੜਨ ਨੂੰ ਕੀ ਕੀਤਾ ਜਾਂਦਾ, ਕੁੰਡੀ ਪਾਈ ਜਾਂਦੀ, ਉਹਨੂੰ ਕੁਛ ਚੀਜ਼ ਉਹਨੂੰ ਖਾਣ ਆਉਂਦੀ ਹੈ ਤੇ ਉਹ ਖਤਮ ਹੋ ਜਾਂਦੀ ਹੈ। ਮ੍ਰਿਗ ਮੀਨ ਭਰਿੰਗ। ਭੌਰੇ ਨੂੰ ਦੋਸ਼ ਹੈ ਸੁੰਘਣ ਦਾ, ਗੰਧ ਦਾ। ਜਿਹੜਾ ਭੌਰਾ ਆ, ਹਨੀ ਬੀਜ਼ ਜਿਹਨੂੰ ਆਪਾਂ ਕਹਿੰਦੇ ਆ, ਇਹ ਮੱਖੀਆਂ ਕੀ ਕਰਦੀਆਂ, ਫੁੱਲ ਤੇ ਬੈਠਦੀਆਂ ਆ, ਸੁਗੰਧੀ ਲੈਂਦੀਆਂ, ਸ਼ਹਿਦ ਬਣਾਉਂਦੀਆਂ। ਉਹ ਸੁਗੰਧੀ ਵਿੱਚ ਇੰਨੀਆਂ ਮਸਤ ਹੋ ਜਾਂਦੀਆਂ ਕਿ ਕੁਝ ਫੁੱਲ ਜਿਹੜੇ ਆ ਬੰਦ ਹੋ ਜਾਂਦੇ ਆ, ਉਹ ਵਿੱਚ ਹੀ ਉਹਦੇ ਰਹਿ ਜਾਂਦੀਆਂ। ਸਾਰੀ ਰਾਤ ਰਹਿਣ ਦਾ ਕਰਕੇ ਉਹਨਾਂ ਦਾ ਖਾਤਮਾ ਹੋ ਜਾਂਦਾ, ਉਹ ਦੋਸ਼ ਉਹਨਾਂ ਤੇ ਲੱਗ ਜਾਂਦਾ। ਫਿਰ ਆ ਜਾਂਦਾ ਪਤੰਗਾ। ਪਤੰਗੇ ਨੂੰ ਹੈਗਾ ਦੇਖਣ ਦਾ ਦੋਸ਼, ਰੂਪ ਦਾ। ਉਹਨੇ ਪਤੰਗੇ ਨੇ ਲਾਟ ਵੱਲ ਦੀ ਦੇਖਣੀ, ਸ਼ਮਾ ਵੱਲ ਦੀ ਦੇਖਣੀ ਹੈ, ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਆਪਣੇ ਆਪ ਨੂੰ। ਉਹਨੇ ਨਹੀਂ ਪਰਵਾਹ ਕਰਨੀ ਹੈ। ਇੱਕ ਵਾਰੀ ਦੱਸਦੇ ਆ ਕਿ ਪਤੰਗਿਆਂ ਦੀ ਕੋਈ ਆਪਸ ਵਿੱਚ ਮੀਟਿੰਗ ਹੋਈ ਹੋਆ, ਪਤੰਗੇ ਬੈਠੇ ਆ, ਪਤੰਗੇ ਆਪਣੇ ਜਿਹੜਾ ਉਹਨਾਂ ਦਾ ਲੀਡਰ ਆ ਉਹਨੂੰ ਕਹਿ ਰਹੇ ਆ ਕਿ ਇਹ ਸਾਡੇ ਵਿੱਚ ਇਹ ਜਿਹੜਾ ਆ ਗਿਆ ਆ, ਇਹ ਪਤੰਗਾ ਨਹੀਂ ਹੈ, ਉਹ ਦਰਅਸਲ ਇੱਕ ਭਰਿੰਗ ਜਿਹੜਾ ਸੀਗਾ, ਉਹ ਵਿੱਚ ਰਲ ਗਿਆ ਉਹਨਾਂ ਦੇ, ਵੀ ਉਹਨਾਂ ਨੂੰ ਚੰਗਾ ਲੱਗਿਆ, ਉਹਨਾਂ ਦੀ ਸੰਗਤ ਉਹਨਾਂ ਨਾਲ ਰਹਿਣ ਲੱਗ ਪਿਆ। ਉਹ ਕਹਿੰਦੇ ਵੀ ਇਹ ਹੈ ਨਹੀਂ ਗਾ, ਵੀ ਕੱਲ ਨੂੰ ਸਾਡੀ ਕੋਈ ਇੱਦਾਂ ਦੀ ਗੱਲ ਹੋਈ ਤੇ ਇਹ ਤਾਂ ਸਾਡੀ ਬੇਇੱਜ਼ਤੀ ਕਰਾਊਗਾ। ਤੇ ਉਹਨਾਂ ਦਾ ਲੀਡਰ ਕਹਿੰਦੇ ਕੋਈ ਨਹੀਂ, ਆਪਾਂ ਪਰਖ ਲੈਂਦੇ ਹਾਂ, ਵੀ ਜੇ ਤੁਹਾਨੂੰ ਸ਼ੱਕ ਆ ਆਪਾਂ ਪਰਖ ਲੈਂਦੇ ਹਾਂ। ਤੇ ਉਹ ਮੈਨੂੰ ਬੜੀ ਉਹ ਵਧੀਆ ਲੱਗੀ ਵੈਸੇ, ਕਿ ਮੈਂ ਉਹ ਸ਼ਹਾਦਤ ਨਾਲ ਜੋੜਦੇ ਹੁੰਦੇ ਆ, ਉਹ ਮੈਨੂੰ ਵਧੀਆ ਲੱਗੀ। ਉਹ ਕਹਿੰਦੇ ਉਹਨਾਂ ਨੇ ਕਿਹਾ ਵੀ ਸ਼ਾਮ ਹੋਈ ਤਾਂ ਤਿਆਰੀਆਂ ਕਰ ਰਹੇ ਆ ਵੀ ਹੁਣ ਸ਼ਮਾ ਬਲੇ, ਕਿਤੇ ਸ਼ਮਾ ਬਲੇ ਤਾਂ ਅਸੀਂ ਜਾਣਾ ਆ। ਤੇ ਉਹ ਫਿਰ ਉਹਨੂੰ ਭੇਜਦੇ ਆ, ਕਹਿੰਦੇ ਵੀ ਆਪਾਂ ਇਹਦਾ ਟੈਸਟ ਲਈਏ। ਉਹਨੂੰ ਭਰਿੰਗ ਨੂੰ ਕਹਿੰਦੇ ਵੀ ਇੱਧਰ ਆ ਬਈ, ਕਹਿੰਦੇ ਜਾ ਦੇਖ ਕੇ, ਕਹਿੰਦੇ ਤੂੰ ਸਾਨੂੰ ਐਵੇਂ ਲੱਗਦਾ ਜਿਵੇਂ ਭਰਿੰਗ ਹੁੰਦਾ। ਕਹਿੰਦੇ ਨਹੀਂ ਜੀ ਮੈਂ ਪਤੰਗਾ ਆ। ਕਹਿੰਦੇ ਫਿਰ ਤੂੰ ਇੱਦਾਂ ਕਰ, ਜਾ ਉੱਡ ਕੇ ਦੇਖ ਕੇ ਆ ਵੀ ਕਿਤੇ ਸ਼ਮਾ ਬਲਦੀ ਕਿ ਨਹੀਂ, ਹੈ ਨਾ। ਉਹ ਗਿਆ ਤੇ ਜਾ ਕੇ ਦੇਖ ਆਇਆ, ਕਹਿੰਦਾ ਜੀ ਫਲਾਣੇ ਥਾਂ ਤੇ ਸ਼ਮਾ ਬਲਦੀ ਆ। ਉਹ ਕਹਿੰਦੇ ਤੂੰ ਸਾਡੇ ਨਾਲ ਜਾ ਨਹੀਂ ਸਕਦਾ। ਕਹਿੰਦਾ ਕਿਉਂ? ਕਹਿੰਦਾ ਜਿਹੜਾ ਪਤੰਗਾ ਦੇਖ ਕੇ ਵਾਪਸ ਕਿਵੇਂ ਆ ਸਕਦਾ? ਕੁਰਬਾਨੀ ਵਾਲਾ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਜਿੰਨੇ ਵੀ ਸਾਡੇ ਸ਼ਹੀਦ ਹੋਏ ਆ। ਹਾਂ, ਜਦੋਂ ਉਹਨਾਂ ਖੁਸ਼ਬੂ ਆ ਗਈ ਵੀ ਹੁਣ ਸਮਾਂ ਆ ਗਿਆ ਬਲੀ ਦੇਣ ਦਾ, ਕੁਰਬਾਨੀ ਦੇਣ ਦਾ, ਉਹ ਰੁਕੇ ਨਹੀਂ, ਲੋਕਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਹੋਇਆ ਹੀ ਨਹੀਂ ਹੈ, ਕਿਤੇ ਹੋਈ ਨਹੀਂ ਹੈ। ਬੰਦ ਕਟਵਾਤੇ, ਖੋਪਰੀਆਂ ਲੁਹਾਰਤੀਆਂ। ਸੋ ਕਹਿਣ ਤੋਂ ਭਾਵ ਸੀ ਕਿ ਪਤੰਗੇ ਦੀ ਇਹ ਆ ਕਿ ਉਹ ਲਾਟ ਦੇ ਉੱਪਰੇ ਹੀ ਖਤਮ ਹੋ ਜਾਂਦਾ। ਇਹ ਦੁੱਖ ਉਹਦਾ ਆ। ਤੀਸਰਾ ਹੈਗਾ ਆ ਸਪਰਸ਼ ਦਾ, ਜਿਹੜਾ ਕੁੰਚਰ ਹਾਥੀ ਨੂੰ ਕਹਿੰਦੇ ਆ। ਹਾਥੀ ਦੇ ਵਿੱਚ ਦੋਸ਼ ਹੈਗਾ ਕਿ ਉਹਦੀ ਕਾਮਕ ਵਾਸਨਾ ਜਿਹੜੀ ਸਪਰਸ਼ ਨਾਲ ਜਾਗਦੀ ਆ, ਤੇ ਉਹਨੂੰ ਜਦੋਂ ਕਾਲਬੂਤ ਦੀ ਹਸਤਨੀ ਬਣਾ ਕੇ ਉਹਨੂੰ ਫੜਿਆ ਜਾਂਦਾ ਹੈਗਾ, ਉਹ ਇਹਦੇ ਵਿੱਚ ਸਿੱਟ ਲਿਆ ਜਾਂਦਾ ਤੇ ਉਹਨੂੰ ਕਾਬੂ ਕਰ ਲਿਆ ਜਾਂਦਾ ਹੈਗਾ। ਸੋ ਇਹ ਜਿਹੜੇ ਪੰਜੇ ਸੀਗੇ, ਇੱਕ ਦੋਸ਼ ਦਾ ਕਰਕੇ ਖਤਮ ਹੋ ਗਿਆ, ਆਪਣਾ ਜੀਵਨ ਖਤਮ ਕਰ ਲਿਆ। ਸਾਡੇ ਵਿੱਚ ਇਹ ਸਾਰੇ ਹੀ ਹੈ। ਸਾਡੇ ਵਿੱਚ ਸ਼ਬਦ ਦਾ ਵੀ ਹੈ, ਸੁਣਨ ਦਾ ਵੀ ਹੈ ਦੋਸ਼। ਸਾਨੂੰ ਅਸੀਂ ਉਹ ਚੀਜ਼ਾਂ ਸੁਣਦੇ ਹਾਂ ਜਿਹੜੀਆਂ ਮਨ੍ਹਾ ਕੀਤੀਆਂ ਹੋਈਆਂ ਗੁਰਦੇਵ ਜੀ ਨੇ। ਮੇਰੇ ਮੂੰਹ ਸ਼ਰਵਣੀ ਇਹ ਨਾ ਸੁਣਾਏ, ਨਹੀਂ ਉਹ ਸੁਣਦੇ ਆ ਜਿਹੜੇ ਸਾਖਤ ਗੀਤ ਆ, ਧੁਨਾਂ ਜਿਹੜੀਆਂ ਆ। ਪਾਤਸ਼ਾਹ ਕਹਿੰਦੇ ਇਹਨਾਂ ਤੇਰਾ ਮਨ ਖਰਾਬ ਹੋਣਾ, ਕਿਉਂਕਿ ਇਹਨਾਂ ਦਾ ਸੰਬੰਧ ਜਿਹੜਾ ਆ ਇਹਨਾਂ ਤੋਂ ਜਿਹੜੀ ਇਹਨਾਂ ਤੋਂ ਉਪਜ ਹੁੰਦੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ। ਔਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ, ਹੈ ਤਾਂ ਇਹ ਚੰਗੀਆਂ ਚੀਜ਼ਾਂ ਆ। ਕਿਸੇ ਚੀਜ਼ ਦੀ ਕਾਮਨਾ ਹੋਣੀ, ਕਿਸੇ ਚੀਜ਼ ਦੇ ਲਈ ਵੀਰ ਰਸ ਹੋਣਾ, ਇਹਨਾਂ ਦੀ ਵਰਤੋਂ ਸਹੀ ਢੰਗ ਨਾਲ ਕਰਨੀ ਸੀ। ਵਰਤੋਂ ਇਸ ਕਰਕੇ ਸਹੀ ਢੰਗ ਨਾਲ ਕੀਤੀ ਨਹੀਂ ਕਿਉਂਕਿ ਗੁਰੂ ਤੋਂ ਗਿਆਨ ਲਿਆ ਨਹੀਂ। ਪਾਤਸ਼ਾਹ ਨੇ ਜੋ ਚੀਜ਼ ਦੱਸੀ ਸੀਗੀ, ਉਹ ਦੱਸਿਆ ਸੀ ਕਿ ਤੂੰ ਸਵੇਰੇ ਸ਼ਾਮ ਜੁੜਨਾ ਉਹਦੇ ਨਾਲ, ਇਹ ਤੇਰੇ ਕਾਬੂ 'ਚ ਰਹਿਣਗੇ, ਇਹ ਤੇਰੇ ਵੱਸ ਵਿੱਚ ਰਹਿਣਗੇ। ਨਹੀਂ ਤਾਂ ਗੁਰਦੇਵ ਜੀ ਨੇ ਸਮਝਾਇਆ ਹੋਇਆ, ਕਹਿੰਦੇ ਅਵਰ ਪੰਚ ਹਮ ਏਕ ਜਨਾ, ਕਿਉਂ ਰੱਖੋ ਘਰ ਬਾਹਰ ਮਨਾ। ਪਾਤਸ਼ਾਹ ਬਾਰ-ਬਾਰ ਇਹ ਗੱਲ ਕਰਕੇ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਇਹਦੇ ਅੱਗੇ ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ, ਕੋ ਨਾ ਸੁਣੇ ਪੁਕਾਰਾ। ਗੁਰਦੇਵ ਜੀ ਦੀ ਗੱਲ ਸਮਝਾ ਰਿਹਾ ਆ। ਪਾਤਸ਼ਾਹ ਕਹਿੰਦੇ ਇਹਨਾਂ ਦਾ ਸੰਬੰਧ ਆ ਨੱਕ ਦੇ ਨਾਲ, ਅੱਖਾਂ ਦੇ ਨਾਲ, ਇਹਨਾਂ ਦਾ ਸੰਬੰਧ ਆ। ਗੁਰਦੇਵ ਜੀ ਕਹਿੰਦੇ ਦੇਹੀ ਗਾਵਾ ਜੀਓ ਧਰਮ ਹੈ ਤੋਂ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਭਗਤ ਕਬੀਰ ਜੀ ਦਾ ਸ਼ਬਦ ਆ। ਦੇਹੀ ਗਾਵਾ ਜੀਓ ਧਰਮ ਹੈ ਤੋਂ ਬਸੇ ਪੰਜ ਕਿਰਸਾਨਾ। ਪੰਜੇ ਅੰਦਰ ਬਹਿੰਦੇ ਆ। ਨੈਨੂ ਨਕਟੂ ਸ੍ਰਵਣੂ ਰਸਪਤ ਇੰਦਰੀ ਕਹਿਆ ਨਾ ਮਨ।
ਇਹਨਾਂ ਦਾ ਸੰਬੰਧ ਹੋ ਗਿਆ। ਹੂੰ। ਨੈਣਾ ਅੱਖਾਂ ਦੇ ਨਾਲ, ਨੱਕ ਦੇ ਨਾਲ, ਰਸਨਾ ਦੇ ਨਾਲ ਇਹਨਾਂ ਦਾ ਸੰਬੰਧ ਬਣ ਗਿਆ ਹੈ। ਕੰਨਾਂ ਦੇ ਨਾਲ ਇਹਨਾਂ ਦਾ ਸੰਬੰਧ ਬਣ ਗਿਆ। ਸੋ ਕਹਿਣ ਤੋਂ ਭਾਵ ਜਿਹੜਾ ਸ਼ਬਦ ਸਪਰਸ਼ ਰਸ ਰੂਪ ਗੰਧ ਆ, ਇਹ ਇਹਨਾਂ ਚੀਜ਼ਾਂ ਨੂੰ ਉਪਜ ਦਿੰਦੇ ਆ। ਹੂੰ। ਇਹਨਾਂ ਦਾ ਕਰਕੇ ਸਾਡਾ ਮਨ ਜਿਹੜਾ ਉਹ ਤੌਖਲੇ 'ਚ ਆ ਜਾਂਦਾ, ਮਨ ਕਾਬੂ 'ਚ ਨਹੀਂ ਰਹਿੰਦਾ। ਕਾਮਕ ਸੁਰਤੀ ਵਰਤੀ ਵਾਲੇ ਦਾ ਮਨ ਕਾਬੂ 'ਚ ਨਹੀਂ ਹੁੰਦਾ, ਕ੍ਰੋਧੀ ਦਾ ਮਨ ਕਾਬੂ 'ਚ ਨਹੀਂ ਹੁੰਦਾ, ਹੂੰ। ਲੋਭੀ ਦਾ ਮਨ ਕਾਬੂ 'ਚ ਨਹੀਂ ਹੁੰਦਾ, ਹੂੰ। ਮੋਹ ਵਾਲੇ ਦਾ ਮਨ ਕਾਬੂ 'ਚ ਨਹੀਂ ਹੁੰਦਾ, ਹੂੰ। ਹੰਕਾਰ ਵਾਲੇ ਦਾ ਮਨ ਕਾਬੂ 'ਚ ਨਹੀਂ ਹੁੰਦਾ। ਮਨ ਦੀ ਭੱਜ ਦੌੜ ਜਿਹੜੀ ਆ ਸਾਰੀ ਸਾਡਾ ਖੇਲ ਜਿਹੜਾ ਵਿਗਾੜ ਰਹੀ ਹੈ। ਹੂੰ। ਤੇ ਸਾਡਾ ਜਿਹੜਾ ਮਿਸ਼ਨ ਆ, ਜਿੱਥੇ ਅਸੀਂ ਪਹੁੰਚਣਾ ਆ, ਉੱਥੇ ਸਾਨੂੰ ਪਹੁੰਚਣ ਨਹੀਂ ਦੇ ਰਹੀ। ਸਾਡਾ ਜਿਹੜਾ ਮਿਸ਼ਨ ਆ, ਜਿੱਥੇ ਅਸੀਂ ਪਹੁੰਚਣਾ ਚਾਹੁੰਦੇ, ਜੇ ਸਾਡਾ ਗੋਲ ਜਿੱਥੇ ਅਸੀਂ ਜਾਣਾ ਆ, ਉੱਥੇ ਨਹੀਂ ਜਾਣ ਦੇ ਰਹੀ। ਹੂੰ। ਪਾਤਸ਼ਾਹ ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਰਿਹਾ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀ ਆ। ਉਹ ਜਿਹੜੀ ਚੀਜ਼ ਸੀਗੀ ਜਿਸ ਕਰਕੇ ਸਾਨੂੰ ਇਹ ਸਰੀਰ ਮਿਲਿਆ ਸੀ, ਹੂੰ। ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਦੇਹੀ ਪਾਈ। ਇਸ ਦੇਹੀ ਕੋ ਸਿਮਰਨ ਦੇ ਲੋਚਣਾ, ਹੂੰ। ਇਸ ਦੇਹੀ ਕੋ ਸਿਮਰੈ ਦੇ ਸੋ ਦੇਹੀ ਭਜ ਹਰ ਹਰ ਕੀ। ਕੀ ਸਰੀਰ ਇਸ ਕਰਕੇ ਮਿਲਿਆ ਕਿ ਉਹਨੂੰ ਯਾਦ ਕਰਨਾ ਆ, ਉੱਥੇ ਲਿਜਾਣਾ ਆ। ਅਸੀਂ ਉਸ ਸਰੀਰ ਦੀ ਗਲਤ ਵਰਤੋਂ ਕਰਕੇ ਇੱਕ ਉਸ ਕਰਮ ਚੱਕਰ ਵਿੱਚ ਪੈ ਜਾਂਦੇ ਆ, ਜਿਹਨੂੰ 84 ਲੱਖ ਜੂਨਾਂ ਦਾ ਨਾਂ ਦਿੱਤਾ ਪਾਤਸ਼ਾਹ ਨੇ। ਉਹਨਾਂ ਜੂਨਾਂ ਦੇ ਵਿੱਚ ਪੈਣ ਦੇ ਕਰਕੇ ਅਸੀਂ ਜੰਮਦੇ ਆ, ਮਰਦੇ ਆ, ਜੂਨਾਂ 'ਚ ਪੈ ਜਾਂਦੇ ਆ, ਆਪਣੇ ਆਪ ਨੂੰ ਦੁੱਖ ਦੇ ਵਿੱਚ ਲੈ ਕੇ ਵਹਾ ਦੇ ਵਿੱਚ ਬਹਿ ਜਾਂਦੇ ਆ। ਤੇ ਗੁਰਦੇਵ ਜੀ ਸਾਨੂੰ ਪਾਵਨ ਸ਼ਬਦਾਂ ਰਾਹੀਂ, ਪਾਵਨ ਬਚਨਾਂ ਰਾਹੀਂ ਸਮਝਾ ਰਿਹਾ ਕਿ ਭਲਿਆ ਹੋਣੀ ਸਮਝ ਜਾ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਹਰ ਗੁਣ ਕਾਹੇ ਨਾ ਗਾਵੀ ਮੂਰਖ ਗਿਆਨ, ਹਰ ਗੁਣ ਕਾਹੇ ਨਾ ਗਾਵੀ ਮੂਰਖ ਗਿਆਨ। ਪਾਤਸ਼ਾਹ ਕਹਿੰਦੇ ਆ ਕਿਉਂ ਨਹੀਂ ਹੁਣ ਗਾ ਰਿਹਾ। ਦੇਖੋ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਬੀਤ ਜਹ ਜਨਮ ਅਕਾਜ ਰੇ, ਇਹ ਖਤਮ ਹੋ ਰਿਹਾ ਹੈ। ਪਾਤਸ਼ਾਹ ਕਹਿੰਦੇ ਆ ਬੀਤ ਜਹ ਜਨਮ ਅਕਾਜ ਰੇ, ਨਿਸ ਦਿਨ ਸੁਣ ਕੇ ਪ੍ਰਾਨ, ਸਮਝਤ ਨਹਿ ਰੇ ਅਜਾਨ ਕਾਲ ਤੋਂ ਪਹੁੰਚਿਓ ਹਨ, ਕਹਾਂ ਜਾਏ ਭਾਜ ਰੇ। ਹੂੰ। ਅਸਥਿਰ ਜੋ ਮਾਨਿਓ ਦੇ, ਜਿਹੜੇ ਸਰੀਰ ਨੂੰ ਤੂੰ ਆਪਣਾ ਮੰਨਿਆ ਹੋਇਆ, ਅਸਥਿਰ ਜੋ ਮਾਨਿਓ ਦੇ ਸੋ ਤੋ ਤੇਰੋ ਹੋਇਆ ਖੇ, ਕਿਉਂ ਨਾ ਹਰ ਕੋ ਨਾਮ ਲੈ, ਮੂਰਖ ਨਿਲਾਜ ਰੇ। ਕਾਹਤੋਂ ਨਹੀਂ ਲੈ ਰਿਹਾ ਨਾਮ। ਰਾਮ ਭਗਤ ਹੀ ਹੈ ਆਨ, ਛਾੜ ਦੇ ਤੈ ਮਨ ਕੋ ਮਾਨ, ਨਾਨਕ ਜਨ ਇਹ ਬਖਾਨ, ਜਗ ਮੈਂ ਬਿਰਾਜ ਰੇ। ਜਿਸ ਕਾਰਜ ਦੇ ਲਈ ਅਸੀਂ ਆਏ ਹਾਂ, ਜਿਸ ਕਾਰਜ ਦਾ ਕਰਕੇ ਸਾਨੂੰ ਇਹ ਦੇਹੀ ਮਿਲੀ ਹੈ, ਪਾਤਸ਼ਾਹ ਕਹਿੰਦੇ 84 ਲੱਖ ਭਰਮ ਤੇ ਦੁਲਭ ਜਨਮ ਅਬ ਪਾਇਓ, ਰੇਮੂੜੇ ਤੂੰ ਹੋਛੇ ਰਸ ਲਪਟਾਇਓ। ਇਹਨਾਂ ਰਸਾਂ ਵਿੱਚ ਪੈ ਗਿਆ, ਕਦੇ ਸ਼ਬਦ ਦੇ ਵਿੱਚ ਪੈ ਗਿਆ, ਕਦੇ ਸਪਰਸ਼ ਦੇ ਵਿੱਚ ਪੈ ਗਿਆ, ਕਦੇ ਰਸ ਦੇ ਵਿੱਚ ਪੈ ਗਿਆ, ਕਦੇ ਰੂਪ ਦੇ ਵਿੱਚ ਪੈ ਗਿਆ, ਕਦੇ ਗੰਧ ਦੇ ਵਿੱਚ ਪੈ ਗਿਆ। ਸੁਚੇਤ ਕਰਦੇ ਆ, ਇੱਕ ਜਾਣਕਾਰੀ ਦੇ ਰਹੇ ਆ, ਇੱਕ ਸੁਚੇਤ ਕਰ ਰਹੇ ਵੀ ਬਚ ਜਾ। ਪਰ ਦੇਖੋ ਅਕਾਲ ਪੁਰਖ ਵਾਹਿਗੁਰੂ ਨੇ ਕਿੱਡੀ ਤਗੜੀ ਖੇਡ ਬਣਾਈ ਆ। ਇਹ ਸਾਰੇ ਦੇ ਸਾਰੇ ਗਿਆਨ ਇੰਦਰੇ ਸਾਨੂੰ ਦਿੱਤੇ ਆ, ਇਹ ਸਰੀਰ ਦੇ ਨਾਲ ਦਿੱਤੇ ਆ। ਇਹ ਸਰੀਰ ਦੇ ਵਿੱਚ ਹੀ ਅਸੀਂ ਵਿਚਰਨਾ ਤੇ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣਾ। ਉਹੋ ਹੀ ਗਿਆਨ ਇੰਦਰੇ ਜਿਹੜੇ ਆ, ਜਿੱਦਾਂ ਤੁਸੀਂ ਦੱਸ ਕੇ ਹਟੇ ਆ, ਉਹੀ ਸਾਡੇ ਵਿਨਾਸ਼ ਦਾ ਕਾਰਨ ਵੀ ਬਣਦੇ ਆ। ਉਹਨਾਂ ਨੂੰ ਚੋਰ ਵੀ ਕਰ ਲਓ, ਠਾਗ ਵੀ ਕਰ ਲਓ। ਕਈ ਵਾਰੀ ਅਸੀਂ ਗੱਲ ਕਰਦੇ ਆ ਕਿ ਉਹਨਾਂ ਨੂੰ ਮਾਰਨਾ, ਪਰ ਜਦੋਂ ਅਸੀਂ ਗੁਰਮਤਿ ਦੀ ਨਿਗਾਹ ਦੇ ਵਿੱਚ ਪੂਰੀ ਉਹਦੀ ਖੋਜ ਕਰਦੇ ਹਾਂ, ਜਦੋਂ ਤੁਸੀਂ ਇਹਨਾਂ ਨੂੰ ਜਾਂ ਅਸੀਂ ਇਹਨਾਂ ਇੰਦਰੀਆਂ ਨੂੰ ਜਾਂ ਜਿਹੜੇ ਵਾਸ਼ਨਾਵਾਂ ਹੈਗੀਆਂ ਉਹਨਾਂ ਨੂੰ ਗੁਰੂ ਦੇ ਸ਼ਬਦ ਦੇ ਨਾਲ ਆਪਣੇ ਵਸ ਵਿੱਚ ਕਰ ਲੈਂਦੇ ਆ, ਤੇ ਇਹੀ ਸਾਨੂੰ ਅੱਗੇ ਲੈ ਕੇ ਜਾਣ ਵਿੱਚ ਸਹਾਈ ਹੁੰਦੇ ਆ। ਬਿਲਕੁਲ ਤੁਹਾਡੀ ਗੱਲ ਜਿਹੜੀ ਹੈ ਨਾ, ਜਿਹੜੀ ਬਸ ਵਾਲੀ ਗੱਲ ਆ। ਦੇਖੋ ਪਸ਼ੂ ਆ, ਇਹ ਸਾਡੇ ਮਨ ਦੀ ਅਵਸਥਾ ਆ। ਜਿਹੜਾ ਪਸ਼ੂ ਆ, ਪਸ਼ੂ ਨੂੰ ਵਸ ਕਰਨ ਲਈ ਕੀ ਕੀਤਾ ਜਾਂਦਾ? ਉਹਦੇ ਨੱਥ ਪਾਈ ਜਾਂਦੀ, ਉਹਦੇ ਝਾਬੂ ਪਾਇਆ ਜਾਂਦਾ, ਉਹਦੇ ਪੈਂਖੜ ਪਾਇਆ ਜਾਂਦਾ, ਉਹਦੇ ਕੁੰਡਾ ਮਾਰਿਆ ਜਾਂਦਾ, ਹਾਥੀ ਦੇ ਕੁੰਡਾ ਮਾਰਿਆ ਜਾਂਦਾ। ਹਾਂਜੀ। ਮਤਲਬ ਪਸ਼ੂ ਨੂੰ ਕਾਬੂ ਕਰਨ ਦੇ ਲਈ ਆਹ ਢੰਗ ਤਰੀਕੇ ਵਰਤੇ ਜਾ ਰਹੇ ਆ। ਮਨ ਨੂੰ ਕਾਬੂ ਕਰਨ ਦੇ ਲਈ ਵੀ ਢੰਗ ਤਰੀਕਿਆਂ ਦੀ ਲੋੜ ਆ। ਮਨ ਨੂੰ, ਇੱਕ ਵਿਦਵਾਨ ਨੇ ਬਹੁਤ ਵਧੀਆ ਗੱਲ ਕਹੀ ਹੈ। ਉਹ ਕਹਿੰਦੇ ਕਿ ਇੱਕ ਵਿਅਕਤੀ ਨੇ ਇੱਕ ਹਾਥੀ ਨੂੰ ਪਾਲਿਆ, ਹਾਥੀ ਬੱਚਾ ਸੀ। ਹਾਂਜੀ। ਉਸ ਹਾਥੀ ਦੇ ਬੱਚੇ ਨੂੰ ਉਹਨੇ ਮੋਟੇ ਸੰਗਲ ਦੇ ਨਾਲ ਬੰਨ੍ਹ ਲਿਆ, ਉਹਦੀ ਲੱਤ ਨੂੰ ਸੰਗਲ ਪਾ ਕੇ ਬੰਨ੍ਹ ਲਿਆ। ਉਹ ਇਹ ਦੱਸਣਾ ਚਾਹੁੰਦਾ ਸੀ ਦੁਨੀਆ ਨੂੰ, ਵਿਦਵਾਨ ਸੀਗਾ, ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਸੀ। ਲੋਕੀ ਸਮਝ ਨਹੀਂ ਸੀ ਰਹੇ, ਲੋਕਾਂ ਨੂੰ ਦੱਸਣਾ ਚਾਹੁੰਦਾ ਸੀ ਕਿ ਸਾਡਾ ਜਿਹੜੀ ਮਨ ਦੀ ਅਵਸਥਾ ਆ ਹੈ ਕੀ ਆ, ਮਨ ਅਸੀਂ ਕਿੱਥੇ ਲਿਜਾ ਰਹੇ ਹਾਂ। ਇਹ ਸਾਡੀ ਬਣਾਇਆ ਹੋਇਆ ਤਾਣਾ ਉਲਝਿਆ ਆ। ਮਨ ਇੰਨੇ ਮਰ ਗਿਆ, ਮਾਨਸਿਕਤਾ ਇੰਨੀ ਡਿੱਗ ਪਈ ਕਿ ਸੱਚੇ ਪਾਤਸ਼ਾਹ ਨੇ ਕਿਹਾ ਉਹ ਇੱਧਰ ਤੁਹਾਨੂੰ ਤਲਵਾਰ ਫੜਾਵਾਂ, ਇਹਨਾਂ ਦਾ ਜ਼ੁਲਮ ਦਾ। ਪਾਤਸ਼ਾਹ ਅਸੀਂ ਤਾਂ ਘਰੋਂ ਬਾਹਰ ਨਹੀਂ ਨਿਕਲੇ ਕਦੇ, ਚਿੜੀ ਆ ਜਾਵੇ ਉਹ ਤੋਂ ਡਰ ਜਾਂਦੇ ਆ। ਪਾਤਸ਼ਾਹ ਕਹਿੰਦੇ ਉਹ ਭਲਿਓ,
ਤੁਹਾਡਾ ਮੈਂ ਬਦਲਣ ਲਈ ਤਾਂ ਗੁਰੂ ਨਾਨਕ ਪਾਤਸ਼ਾਹ ਇੱਥੇ ਸਾਨੂੰ ਇਹ ਚੀਜ਼ ਕਰਨ ਲਈ ਆਏ ਜਿਹੜੀ ਡਿੱਗੀ ਹੋਈ ਮਾਨਸਿਕਤਾ ਸਾਡੀ ਉਹਨੂੰ ਉੱਪਰ ਚੁੱਕਣ ਲਈ ਆਏ ਆ। ਚਾਹੇ ਉਹ ਜਾਤ ਪਾਤ ਦਾ ਕਰਕੇ ਲਾ ਲਈਏ, ਚਾਹੇ ਉਹ ਸੋਸ਼ਲ ਸਰਕਮ ਜਿੱਦਾਂ ਸਮਾਜਿਕ ਤੌਰ ਤੇ ਲਾ ਲਈਏ, ਰਾਜਨੀਤਿਕ ਤੌਰ ਤੇ ਲਾ ਲਈਏ, ਧਾਰਮਿਕ ਤੌਰ ਤੇ ਲਾ ਲਈਏ। ਧਾਰਮਿਕ ਤੌਰ ਤੇ ਵੀ ਅਸੀਂ ਡਿੱਗੇ ਹੋਏ ਸੀ ਸਾਰੇ ਪਾਸੇ, ਜਿੰਨੇ ਵਹਿਮ ਭਰਮ ਸੀਗੇ ਗੁਰੂ ਸਾਰੇ ਪਾਸੇ। ਦੇਖੋ ਸਿੱਖੀ ਸਿਧਾਂਤ ਸਾਨੂੰ ਇਹ ਸਪਸ਼ਟ ਕਰ ਰਿਹਾ ਕਿ ਮੈਂ ਤੁਹਾਨੂੰ ਗੁਰੂ ਕੀ ਕਹਿ ਰਿਹਾ? ਗੁਰੂ ਕਹਿੰਦੇ ਆ ਇੱਧਰ ਮੇਰੇ ਕੋਲ, ਮੈਂ ਤੇਰੀ ਮਾਨਸਿਕਤਾ ਚੱਕਣ ਲੱਗਿਆ ਹਾਂ। ਉਹ ਵਿਅਕਤੀ ਨੇ ਕੀ ਕੀਤਾ, ਉਹ ਜਿਹੜਾ ਹਾਥੀ ਸੀਗਾ, ਹਾਥੀ ਦੇ ਮੋਟਾ ਸੰਗਲ ਪਾਇਆ, ਹਾਥੀ ਵੱਡਾ ਹੋ ਰਿਹਾ, ਉਹਨੇ ਸੰਗਲ ਕਮਜ਼ੋਰ ਕਰਨਾ ਸ਼ੁਰੂ ਕਰਤਾ। ਸੰਗਲ ਤੋਂ ਜੰਜੀਰ ਬਣ ਗਈ, ਜੰਜੀਰ ਤੋਂ ਰੱਸਾ ਬਣ ਗਿਆ, ਰੱਸੇ ਤੋਂ ਰੱਸੀ ਬਣ ਗਈ, ਹਾਥੀ ਜਵਾਨ ਹੋ ਗਿਆ ਪੂਰਾ। ਜਦੋਂ ਹਾਥੀ ਪੂਰਾ ਵੱਡਾ ਹੋ ਗਿਆ, ਉਹਨੇ ਧਾਗੇ ਨਾਲ ਬੰਨਿਆ ਹਾਥੀ ਨੂੰ। ਵਿਅਕਤੀ ਆਉਂਦੇ ਉਹਦੇ ਕੋਲ, ਉਹਨੂੰ ਪੁੱਛਦੇ ਕਮਾਲ ਦੀ ਗੱਲ ਆ, ਇੱਕ ਧਾਗੇ ਨਾਲ ਹਾਥੀ ਨੂੰ ਬੰਨਿਆ ਹੋਇਆ ਵੀ ਇਹ ਧਾਗਾ ਤੜਾ ਨਹੀਂ ਸਕਦਾ। ਹੈਰਾਨੀ ਵਾਲੀ ਗੱਲ। ਉਹ ਕਹਿੰਦਾ ਨਹੀਂ। ਕਹਿੰਦੇ ਕਿਉਂ? ਕਹਿੰਦੇ ਮੈਂ ਇਹਦੀ ਮਾਨਸਿਕਤਾ ਜਿਹੜੀ ਆ ਉਹ ਚੇਂਜ ਕੀਤੀ ਹੈ। ਇਹਦੀ ਮਾਨਸਿਕਤਾ ਇੰਨੀ ਬਣਾ ਦਿੱਤੀ ਆ ਕਿ ਇਹ ਧਾਗੇ ਨੂੰ ਸੰਗਲ ਸਮਝ ਰਿਹਾ ਆ। ਜਦੋਂ ਮਾੜੀ ਜੀ ਕਿਤੇ ਖਿੱਚ ਪੈਂਦੀ ਹੈ, ਧਾਗੇ ਨੂੰ ਸੰਗਲ ਲੱਗਦਾ ਆ, ਇਹ ਤੋੜ ਨਹੀਂ ਸਕਦਾ ਕਿਉਂਕਿ ਜ਼ੋਰ ਲਾ ਚੁੱਕਿਆ, ਪਹਿਲਾਂ ਤੋੜ ਚੁੱਕਿਆ ਤਾਂ ਟੁੱਟਿਆ ਨਹੀਂ ਸੰਗਲ। ਇਹਨੇ ਆਪਣੇ ਆਪ ਨੂੰ ਉੱਥੇ ਤੱਕ ਲਿਆ, ਮੇਰੇ ਤੋਂ ਹੀ ਟੁੱਟਣਾ ਨਹੀਂ ਹੈ, ਮੇਰੇ ਕੋਲ ਇਹ ਚੀਜ਼ ਮੰਨ ਚੁੱਕਾ ਆ। ਜਿਹੜੀ ਹੁਣ ਆ, ਮੈਂ ਗੱਲ ਕਰਦਾ ਹੁੰਦਾ ਕਿ ਦੇਖੋ ਹਿੰਦੁਸਤਾਨ ਦੀ ਮਾਨਸਿਕਤਾ, ਜੇ ਕਿਸੇ ਸਾਧੂ ਨੇ ਕਹਿਤਾ ਸੋਨਾ ਆ ਤਾਂ ਸੋਨਾ ਲੱਭਣ ਤੁਰ ਪਏ। ਜੇ ਕਿਸੇ ਨੇ ਕਹਿਤਾ ਨਹੀਂ ਹਾਲੇ ਇਹ ਮਰਿਆ ਨਹੀਂ, ਸਮਾਧੀ ਦੇ ਵਿੱਚ ਆ, ਕਿੱਡੀ ਹੈਰਾਨੀ ਦੀ ਗੱਲ ਆ। ਮਾਨਸਿਕਤਾ ਕਿੱਥੇ ਡਿੱਗੀ ਪਈ ਆ। ਮੈਂ ਤਾਂ ਇਹ ਗੱਲ ਕਹਿਣਾ ਕਿ ਇਹ ਹਿੰਦੁਸਤਾਨ ਉੱਠ ਆ ਖਾਲਸੇ ਦੀ ਸ਼ਰਨ ਦੇ ਵਿੱਚ। ਖਾਲਸਾ ਤੇਰੀ ਮਾਨਸਿਕਤਾ ਜਿਹੜੀ ਤਾਂ ਨੂੰ ਲਿਆਵੇ, ਤੈਨੂੰ ਬਲਵਾਨ ਕਰੇ। ਗੁਰੂ ਪਾਤਸ਼ਾਹ ਸਾਨੂੰ ਜੋ ਉਪਦੇਸ਼, ਇਹ ਸਿਰਫ ਮਨ ਦੀ ਖੇਡ ਆ। ਮਨ ਦੇ ਵਿੱਚ ਵਸਿਆ ਹੋਇਆਂ ਮਨ ਸਾਡਾ ਇੰਨਾ ਕਮਜ਼ੋਰ ਹੋ ਚੁੱਕਿਆ, ਕਿਸੇ ਨੂੰ ਕਰੀਏ ਨਾ ਵੀ ਆਪਾਂ ਪਰਮੇਸ਼ਰ ਨੂੰ ਮਿਲਣਾ ਆ, ਆਪਾਂ ਉੱਧਰ ਨੂੰ ਚੱਲੀਏ, ਨਹੀਂ ਜੀ ਇਹ ਸਾਡਾ ਕੰਮ ਨਹੀਂ ਹੈ। ਕਿਹਦਾ ਕੰਮ ਹੈ? ਇਹ ਗਿਆਨੀਆਂ ਦਾ ਕੰਮ ਹੈ, ਇਹ ਵਿਦਵਾਨਾਂ ਦਾ ਕੰਮ ਹੈ, ਇਹ ਭਗਤੀ ਕਰਨ ਵਾਲਿਆਂ ਦਾ ਕੰਮ ਹੈ, ਇਹ ਸਾਧੂਆਂ ਸੰਤਾਂ ਦਾ ਕੰਮ ਹੈ। ਮੈਨੂੰ ਦੱਸੋ, ਗੁਰੂ ਨਾਨਕ ਪਾਤਸ਼ਾਹ ਨੇ ਤਾਂ ਸਾਰੇ ਸੰਤ ਪੈਦਾ ਕੀਤੇ ਆ, ਤੇ ਸੰਤ ਭਲੇ ਗੁਰਸਿੱਖ ਹੈ। ਗੁਰੂ ਨਾਨਕ ਪਾਤਸ਼ਾਹ ਦੇ ਕੋਲ ਜਿੰਨੇ ਅੰਮ੍ਰਿਤ ਦੀ ਦਾਤ ਲੈ ਲਈ ਆ, ਅੰਮ੍ਰਿਤ ਛਕਣ ਵਾਲਾ ਇਹ ਗੱਲ ਕਹਿ ਰਿਹਾ ਕਿ ਮੇਰੇ ਤੋਂ ਵਾਹਿਗੁਰੂ ਜੀ ਨੂੰ ਨਹੀਂ ਮਿਲਿਆ ਜਾਣਾ, ਇਹਦਾ ਮਤਲਬ ਉਹਦੀ ਮਾਨਸਿਕਤਾ ਉਹਦੀ ਉੱਥੇ ਪਈ ਹੈ। ਗੁਰੂ ਨੂੰ ਦਿੱਤਾ ਹੀ ਨਹੀਂ ਮਨ, ਗੁਰੂ ਨੂੰ ਕਿਹਾ ਹੀ ਨਹੀਂ ਹੈ ਕਿ ਮੇਰੀ ਮਾਨਸਿਕਤਾ ਉੱਪਰ ਲਿਆ, ਗੁਰੂ ਦੇ ਕੋਲ ਗਏ ਹੀ ਨਹੀਂ। ਗੁਰੂ ਪਾਤਸ਼ਾਹ ਦੀ ਗੱਲ ਕਹਿੰਦੇ ਆ ਕਿ ਤੂੰ ਤਿਆਰ ਕਰ ਦਿੱਤਾ, ਤੈਨੂੰ ਪੁੱਛ ਦੇ ਦਿੱਤੀ ਆ, ਚੱਲ ਹੁਣ ਚੱਲ, ਤੇਰੇ ਮੈਂ ਨਾਲ ਆ, ਮੈਂ ਤੇਰੇ ਅੰਗ ਸੰਗ ਆ। ਪਾਤਸ਼ਾਹ ਨੇ ਇਹ ਗੱਲ ਸਪਸ਼ਟ ਕੀਤੀ ਆ। ਗੁਰਦੇਵ ਜੀ ਕਹਿੰਦੇ ਤਿਸ ਗੁਰ ਕੋ ਹੋਂ ਭਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ, ਤਿਸ ਗੁਰ ਕੋ ਸਦ ਬਲਿਹਾਰਣੈ ਜਿਨ ਹਰ ਸੇਵਾ ਬਣਤ ਬਣਾਈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਇਹ ਜਿਹੜੀ ਬੰਧਨ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ, ਇਹਨਾਂ ਬੰਧਨਾਂ ਨੂੰ ਤੋੜਨ ਵਾਲੀ ਇੱਕੋ ਤਾਕਤ ਆ ਸਾਡੇ ਕੋਲ, ਸਾਡਾ ਗੁਰੂ, ਸਾਡਾ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਉਹ ਤੋਂ ਬਿਨਾਂ ਇਹ ਬੰਧਨ ਜਿਹੜਾ ਨਹੀਂ ਟੁੱਟ ਸਕਦਾ। ਮਨ ਵਸਿਆ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਈ, ਉਹਦੀ ਕਿਰਪਾ। ਪਾਤਸ਼ਾਹ ਕਹਿੰਦੇ ਆ ਮਨ ਦੀ ਅਵਸਥਾ ਸਾਡੀ ਜਿਹੜੀ ਆ ਨਾ, ਇਹ ਡਾਮਾਡੋਲ ਬਣੀ ਹੋਈ ਹੈ। ਬਹੁਤ ਸਾਰਾ ਇੱਕ ਸਵਾਲ ਆਉਂਦਾ ਹੁੰਦਾ ਕਿ ਸਾਡਾ ਮਨ ਜਿਹੜਾ ਨਹੀਂ ਜੁੜ ਰਿਹਾ, ਸਾਡਾ ਮਨ ਨਹੀਂ ਲੱਗ ਰਿਹਾ। ਮੇਰੀ ਵੀ ਹਾਲਤ ਇਹ ਆਮ ਤੌਰ ਤੇ ਹੀ ਆ, ਔਰ ਘਰ ਘਰ ਦੀ ਇਹ ਕਹਾਣੀ ਆ, ਇਹ ਆਮ ਤੌਰ ਤੇ ਬਣੀ ਹੋਈ ਹੈ। ਵਿਦਾਂਤ ਦੇ 5 ਗ੍ਰੰਥ ਆਪਣੇ ਵਿਦਵਾਨਾਂ ਨੂੰ, ਸਿੱਖ ਵਿਦਵਾਨਾਂ ਨੂੰ ਵੀ ਪੜ੍ਹਾਏ ਜਾਂਦੇ ਆ, ਖਾਸ ਕਰਕੇ ਟਕਸਾਲ ਦੇ ਵਿੱਚ। ਹੁਣ ਤਾਂ ਮੈਨੂੰ ਪਤਾ ਨਹੀਂ ਹੈ, ਜਦੋਂ ਅਸੀਂ ਪੜ੍ਹਦੇ ਸੀ ਤਾਂ ਉਦੋਂ ਪੜ੍ਹਾਏ ਜਾਂਦੇ ਸੀ। ਉਹਨਾਂ ਵਿੱਚ ਸਾਰ ਕਿਤਾਵਲੀ ਇੱਕ ਗ੍ਰੰਥ ਹੈ। ਇਹ ਉਹ ਕਵੀ ਸੀਗੇ 52 ਕਵੀ ਜਿਹੜੇ 10ਵੇਂ ਪਾਤਸ਼ਾਹ ਜੀ ਦੇ ਹਜ਼ੂਰੀ ਕਵੀ ਸਨ। ਉਹਨਾਂ ਨੇ ਕੁਛ ਧਾਰਮਿਕ ਗ੍ਰੰਥਾਂ ਦੇ ਉਲੱਥੇ ਕੀਤੇ ਹੋਏ ਆ। ਜਿਹੜੀ ਕੋਈ ਚੰਗੀ ਚੀਜ਼ ਆ, ਅਗਰ ਸਾਨੂੰ ਕਿਸੇ ਦੂਸਰੀ ਜਗ੍ਹਾ ਤੋਂ ਮਿਲਦੀ ਆ ਨਾ, ਤੇ ਉਹਦੇ ਨਾਲ ਸਾਂਝ ਪਾ ਲੈਣੀ 'ਚ ਕੋਈ ਗੁਨਾਹ ਨਹੀਂ ਹੈ। ਪਾਤਸ਼ਾਹ ਨੇ ਇਹ ਗੱਲ ਸਾਨੂੰ ਗੁਰਬਾਣੀ ਵਿੱਚ ਸਪਸ਼ਟ ਕੀਤੀ ਆ। ਗੁਰਦੇਵ ਜੀ ਕਹਿੰਦੇ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜਾ, ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀ ਜਾ, ਸਾਂਝ ਕਰੀ ਜਾ ਗੁਣੇ ਕੇਰੀ ਛੋੜ ਅਵਗੁਣ ਚਲੀਏ। ਕਈ ਵਾਰੀ ਸਾਨੂੰ ਸੰਕੇਤਕ ਮਾਤਰ ਕੋਈ ਚੀਜ਼ ਦਾ ਲੈਣਾ ਪੈਂਦਾ। ਜਿਵੇਂ ਆਪਾਂ ਸਾਧੂ ਦੀ ਗੱਲ ਕੀਤੀ ਸੀ, ਇਹ ਗੱਲਾਂ ਜਿਹੜੀਆਂ ਆ ਇਹ ਇਸ ਮਨ ਨੂੰ ਸਮਝਾਉਣ ਦਾ ਕਰਕੇ ਆ। ਉਹ ਕਹਿ ਰਿਹਾ ਕਿ ਇੱਕ ਵਾਰੀ ਇੱਕ ਵਿਅਕਤੀ ਭੂਤ ਵੇਚ ਰਿਹਾ ਸੀ, ਭੂਤ ਵੇਚ ਰਿਹਾ ਸੀ, ਤੇ ਉਹ ਭੂਤ ਵੇਚਦਿਆਂ ਹੋਇਆਂ ਉਹ ਕਹਿੰਦਾ ਵੀ ਮੇਰੇ ਕੋਲ ਭੂਤ ਆ, ਲੈ ਲਓ। ਇੱਕ ਦੁਕਾਨਦਾਰ ਕਹਿੰਦਾ ਵੀ ਇਹ ਕੀ ਆ? ਕਹਿੰਦਾ ਇਹ ਭੂਤ ਹੈ। ਕਹਿੰਦਾ ਕੀ ਕੰਮ ਕਰਦਾ ਹੈ ਉਹ? ਕਹਿੰਦਾ ਕੰਮ ਸਾਰੇ ਕਰਦਾ। ਕਹਿੰਦਾ ਤੂੰ ਵੇਚ ਕਿਉਂ ਰਿਹਾ ਆ? ਕਹਿੰਦਾ ਬਸ ਮੈਂ ਇਹਨੂੰ ਵੇਚਣਾ ਚਾਹੁੰਦਾ ਆ। ਤੇ ਕਹਿੰਦਾ ਇਹਦੀ ਕੀਮਤ ਕੀ ਆ? ਕਹਿੰਦਾ ਕੋਈ ਵੀ ਨਹੀਂ, ਮੈਂ ਫ੍ਰੀ ਦਿੰਦਾ ਮੈਂ। ਕਹਿੰਦੇ ਇੰਨੇ ਕੰਮ ਸਾਰੇ ਕਰ ਦਿੰਦਾ ਤਾਂ ਫ੍ਰੀ ਕਾਹਤੋਂ ਦੇ ਰਿਹਾ? ਕਹਿੰਦੇ ਬਸ ਇਹਦੀ ਇੱਕ ਸ਼ਰਤ ਆ ਜਿੱਥੋਂ ਮੈਂ ਡਰਦਾ ਆ।
ਕਹਿੰਦੇ ਕੀ? ਕਹਿੰਦਾ ਮੈਂ ਇਹਨੂੰ ਇਸ ਕਰਕੇ ਲਿਆ ਸੀ, ਮੇਰੀ ਸ਼ਰਤ ਪੂਰੀ ਨਹੀਂ ਕਰ ਸਕਿਆ, ਵੀ ਮੈਂ ਇਸ ਕਰਕੇ ਡਰਦਾ ਆ ਇਹਦੇ ਕੋਲੋਂ, ਵੀ ਇਹ ਮੇਰੀ ਸ਼ਰਤ ਪੂਰੀ, ਵੀ ਇਹ ਜਦੋਂ ਵਿਹਲਾ ਹੋਊਗਾ ਇਹਨੇ ਮੈਨੂੰ ਮਾਰ ਦੇਣਾ। ਜਿਹੜਾ ਇਹਦਾ ਮਾਲਕ ਆ ਇਹਨੇ ਉਹਦੇ ਕੋਲੋਂ ਕੋਈ ਤਨਖਾਹ ਨਹੀਂ ਲੈਣੀ, ਕੰਮ ਹੀ ਕਰਨਾ ਆ, ਪਰ ਜਦੋਂ ਇਹ ਵਿਹਲਾ ਹੋਇਆ ਇਹਨੇ ਆਪਣੇ ਮਾਲਕ ਨੂੰ ਮਾਰ ਦੇਣਾ। ਉਹ ਦੁਕਾਨਦਾਰ ਨੇ ਸੋਚਿਆ ਵੀ ਇਹ ਤਾਂ ਮੇਰੇ ਤੋਂ ਤਾਂ ਕੰਮ ਬਹੁਤ ਜ਼ਿਆਦਾ ਆ, ਮੇਰਾ ਤਾਂ ਕੰਮ ਬਹੁਤ ਬਿਜ਼ਨਸ ਬੜਾ ਆ, ਵੀ ਇਹ ਮੈਨੂੰ ਨਹੀਂ ਇਹ ਮਾਰ ਸਕਦਾ। ਉਹ ਕਹਿੰਦਾ ਮੈਨੂੰ ਦੇ ਜਾ, ਆਰੇ ਲਾਈ ਰੱਖਣਾ। ਹਾਂਜੀ, ਉਹ ਕਹਿੰਦਾ ਠੀਕ ਆ ਲੈ ਲਾ। ਉਹਨੇ ਕਿਹਾ ਵੀ ਪੂਤ ਉਹ ਕੰਮ ਕਰਿਆ, ਵੈਸੇ ਹੈ ਕਾਲਪਨਿਕ ਆ ਉਹ, ਸਿਰਫ ਸਮਝਾਉਣ ਦਾ ਕਰਕੇ। ਉਹ ਕਹਿੰਦੇ ਵੀ ਉਹ ਗਿਆ, ਉਹਨੇ ਕੀਤਾ, ਕੰਮ ਕਰਕੇ ਆ ਗਿਆ। ਕਹਿੰਦਾ ਜੀ ਆ ਗਿਆ। ਉਹਨੇ ਹੋਰ ਭੇਜਿਆ, ਉਹ ਬੜੀ ਛੇਤੀ ਕੰਮ ਕਰੀ ਜਾਵੇ, ਜਿਹੜੇ ਕੰਮਾਂ ਨੂੰ ਮਹੀਨੇ ਲੱਗਣੇ ਸੀ ਉਹ ਭੂਤ ਕਹਿੰਦੇ ਜਲਦੀ ਜਲਦੀ ਕਰੀ ਜਾਵੇ। ਉਹ ਬੜਾ ਪਰੇਸ਼ਾਨ ਹੋ ਗਿਆ ਵੀ ਕੰਮ ਤਾਂ ਸਾਰੇ ਖਤਮ ਹੋ ਜਾਣੇ, ਵੀ ਇਹ ਤਾਂ ਮੈਨੂੰ ਖਤਮ ਕਰ ਦੂਗਾ। ਇੰਨੇ ਨੂੰ ਉਹਦੀ ਬੇਟੀ ਜਿਹੜੀ ਉਹ ਆਉਂਦੀ ਹੈ, ਉਹ ਕਹਿੰਦੀ ਆ ਵੀ ਪਿਤਾ ਜੀ ਤੁਸੀਂ ਪਰੇਸ਼ਾਨ ਕਿਉਂ ਆ? ਉਹ ਕਹਿੰਦਾ ਪੁੱਤਰੀ ਵੀ ਮੈਂ ਇਸ ਕਰਕੇ ਪਰੇਸ਼ਾਨ ਆ ਵੀ ਇਹ ਭੂਤ ਨੇ ਮੈਨੂੰ ਖਤਮ ਕਰ ਦੇਣਾ, ਇਹ ਵਿਹਲਾ ਰਹਿਣਾ, ਵੀ ਮੈਂ ਤਾਂ ਗੱਲ ਦੇ ਵਿੱਚ ਅਲਸੀਟ ਪਾ ਲਈ, ਮੈਨੂੰ ਤਾਂ ਕੁਛ ਸੁੱਝ ਨਹੀਂ ਰਿਹਾ, ਮੈਨੂੰ ਤਾਂ ਹੁਣ ਚਿੰਤਾ ਲੱਗੀ ਹੋਈ ਹੈ, ਮੇਰੀ ਜਾਨ ਚਲੇ ਜਾਣੀ ਹੈ। ਉਹ ਕਹਿੰਦੀ ਕੋਈ ਗੱਲ ਨਹੀਂ, ਇਹਦਾ ਆਪਾਂ ਮਸਲਾ ਹੱਲ ਕਰ ਦਿੰਦੇ ਹਾਂ। ਕਹਿੰਦੇ ਕੀ? ਕਹਿੰਦੇ ਤੁਸੀਂ ਪਿਤਾ ਜੀ ਉੱਥੇ ਇੱਕ ਬਾਂਸ ਕੱਢ ਲਿਓ ਤੇ ਭੂਤ ਨੂੰ ਕਹੋ ਕਿ ਤੂੰ ਬਾਂਸ ਦੇ ਉੱਪਰ ਚੜੀ ਜਾ ਤੇ ਉਤਰੀ ਜਾ, ਚੜੀ ਜਾ ਉਤਰੀ ਜਾ, ਜਦੋਂ ਲੋੜ ਹੋਈ ਉਦੋਂ ਬਾਜ ਕੇ ਮਾਰ ਕੇ ਕੰਮ ਕਰ ਦਿਓ। ਕਹਿੰਦੇ ਆਹ ਤਾਂ ਗੱਲ ਹੋਈ ਨਾ। ਉਹਨੇ ਭੂਤ ਨੂੰ ਕਹਿ ਦੇਣਾ ਬਾਂਸ ਕੱਢ ਦਿੱਤਾ ਵੀ ਚੜੀ ਜਾ ਤੇ ਉਤਰੀ ਜਾ, ਕੰਮ ਹੀ ਹੈ ਵੀ ਚੜੀ, ਜਿੰਨਾ ਚਿਰ ਤੈਨੂੰ ਮੈਂ ਕਹਿੰਦਾ ਨਹੀਂ ਉਹਨਾਂ ਚਿਰ ਤੇ ਚੜੀ ਜਾ ਤੇ ਉਤਰੀ ਜਾ। ਇਹਦਾ ਸੰਬੰਧ ਵਿਦਵਾਨ ਨੇ ਮਨ ਨਾਲ ਜੋੜਿਆ ਵੀ ਮਨ ਸਾਡਾ ਇੱਕ ਭੂਤ ਹੈ, ਜਦੋਂ ਮਨ ਸਾਡਾ ਵਿਹਲਾ ਰਿਹਾ ਇਹਨੇ ਸਾਨੂੰ ਖਾ ਜਾਣਾ ਪਾਸੇ, ਉਹਦੇ ਸ਼ਰਾਰਤਾਂ ਕਰਦੇ, ਇਹਨੇ ਸ਼ੈਤਾਨੀ ਬਣ ਜਾਣੀ ਇਹਨੇ। ਇਸ ਕਰਕੇ ਮਨ ਨੂੰ ਰੁਝੇਵੇਂ 'ਚ ਰੱਖਣਾ ਦੋ ਚੀਜ਼ਾਂ ਆ। ਰੁਝੇਵੇਂ 'ਚ ਰੱਖਣ ਲਈ ਇੱਕ ਨੈਗੇਟਿਵ ਪੱਖ ਆ, ਇੱਕ ਪੋਜ਼ਿਟਿਵ ਆ। ਪੋਜ਼ਿਟਿਵ ਪੱਖ ਦੇ ਵਿੱਚ ਰੱਖਣਾ ਮਨ ਨੂੰ। ਮਨ ਨੂੰ ਕਿੱਧਰ ਰੁਝੇਵੇਂ 'ਚ ਰੱਖਣਾ? ਸੇਵਾ ਸਿਮਰਨ 'ਚ। ਪਾਠ ਕੀਤਾ ਆ, ਕੀਰਤਨ ਵੱਲ ਜੁੜ ਗਏ, ਕਥਾ ਵੱਲ ਜੁੜ ਗਏ। ਮਨ ਜਿਹੜਾ ਆ ਹਮੇਸ਼ਾ ਉਹਦੇ ਨਾਲ ਜੁੜਿਆ ਰਹੇ, ਉਹਨੂੰ ਬਿਜੀ ਰੱਖਣਾ, ਉਹਨੂੰ ਚੰਗੇ ਪਾਸੇ। ਪਾਤਸ਼ਾਹ ਕਹਿੰਦੇ ਜਨ ਲਾਵੋ ਚਿੱਤ ਹਰ ਨਾਮ ਸਿਓ ਅੰਤ ਹੋਏ ਸਿਖਾਈ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਸਹਾਇਤਾ ਕਰੂਗਾ। ਜਿਹਦਾ ਮਨ ਜੁੜਿਆ ਹੋਇਆ, ਜਿਹਦਾ ਮਨ ਟਿਕਾਓ ਵਿੱਚ ਆ, ਉਹਦਾ ਆਉਣ ਵਾਲਾ ਸਮਾਂ ਸੁਖਮਈ ਹੋਣਾ। ਇਹ ਦਾਵਾ ਆ, ਕਿਉਂਕਿ ਮਨ ਦਾ ਹੀ ਸੁੱਖ ਆ। ਜੇ ਮਨ ਦੁਖੀ ਆ ਪਰ ਇੱਕ ਤੁਕ ਹੁੰਦੀ, ਮਨ ਤੂੰ ਜੋਤ ਸਰੂਪ ਹੈ, ਹਾਂਜੀ, ਆਪਣਾ ਮੂਲ ਪਛਾਣ। ਹਾਂਜੀ, ਇਹਦਾ ਛੋਟਾ ਜਿਹਾ ਖੁਲਾਸਾ। ਮੂਲ ਦਾ ਕੀ ਮਤਲਬ ਹੁੰਦਾ? ਆਪਾਂ ਕਹਿੰਦੇ ਤੂੰ ਜੋਤ ਸਰੂਪ ਹੈ, ਹਾਂਜੀ, ਆਪਾਂ ਨਾਲ ਹੀ ਕਹਿੰਦੇ ਆ ਇਹ ਭੂਤ ਆ। ਮੈਂ ਦੱਸਣ ਲੱਗਿਆ ਜੀ, ਦਰਅਸਲ ਅਸੀਂ ਪਤਾ ਕੀ ਸਮਝ ਰਹੇ ਹਾਂ? ਅਸੀਂ ਇਹ ਸਮਝ ਰਹੇ ਹਾਂ ਕਿ ਜਿਹੜਾ ਮੈਂ ਆ ਇਦਾਂ ਨਹੀਂ ਹੈ। ਪਾਤਸ਼ਾਹ ਇਹ ਗੱਲ ਸਾਨੂੰ ਸਮਝਾ ਰਿਹਾ ਆ। ਜਿੱਦਾਂ ਹੁਣ ਮੇਰੇ ਕੋਲ ਹਜੂਰੀਆ ਆ, ਆਹ ਕੀ ਆ? ਮੇਰਾ ਹੱਥ ਆ, ਹਾਂਜੀ, ਆਹ ਮੇਰੀ ਬਾਂਹ ਆ, ਆਹ ਮੇਰੀਆਂ ਲੱਤਾਂ ਆ। ਮੈਂ ਹਮੇਸ਼ਾ ਇਹ ਕਹਿੰਦਾ ਕਿ ਮੇਰਾ ਹੱਥ ਆ। ਜੇ ਮੇਰੇ ਹੱਥ 'ਚ ਦਰਦ ਆ ਮੈਂ ਕਹਿੰਦਾ ਮੇਰਾ ਹੱਥ ਦੁਖਦਾ। ਜੇ ਮੇਰੀ ਲੱਤ 'ਚ ਦਰਦ ਆ ਮੈਂ ਕਹਿੰਦਾ ਮੇਰੀ ਲੱਤ ਦੁਖਦੀ ਹੈ। ਮੈਂ ਜਦੋਂ ਮੈਂ ਕਹਿੰਦਾ ਅੱਜ ਮੇਰਾ ਸਰੀਰ ਟੁੱਟਣ ਡਿਆ, ਮੇਰਾ ਸਰੀਰ ਟੁੱਟਦਾ ਭੱਜਦਾ ਆ, ਮੈਂ ਕੀ ਆ? ਅਸੀਂ ਸਰੀਰ ਨੂੰ ਹੀ ਮੈਂ ਸਮਝ ਲਿਆ। ਪਾਤਸ਼ਾਹ ਕਹਿੰਦੇ ਤੂੰ ਮੈਂ ਸਰੀਰ ਨਹੀਂ ਹੈਗਾ, ਤੇਰੀ ਹੋਂਦ ਕੁਛ ਹੋ ਰਿਹਾ। ਪਾਤਸ਼ਾਹ ਨੇ ਸੁਚੇਤ ਕੀਤਾ, ਕਹਿੰਦੇ ਜਾਗ ਲਿਓ ਰੇ ਮਨਾ, ਜਾਗ ਲਿਓ ਮਨ ਜਾਗ। ਕਹਿੰਦੇ ਜਾਗ ਲਿਓ ਰੇ ਮਨਾ, ਜਾਗ ਰਿਓ ਕਹਾਂ ਗਾਫਲ ਸੋਇਆ, ਮੂਰਤੀ ਦਾ ਸੁੱਤਾ ਕਿਉਂ ਪਿਆ? ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਜਿਹੜਾ ਸਰੀਰ ਤੇਰੇ ਨਾਲ ਪੈਦਾ ਹੋਇਆ ਵੀ ਤੇਰਾ ਨਹੀਂ ਹੈ। ਸਮਝਣ ਦੀ ਗੱਲ ਆ, ਡੂੰਘਾਈ ਵਾਲੀ ਗੱਲ ਆ ਕਿ ਅਸੀਂ ਇਹ ਨਹੀਂ ਹਾਂ, ਅਸੀਂ ਜਿਹੜੇ ਇਹਦੇ ਵਿੱਚ ਬੈਠੇ ਹੋਏ ਉਹ ਆ। ਇਹ ਤਾਂ ਸਾਨੂੰ ਇੱਕ ਮਿਲਿਆ ਹੋਇਆ ਆ। ਇਹ ਤਾਂ ਪਰਮੇਸ਼ਰ ਨੇ ਪਰਉਪਕਾਰ ਕੀਤਾ ਸਾਡੇ ਤੇ, ਉਸ ਨੇ ਬਖਸ਼ਿਸ਼ ਕਰਕੇ ਉਹਦੇ ਹੁਕਮ ਦੇ ਅੰਦਰ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਭਾਸ। ਅਸੀਂ ਗਰਭ ਦੇ ਵਿੱਚ ਆਏ ਹਾਂ ਉਸ ਦੇ ਹੁਕਮ ਦੇ ਵਿੱਚ। ਇਸੇ ਹੁਕਮ ਦੇ ਵਿੱਚ ਹੀ ਸਾਨੂੰ ਕਾਇਆ ਮਿਲੀ ਹੈ, ਸਰੀਰ ਮਿਲਿਆ ਆ। ਆਪਾਂ ਰੋਜ਼ ਆਨੰਦ ਸਾਹਿਬ ਜੀ ਦੀ ਪਵਿੱਤਰ ਬਾਣੀ 'ਚ ਪੜ੍ਹਦੇ ਹਾਂ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ। ਮੇਰਾ ਸਰੀਰ ਕਿਹਾ। ਸੋ ਜਿਹੜੀ ਸਰੀਰ ਦੀ ਹੋਂਦ ਆ ਅਸੀਂ ਇਹਨੂੰ ਆਪਣਾ ਆਪ ਸਮਝ ਲੈਂਦੇ ਹਾਂ। ਪਾਤਸ਼ਾਹ ਕਹਿੰਦੇ ਨਹੀਂ, ਕਿਉਂਕਿ ਜਦੋਂ ਛੱਡ ਕੇ ਜਾਣਾ ਪਤਾ ਤਾਂ ਉਦੋਂ ਲੱਗਣਾ ਨਾ। ਗੁਰਦੇਵ ਜੀ ਕਹਿੰਦੇ ਜੋ ਤਨ ਉਪਜਿਆ ਸੰਗੀ ਸੋ ਵੀ ਸੰਗ ਨਾ ਹੋਇਆ। ਪਾਤਸ਼ਾਹ ਕਹਿੰਦੇ ਮਾਤ ਪਿਤਾ ਸੁੱਤ ਬੰਧ ਜਨ, ਜਿਵੇਂ ਸਰੀਰ ਇਦਾਂ ਹੀ ਹੈ। ਮਾਤ ਪਿਤਾ ਸੁੱਤ ਬੰਧ ਜਨ ਹਿਤ ਜਾਸਿਓ ਕੀਨਾ, ਜੀਓ ਛੁਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ। ਜਦੋਂ ਜਿੰਦ ਛੁੱਟੀ ਇਹਦੇ ਚੋਂ ਇਸੇ ਸਰੀਰ ਨੂੰ ਉੱਥੇ ਸੱਟ ਦੇਣਾ। ਸਰੀਰ ਤਾਂ ਹੈ ਨਹੀਂ। ਸੋ ਗੁਰਦੇਵ ਜੀ ਕਹਿੰਦੇ ਫਿਰ ਇਸ ਕਰਕੇ ਆਪਣਾ ਮੂਲ ਆਪਣੀ ਜੋਤ ਨੂੰ ਪਛਾਣ ਤੂੰ।
ਤੂੰ ਤਾਂ ਕੁਝ ਹੋ ਰਿਹਾ, ਹੂੰ। ਤੂੰ ਤਾਂ ਕਿਸੇ ਹੋਰ, ਆਪਾਂ ਕਹਿ ਦਿੰਦੇ ਕਿ ਨਹੀਂ, ਜੇ ਕੋਈ ਬੰਦਾ ਭਟਕਿਆ ਹੋਵੇ, ਕੀ ਕਰਦਾ, ਖਾਨਦਾਨੀ ਦੀ ਅਕਲ ਕਰ, ਤੇਰਾ ਖਾਨਦਾਨ ਤਾਂ ਕੁਝ ਹੋ ਰਿਹਾ, ਹੂੰ। ਤੂੰ ਇਹ ਗੱਲਾਂ ਕਰਦੀਆਂ ਸ਼ੋਭਾ ਨਹੀਂ ਦੀਆਂ ਤੈਨੂੰ। ਆਪਣਾ ਕੋਈ ਬੱਚਾ, ਸਿੱਖ ਬੱਚਾ ਆ, ਅਗਰ ਉਹ ਪਤਤ ਪੁੰਨੇ ਵੱਲ ਜਾਂਦਾ ਹੋਵੇ ਤਾਂ ਆਪਾਂ ਨੂੰ ਉਦਾਹਰਨ ਦਿੰਨੇ, ਪੁੱਤ ਸਾਡਾ ਇਤਿਹਾਸ ਤਾਂ ਆਹ ਗੱਲ ਕਹਿੰਦਾ, ਸਾਡੇ ਬਜ਼ੁਰਗ ਤਾਂ ਆਹ ਕਹਿੰਦੇ, ਤੂੰ ਆਪਣੇ ਪੇਦਾਦਿਆਂ ਨੂੰ ਛੱਡ ਦੇਂਗਾ, ਆਪਣੇ ਖਾਨਦਾਨ ਨੂੰ ਛੱਡ ਦੇਂਗਾ। ਹੂੰ। ਉਦਾਹਰਨਾਂ ਦਿੱਤੀਆਂ ਜਾਂਦੀਆਂ। ਬਿਲਕੁਲ। ਜੇ ਕੋਈ ਬੱਚਾ ਬੱਚੀ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਕੋਈ ਗਲਤ ਕਦਮ ਪੁੱਟ ਰਿਹਾ, ਚਾਹੇ ਉਹ ਵਿਆਹ ਦੇ ਸੰਬੰਧ ਵਿੱਚ ਆ, ਚਾਹੇ ਨਸ਼ਿਆਂ ਦੇ ਸੰਬੰਧ ਵਿੱਚ ਆ, ਤੇ ਮਾਂ-ਬਾਪ ਕੀ ਸਮਝਾ ਰਹੇ ਆ? ਹੂੰ। ਸਾਡੀ ਖਾਨਦਾਨ ਦੀ ਇੱਜ਼ਤ, ਸਾਡੀ ਪੱਗ ਦੀ ਇੱਜ਼ਤ, ਇਹ ਗੱਲਾਂ ਆਮ ਕੀਤੀਆਂ ਆਮ ਜਾਂਦੀਆਂ। ਕੀਤੇ। ਸੋ ਕਹਿਣ ਤੋਂ ਪਾਰ ਗੁਰਦੇਵ ਜੀ ਸਾਨੂੰ ਇਹ ਸਮਝਾ ਰਿਹਾ ਕਿ ਆਪਣਾ ਖਾਨਦਾਨ ਪਛਾਣ, ਹੂੰ। ਆਪਣੀ ਇੱਜ਼ਤ ਨੂੰ ਪਛਾਣ, ਆਪਣੇ ਮੂਲ ਨੂੰ ਪਛਾਣ, ਤੂੰ ਆਇਆ ਕਿੱਥੋਂ ਆ, ਸਾਡੀ ਹੋਂਦ ਹੈ ਕਿੱਥੋਂ ਆ। ਜਿੱਥੋਂ ਸਾਡੀ ਹੋਂਦ ਆ ਅਸੀਂ ਉਹਦੇ ਨਾਲ ਜੁੜਨਾ ਆ। ਜਦੋਂ ਚੀਜ਼ ਹੋਂਦ ਨਾਲੋਂ ਟੁੱਟ ਜਾਵੇ, ਹੂੰ। ਉਹ ਸਾਫ਼ ਨਹੀਂ ਰਹਿੰਦੀ। ਪਾਣੀ ਦਾ ਸੋਰਸ ਹੈ, ਪਾਣੀ ਆਪਣੀ ਹੋਂਦ ਨਾਲ ਟੁੱਟ ਜਾਵੇ ਨਾ, ਗੰਦਗੀ ਪੈ ਜਾਊਗੀ ਪਾਣੀ 'ਚ। ਗੰਦਗੀ ਪੈ ਜਾਊ। ਜਿੰਨਾ ਚਿਰ ਪਾਣੀ ਵਗਦਾ ਆ, ਹੂੰ। ਉਹਨਾਂ ਚਿਰ ਉਹਦੇ ਵਿੱਚ ਚੱਲਦਾ ਰਹਿਣਾ। ਸੋ ਕਹਿਣ ਤੋਂ ਭਾਵ ਕਿ ਮਨ ਨੂੰ ਉਧਰ ਲਿਜਾਣਾ, ਭਾਈ ਰੇ ਇਸ ਮਨ ਕੋ ਸਮਝਾਏ, ਇਹ ਮਨ ਆਲਸ ਕਿਆ ਕਰੇ, ਗੁਰਮੁਖ ਨਾਮ ਧਿਆਏ। ਨਾਨਕ ਮਨ ਸਮਝਾਈਏ, ਗੁਰ ਕੈ ਸ਼ਬਦ ਸਲਾਹ। ਸ਼ਬਦ ਦੀ ਸਿਰਫ ਸਲਾਹ ਨਾਲ ਮਨ ਨੂੰ ਜੋੜ। ਅਸਲੀ ਗੱਲ ਮੋੜ ਕੇ ਕੇ ਆਪਾਂ ਜਿੱਧਰ ਦੀ ਮਰਜ਼ੀ ਵਿਚਾਰਾਂ ਕਰਕੇ ਆ ਜਾਈਏ, ਗੱਲ ਉੱਥੇ ਆ ਕੇ ਟਿਕਦੀ ਆ ਕਿ ਕਲਯੁਗ ਦੇ ਵਿੱਚ ਸ਼ਬਦ ਗੁਰੂ ਜਿਹੜਾ ਆ, ਉਹੀ ਇੱਕ ਸਾਨੂੰ ਸੇਧ ਦੇ ਸਕਦਾ। ਉਹੀ ਥੰਮੀ ਹੈ। ਦੂਸਰੇ ਜਿਹੜੇ ਖੁਦ ਦੇਹਧਾਰੀ ਗੁਰੂ ਆਪ ਇਹਨਾਂ ਜਾਲਾਂ ਦੇ ਵਿੱਚ ਫਸੇ ਆ, ਜਿਹੜੇ ਆਪ ਨਰਕਾਂ ਦੇ ਵਿੱਚ ਫਸੇ ਆ, ਉਹ ਸਾਨੂੰ ਇਸ ਜਾਲ ਦੇ ਵਿੱਚੋਂ ਬਾਹਰ ਨਹੀਂ ਕੱਢ ਸਕਦੇ। ਉਹਨਾਂ ਨੂੰ ਭਾਈ ਸਾਹਿਬ ਜੀ ਲਾਲਚ ਆ, ਜਿਹੜਾ ਫਸਣ ਵਾਲਾ ਹੈ ਨਾ, ਹਾਂਜੀ। ਉਹ ਸਚੇਤ ਰਵੇ, ਹੂੰ। ਉਹਨੇ ਆਪਣਾ ਆਪ ਨਸ਼ਟ ਕਰ ਲੈਣਾ। ਪਰ ਸਾਡੀ ਅਵਸਥਾ ਇਦਾਂ ਦੀ ਹੋ ਚੁੱਕੀ ਆ ਕਿ ਅਸੀਂ ਸੁਚੇਤ ਹੋਣ ਵਾਲੀ ਗੱਲ ਸੁਣਨਾ ਨਹੀਂ ਚਾਹੁੰਦੇ। ਅਸੀਂ ਉਹੀ ਢੰਡੋਰਾ ਜਿੱਦਾਂ ਰਸਾਂ ਵਾਲੀ। ਮੈਂ ਤਾਂ ਸਾਰੀ ਖਲਕਤ ਨੂੰ ਇਹ ਬੇਨਤੀ ਕਰਦਾ ਹੁੰਦਾ ਹੂੰ। ਵੀ ਇੱਕ ਵਾਰੀ ਹੂੰ। ਦੂਸਰੇ ਧਰਮਾਂ ਵਾਲੇ ਲੋਕ ਵੀ ਹੂੰ। ਇੱਕ ਵਾਰੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਦੇ ਨਾਲ ਪੜ੍ਹ ਇੱਕ ਵਾਰੀ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਜ਼ਿੰਦਗੀ 'ਚ ਤੁਸੀਂ ਪੜ੍ਹ ਲਓ, ਫੈਸਲਾ ਤੁਹਾਡੇ ਹੱਥੋਂ। ਪੜ੍ਹ ਲਓ, ਮੰਨ ਲਓ, ਆਪਣਾ ਆਪ ਅਰਪਣ ਕਰ ਦਿਓ। ਇੱਕ ਵਾਰੀ ਅਰਪਣ ਕਰਕੇ ਦੇਖ ਲਓ ਇਹ ਬੰਦਾ ਜ਼ਿੰਦਗੀ ਦੇ ਵਿੱਚ, ਤੇ ਸ਼ਾਇਦ ਉਹਦਾ ਪਾਰ ਉਤਾਰਾ ਹੋ ਸਕਦਾ। ਸਿਰਫ ਵਿਚਾਰ ਹੀ ਲੈ ਲਵੇ ਨਾ। ਹਾਂ, ਵੀ ਇੱਕ ਵਾਰੀ। ਜੋ ਵਿਦਵਾਨਾਂ ਨੇ ਦਿੱਤੀ ਹੋਈ ਆ, ਹਾਂ। ਉਦਾਂ ਤਾਂ ਗਾਧ ਬੋਧ ਆ ਬਾਣੀ, ਉਹਦੀ ਕੋਈ ਵਿਚਾਰ ਨਹੀਂ ਕਰ ਸਕਦਾ। ਤੁਸੀਂ ਇੱਕ ਵਾਰੀ ਵਿਦਵਾਨਾਂ ਦੀ ਵਿਚਾਰ, ਚਾਹੇ ਇੰਗਲਿਸ਼ ਦੇ ਵਿੱਚ, ਚਾਹੇ ਪੰਜਾਬੀ ਵਿੱਚ, ਜਾਂ ਹੋਰ ਲੈਂਗੁਏਜ 'ਚ ਆ, ਉਹਦੀ ਇੱਕ ਵਾਰੀ ਵਿਚਾਰ ਪੜ੍ਹ ਲਓ, ਹੂੰ। ਤੇ ਮੈਂ ਦਾਅਵਾ ਕਹਿਣਾ ਕਿ ਉਹ ਵਿਅਕਤੀ ਕਦੇ ਵੀ ਛੱਡ ਨਹੀਂ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ। ਉਹ ਕਹੂਗਾ ਕਿ ਰਹਿਬਰ ਹੀ ਇਹੋ। ਹੂੰ। ਇਹ ਸਾਡੀ ਮਾਣ ਹੈ ਸਾਨੂੰ ਇਸ ਚੀਜ਼ ਦੇ। ਧੰਨ ਹੈ ਮੇਰਾ ਸਤਿਗੁਰੂ, ਤੇ ਧੰਨ ਹੈ ਸਤਿਗੁਰੂ ਜੀ ਨੂੰ ਮੰਨਣ ਵਾਲੇ ਗੁਰਸਿੱਖ। ਗੁਰੂ ਪਾਤਸ਼ਾਹ ਕਿਰਪਾ ਕਰਨ, ਸੱਚੇ ਪਾਤਸ਼ਾਹ। ਅੱਜ ਦੇ ਇਸ ਤੂੰ ਦੇ ਪ੍ਰੋਗਰਾਮ ਵਿੱਚ ਅਸੀਂ ਆਪ ਜੀ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸਲ ਵਿੱਚ ਜਿਹੜੀਆਂ ਵੀ ਸਾਡੀਆਂ ਗਿਆਨ ਇੰਦਰੀਆਂ ਹੈਗੀਆਂ, ਜਿਹੜਾ ਸਾਡਾ ਸਰੀਰ ਆ, ਜਿਹੜੀ ਸਾਡੀ ਆਤਮਾ, ਜਿਹੜਾ ਸਾਡਾ ਮਨ ਆ ਸਾਡੇ ਵਿੱਚ, ਇਹ ਸਾਰਾ ਕੁਝ ਅਕਾਲ ਪੁਰਖ ਵਰਗ ਨੇ ਆਪਣੀ ਹੋਂਦ ਵਿੱਚ ਹੀ ਬਣਾਇਆ, ਆਪਣੇ ਹੁਕਮ ਦੇ ਵਿੱਚ ਬਣਾਇਆ। ਪਰ ਅਸੀਂ ਉਹਨੂੰ ਸੱਚ ਸਮਝ ਬੈਠ ਕੇ ਇਸ ਚੱਕਰ ਦੇ ਵਿੱਚ ਫਸ ਗਏ ਹਾਂ। ਪਰ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ ਕਿ ਤੁਹਾਨੂੰ ਇਹ ਖੇਡ ਦੇ ਵਿੱਚ ਇੱਕ ਵਾਰੀ ਮਿਲੀ ਆ, ਉਸ ਵਾਰੀ ਦੇ ਵਿੱਚ ਤੁਸੀਂ ਮੇਰੇ ਕੋਲ ਦੁਬਾਰਾ ਵਾਪਸ ਆਉਣਾ ਆ। ਪਰ ਅਸੀਂ ਇਸ ਦੁਨੀਆਦਾਰੀ ਦੀ ਖੇਡ ਦੇ ਵਿੱਚ ਫਸ ਕੇ ਆਪਣਾ ਸਾਰੇ ਦਾ ਸਾਰਾ ਜੀਵਨ ਬਤੀਤ ਕਰ ਲੈਂਦੇ ਹਾਂ। ਆਓ ਆਪਾਂ 1 ਮਿੰਟ ਵਾਸਤੇ ਸਿਮਰਨ ਕਰੀਏ। ਵਾਹਿਗੁਰੂ 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 ਵਾਹਿਗੁਰੂ। ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ। ਵਾਹਿਗੁਰੂ ਕਰੇ ਸਾਡਾ ਜੀਵਨ ਤੂੰ ਹੀ ਤੂੰ, ਤੇਰਾ ਸ਼ੁਕਰ ਹੈ ਕਰਦਿਆਂ ਬੀਤ ਜਾਵੇ, ਤੇ ਸਾਨੂੰ ਕਿਤੇ ਵੀ ਭਟਕਣ ਦੀ ਲੋੜ ਨਹੀਂ। ਗੁਰੂ ਮਹਾਰਾਜ ਸਾਡੇ ਅੰਗ ਸੰਗ ਆ, ਸਾਡੇ ਨਾਲ ਆ, ਹਮੇਸ਼ਾ ਸਾਡੀ ਬਾਂਹ ਫੜਦੇ ਆ। ਪਰ ਅਫਸੋਸ ਆ ਕਿ ਅਸੀਂ ਆਪਣੀ ਬਾਂਹ ਸ਼ਬਦ ਗੁਰੂ ਨੂੰ ਨਹੀਂ ਫੜਾਉਂਦੇ। ਸ਼ਬਦ ਗੁਰੂ ਦੀ ਥਾਂ 'ਤੇ ਦੂਸਰੇ ਗੁਰੂਆਂ ਨੂੰ ਫੜਾ ਦਿੰਦੇ ਆ, ਜਿਹਦੇ ਨਾਲ ਉਹ ਤਾਂ ਭਟਕੇ ਆ, ਅਸੀਂ ਵੀ ਭਟਕਦੇ ਰਹਿੰਦੇ ਆ। ਉੱਥੋਂ ਬਾਂਹ ਛੁਡਾ ਕੇ ਆਪਣੀ ਜਿਹੜੀ ਬਾਂਹ ਆ ਸ਼ਬਦ ਗੁਰੂ ਦੇ ਲੜ ਲਾ ਦਿਓ, ਸਮਰਪਣ ਕਰ ਦਿਓ ਸ਼ਬਦ ਗੁਰੂ ਨੂੰ, ਤੇ ਫਿਰ ਸਾਰੀਆਂ ਜ਼ਿੰਮੇਵਾਰੀਆਂ ਜਿਹੜਾ ਸਾਡਾ ਸ਼ਬਦ ਗੁਰੂ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਲੈ ਲੈਂਦੇ ਆ। ਸਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ ਪੈਂਦੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ੇ।